ਇਤਿਹਾਸ ਸਿਰਜਣ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦਾ ਇਤਿਹਾਸ ਦੇ ਵਿੱਚ ਨਾਮ ਲਿਖਵਾਉਣਾ, ਇੱਕ ਹੁੰਦਾ ਇਤਿਹਾਸ ਬਦਲਣਾ। ਹੁਣ ਸਾਨੂੰ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਬਾਰੇ ਸੋਚਣਾ ਪਊ ਕਿ ਅਸੀਂ ਸਿਰਫ ਇਤਿਹਾਸ ਦੇ ਵਿੱਚ ਨਾਂ ਦਰਜ ਕਰਵਾਉਣਾ, ਕਿਉਂਕਿ ਨਾਂ ਦਰਜ ਕਰਵਾਉਣ ਵਾਲੇ ਗੰਗੂ ਵਰਗੇ ਵੀ ਹੋਏ ਆ ਤੇ ਕਰਤਾਰ ਸਿੰਘ ਸਰਾਭੇ ਵਰਗੇ ਵੀ ਹੋਏ ਆ ਤੇ ਨਾਲ ਕਿਰਪਾਲ ਸਿੰਘ ਵਰਗੇ ਗਦਾਰ ਵੀ ਹੋਏ ਆ। ਇਸ ਅੰਦੋਲਨ ਦਾ ਸਭ ਤੋਂ ਵੱਡਾ ਜਿਹੜਾ ਸਿਹਰਾ ਗਾ ਉਹ ਮੈਂ ਦੇਣਾ ਚਾਹਣਾ ਸਾਡੇ ਬਾਬੇ ਨਾਨਕ ਦੇ ਫਲਸਫੇ ਨੂੰ ਤੇ ਬਾਬੇ ਨਾਨਕ ਦੇ ਲੰਗਰ ਨੂੰ, ਕਿਉਂਕਿ ਉਹਦੀ ਕਰਾਈ ਹੋਈ 20 ਰੁਪਏ ਦੀ FD ਹੈ ਜਿਹੜੀ ਉਹਦੇ ਸਿਰ ਤੇ ਅੰਦੋਲਨ ਲੜਿਆ ਜਾ ਰਿਹਾ। ਮੇਰੇ ਖਿਆਲ 'ਚ ਕੋਈ ਸਟੇਟ ਕੀ ਆ ਐਡਾ ਵੱਡਾ ਅੰਦੋਲਨ ਨਹੀਂ ਚਲਾ ਸਕਦਾ। ਸਾਡੇ ਕੋਲੇ ਬਾਬੇ ਨਾਨਕ ਦਾ ਲੰਗਰ ਆ ਜਿਹਦੇ ਸਿਰ ਤੇ ਇਹ ਅੰਦੋਲਨ ਚਲਾਇਆ ਜਾ ਰਿਹਾ। ਕਦੇ ਸਰਕਾਰਾਂ ਵੀ ਡਰੀਆਂ ਹੋਈਆਂ ਨੇ, ਮੋਦੀ ਮਨ ਕੀ ਬਾਤ ਦੇ ਵਿੱਚ ਸਾਨੂੰ ਕੋਈ ਵੇਟੇਜ ਨਹੀਂ ਦੇ ਰਿਹਾ। ਉਹਦਾ ਕਾਰਨ ਕੀ ਹੈ? ਸਿਰਫ ਉਹ ਦਿਖਾਉਣਾ ਚਾਹੁੰਦਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ। ਸਾਡਾ ਜਿਹੜਾ ਸਾਹਮਣਾ ਇੱਕ ਚਤਰ ਚਲਾਕ ਤੇ ਬੇਸ਼ਰਮ ਜਿਹੜਾ ਕੀ ਆ ਹਕੂਮਤ ਆ ਉਹਦੇ ਨਾਲ ਲੱਗਿਆ ਹੋਇਆ। ਅੱਜ ਪਿੰਡਾਂ ਦੇ ਵਿੱਚ ਅਸੀਂ ਦੇਖੀਏ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਨਰੇਗਾ ਦਾ ਕੰਮ ਚੱਲ ਪੈਂਦਾ ਤਾਂ ਕਿਸਾਨ ਜਿਹੜੇ ਹੈਗੇ ਆ ਪਿੰਡਾਂ ਦੇ ਉਹ ਕੀ ਆ ਜਿਹੜੇ ਨਰੇਗਾ ਨੂੰ ਬੜੀ ਨਫ਼ਰਤ ਨਾਲ ਦੇਖਦੇ ਆ। ਅਸੀਂ ਚਾਹੁੰਦਾ ਕਿ ਪੰਜਾਬ ਦੀ ਕਿਸਾਨੀ ਤੇ ਵੀ ਨਰੇਗਾ ਲਾਗੂ ਹੋਵੇ। MSP ਸਾਡਾ ਅਧਿਕਾਰ ਆ, ਉਹਦੇ ਵਾਸਤੇ ਸਰਕਾਰ ਨੂੰ ਕੀ MSP ਦੇ ਵਿੱਚ ਕੀ ਆ ਸਾਨੂੰ ਲਿਖਤੀ ਤੌਰ ਤੇ ਦੇਣਾ ਚਾਹੀਦਾ। ਅਸੀਂ ਜਾਣਦੇ ਹਾਂ MSP ਦੇ ਨਾਲ ਕੁਝ ਨਹੀਂ ਹੋਣਾ, ਉਹਦੇ ਨਾਲ ਸਾਨੂੰ ਪ੍ਰੋਕਿਉਰਮੈਂਟ ਜ਼ਰੂਰੀ ਆ। ਤਾਂ ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਮੱਕੀ ਦੀ, ਸੋਇਆਬੀਨ, ਲਸਣ, ਪਿਆਜ਼ ਤੇ ਆਲੂ, ਇਹਨਾਂ 5 ਫਸਲਾਂ ਦੀ ਜੇ ਸਾਨੂੰ ਨਾਲ ਪ੍ਰੋਕਿਉਰਮੈਂਟ ਦਾ ਪ੍ਰਬੰਧ ਕਰਕੇ ਸਰਕਾਰ ਸਾਨੂੰ MSP ਦੇ ਖਰੀਦਣ ਦੀ ਗਾਰੰਟੀ ਕਰੇ ਤਾਂ ਪੰਜਾਬ ਦੀ ਕਿਸਾਨੀ ਕਿਤੇ ਦੀ ਕਿਤੇ ਜਾ ਸਕਦੀ ਆ। ਹੁਣ ਚੋਕ ਪੋਜੀਸ਼ਨ ਆ ਚੁੱਕੀ ਆ ਤਾਂ ਹੁਣ ਇਹ ਚੋਕ ਪੋਜੀਸ਼ਨ ਨੂੰ ਤੋੜਨ ਵਾਸਤੇ ਸਾਨੂੰ ਇਕੱਠੇ ਰਹਿਣਾ ਵੀ ਜ਼ਰੂਰੀ ਆ ਤੇ ਦੁਬਾਰਾ ਪ੍ਰੈਸ਼ਰ ਬਿਲਡ ਕਰਨਾ ਪਊ, ਜਿਹਦੀ ਕੋਸ਼ਿਸ਼ ਹੁਣ ਕਿਸਾਨ ਜਥੇਬੰਦੀਆਂ ਬੜੇ ਸੋਹਣੇ ਢੰਗ ਨਾਲ ਕਰ ਰਹੀਆਂ ਨੇ। ਟਰੈਕਟਰ ਮਾਰਚ ਹੋ ਰਿਹਾ, 26 ਤਰੀਕ ਦਾ ਅਲਟੀਮੇਟਮ ਦਿੱਤਾ ਜਾ ਚੁੱਕਿਆ। ਜਾਂ ਜਿਹੜੀ ਹਰੇਕ ਚੀਜ਼ ਆ ਖੇਤੀ ਸੰਬੰਧੀ ਜਿਹੜਾ ਹੈਗਾ ਇਹ ਵਿਸ਼ਾ, ਇਹ ਸਟੇਟ ਲਿਸਟ ਦਾ ਵਿਸ਼ਾ, ਅਸੀਂ ਜਾਣਦੇ ਹਾਂ ਸਟੇਟ ਲਿਸਟ ਦਾ ਵਿਸ਼ਾ, ਪਰ ਫਿਰ ਅਸੀਂ MSP ਤੇ ਜਦੋਂ ਕੈਸ਼ ਕ੍ਰੈਡਿਟ ਲਿਮਟ ਵਾਸਤੇ ਉਹਨਾਂ ਦੇ ਡਿਪੈਂਡੈਂਟ ਆ ਤਾਂ ਸਾਨੂੰ ਸੈਂਟਰ ਦੇ ਨਾਲ ਕਿਤੇ ਨਾ ਕਿਤੇ ਕੀ ਆ ਸੁਖਾਵੇਂ ਮਾਹੌਲ ਦੇ ਵਿੱਚ ਕੀ ਆ ਗੱਲ ਕਰਕੇ ਉਹਨਾਂ ਨੂੰ ਆਪਣੀਆਂ ਮੰਗਾਂ ਵਾਸਤੇ ਕੀ ਆ ਤਿਆਰ ਕਰਨਾ ਪਊਗਾ। ਸਿਆਸੀ ਲੋਕਾਂ ਨੇ ਆਪਣੀ ਖੇਡ ਖੇਡਣੀ ਆ, ਅਸੀਂ ਉਹਨਾਂ ਤੋਂ ਬਚਣਾ ਕਿਵੇਂ ਆ? ਉਹਦੇ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਇੱਕ ਗੱਲ ਕਹੀ ਸੀ, ਉੱਥੇ ਵੀ ਜਾ ਕੇ ਅਸੀਂ ਦਿੱਲੀ ਇੱਕੋ ਗੱਲ ਕਹਿੰਦੇ ਆ, ਅਸੀਂ ਬਿੱਲ ਵਾਪਸ ਕਰਾ ਕੇ ਮੁੜਾਂਗੇ ਪਰ ਵਾਪਸ ਆ ਕੇ ਵੀ ਅਸੀਂ ਉੱਜੜਾਂਗੇ। ਕਿਉਂ ਉੱਜੜਾਂਗੇ? ਕਿਉਂਕਿ ਸਾਨੂੰ ਕੀ ਆ ਇੱਕ ਖੇਤੀਬਾੜੀ ਮਾਡਲ ਦੀ ਲੋੜ ਆ, ਕਿਉਂਕਿ ਜਿਹੜੇ ਮਾਡਲ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੇ ਮਾਡਲ ਪਿੱਛੇ ਹੀ ਸੜਕਾਂ 'ਤੇ ਬੈਠੇ ਉਹ ਮਾਡਲ ਨੇ ਸਾਨੂੰ ਪਹਿਲਾਂ ਕੀ ਦਿੱਤਾ ਇਹ ਵਿਚਾਰਨ ਦੀ ਲੋੜ ਆ। 3 ਲੱਖ ਛੋਟਾ ਕਿਸਾਨ ਖੇਤੀ 'ਚੋਂ ਬਾਹਰ ਹੋ ਗਿਆ ਜਿਹੜਾ ਸ਼ਹਿਰਾਂ ਦੇ ਵਿੱਚ ਜਾ ਕੇ ਚੌਂਕੀਦਾਰੇ ਦਾ ਕੰਮ ਕਰ ਰਿਹਾ। ਉਸ ਤੋਂ ਇਲਾਵਾ ਦੇਖੀਏ ਅਸੀਂ ਆਪਦੀ ਮਾਂ ਦੀ ਕੁੱਖ ਇੰਨੀ ਕੁ ਜ਼ਹਿਰੀਲੀ ਕਰ ਲਈ ਕਿ ਪੰਜਾਬ ਦਾ ਕਿਸਾਨ ਜਿਹੜਾ ਕੀ ਆ ਕਣਕ ਪੈਦਾ ਕਰਦਾ ਖੁਦ ਰਾਜਸਥਾਨ 'ਚੋਂ ਲਿਆ ਕੇ ਕਣਕ ਖਾਣੀ ਸ਼ੁਰੂ ਕਰ ਦਿੱਤੀ ਆ ਉਹਨੇ। ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਦੋਸਤੋ, ਜਿੰਨੀ ਵੀ ਸਮੱਸਿਆਵਾਂ ਹੁੰਦੀਆਂ ਨੇ, ਚਾਹੇ ਸਿਆਸੀ ਤੌਰ ਤੇ ਹੋਣ ਚਾਹੇ ਆਰਥਿਕ ਤੌਰ ਤੇ ਹੋਣ, ਉਹਨਾਂ ਦੇ ਪਿੱਛੇ ਜੜ ਹੁੰਦੀ ਹੈ। ਜੜ੍ਹਾਂ ਵੀ ਡੂੰਘੀਆਂ ਹੁੰਦੀਆਂ ਨੇ, ਸਿਆਸਤ ਨਾਲ ਸੰਬੰਧਿਤ ਹੁੰਦੀਆਂ ਨੇ। ਤੇ ਜੋ 3 ਖੇਤੀ ਕਾਨੂੰਨ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਤੇ ਪੰਜਾਬ ਅੱਗ ਵਾਂਗੂ ਉਬਲਿਆ, ਇਹ ਖੇਤੀ ਕਾਨੂੰਨ ਕੀ 5 ਜੂਨ ਨੂੰ ਜਦੋਂ ਇਹ ਆਰਡੀਨੈਂਸ ਆਏ ਸੀ ਇਹਨਾਂ ਦਾ ਪਿਛੋਕੜ ਉਦੋਂ ਸੀ ਜਾਂ ਫਿਰ ਕੋਈ ਕਈ ਸਾਲਾਂ ਤੋਂ ਇਹ ਘਟਨਾਵਾਂ ਚੱਲੀਆਂ ਆ ਰਹੀਆਂ ਸੀ ਜਿਹਨੂੰ ਲੈ ਕੇ ਅੱਜ ਪੰਜਾਬ ਦੇ ਕਿਸਾਨ ਤੋਂ ਜਿਵੇਂ ਕਹਿ ਨਹੀਂ ਦਿੰਦੇ ਹੈਗੇ ਕਿ ਆਪਾਂ MSP ਤਾਂ ਸਰਕਾਰ ਦਾ ਕਹਿਣਾ ਕਿ ਹਰਿਆਣਾ ਤੇ ਪੰਜਾਬ 'ਚ ਹੀ ਹੈ, ਤਾਂ ਫਿਰ ਅਲੱਗ-ਅਲੱਗ ਸੂਬਿਆਂ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਕਿਉਂ ਨੇ? 5 ਜੂਨ ਨੂੰ ਆਰਡੀਨੈਂਸ ਆਏ ਸੀ, ਉਸ ਤੋਂ ਬਾਅਦ ਰਾਸ਼ਟਰਪਤੀ ਨੇ ਸਾਈਨ ਕੀਤੇ, ਕਾਨੂੰਨ ਬਣ ਗਏ ਸੀ। ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਸੰਘਰਸ਼, ਇਹ ਅੱਜ ਦਿੱਲੀ ਤੱਕ ਪੁੱਜਿਆ। ਪੰਜਾਬ ਹਰਿਆਣਾ ਦੇ ਨਾਲ ਮਦਦ ਕੀਤੀ ਤੇ ਹੋਰ ਸੂਬਿਆਂ ਵੀ ਉਹ ਨਾਲ ਸਪੋਰਟ ਕਰ ਰਹੇ ਨੇ। ਪੰਜਾਬ ਤੇ ਹਾਲਾਤ ਕੋਈ ਸੁਖਾਵੇਂ ਨਹੀਂ ਰਹੇ ਸ਼ੁਰੂ ਤੋਂ। ਪੰਜਾਬ ਸ਼ੁਰੂ ਤੋਂ ਸੰਘਰਸ਼ਾਂ ਦੇ ਵਿੱਚ ਤੋਂ ਉੱਭਰਦਾ ਆਇਆ ਹੈ। 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਸ ਤੋਂ ਬਾਅਦ ਲਗਾਤਾਰ 1955 ਦੇ ਵਿੱਚ ਪਾਣੀਆਂ ਦੇ ਐਕਟ ਦੇ ਸਮਝੌਤੇ ਹੋਣੇ। ਇੱਕ ਆਰਥਿਕ ਪੱਖੋਂ ਜਿੱਥੋਂ ਪੰਜਾਬ ਨੂੰ ਉਭਾਰ ਮਿਲ ਸਕਦਾ ਸੀ, ਉਹ ਆਰਥਿਕ ਪੱਖੋਂ ਪੰਜਾਬ ਨੂੰ ਕੰਗਾਲ ਕੀਤਾ ਗਿਆ। 1 ਨਵੰਬਰ 1966 ਨੂੰ ਫਿਰ ਪੰਜਾਬ ਹੋਂਦ ਦੇ ਵਿੱਚ ਆਉਂਦਾ, ਹਰਿਆਣੇ ਵਰਗੇ ਸੂਬੇ ਅਲੱਗ ਕੱਢ ਦਿੱਤੇ ਜਾਂਦੇ ਨੇ। ਫਿਰ 84 ਵਾਪਰਦੀ ਹੈ, ਉੱਥੋਂ ਪੰਜਾਬ ਉੱਭਰਦਾ, 12 ਸਾਲ ਦਾ ਖਾੜਕੂ ਦੌਰ ਪੰਜਾਬ ਹੰਢਾਉਂਦਾ ਤੇ ਉਸ ਤੋਂ ਬਾਅਦ ਜੋ ਇੱਕੋ ਇੱਕ ਪੰਜਾਬ ਦਾ ਰਾਹ ਸੀ ਖੇਤੀ ਦਾ, ਉਸ ਰਾਹ 'ਤੇ ਵੀ ਉਸ ਇਕੋਨਮੀ 'ਤੇ ਪੰਜਾਬ ਦੀ ਸੱਟ ਮਾਰੀ ਗਈ ਹੈ ਨਾ ਕਾਨੂੰਨਾਂ ਲੈ ਕੇ ਆ ਕੇ। ਤੇ ਲਗਾਤਾਰ ਤੁਸੀਂ ਸਾਡੇ ਚੈਨਲ ਜ਼ਰੀਏ, ਚੈਨਲ ਪੰਜਾਬੀ ਡਾਕ ਜ਼ਰੀਏ ਕਵਰੇਜ ਦੇਖ ਰਹੇ ਹੋ ਕਿ ਆਖਿਰ ਕਿਸਾਨਾਂ ਦਾ ਮਸਲਾ ਇਹ ਕਿੱਥੇ ਤੱਕ ਪਹੁੰਚਿਆ। ਸਰਕਾਰ ਨਾਲ ਜਿੰਨੀਆਂ ਮੀਟਿੰਗਾਂ ਹੋਈਆਂ ਸੀ ਉਹ ਮੀਟਿੰਗਾਂ ਬੇਸਿੱਟਾ ਰਹੀਆਂ, ਕਿਸੇ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲ ਕੇ ਨਹੀਂ ਆ ਸਕਿਆ। ਮੀਟਿੰਗ ਦਰ ਬਾਈ ਮੀਟਿੰਗ ਇਹ ਤਰੀਕਾਂ ਅੱਗੇ ਪੈਂਦੀਆਂ ਜਾ ਰਹੀਆਂ ਨੇ ਤੇ ਹਜੇ ਵੀ ਕੋਈ ਪੋਜ਼ੀਟਿਵ ਪੱਖ ਨਹੀਂ ਲੱਗਦਾ ਕਿ ਮਸਲਾ ਇਹ ਛੇਤੀ ਹੱਲ ਹੋ ਜਾਊਗਾ। ਸੁਪਰੀਮ ਕੋਰਟ ਦੇ ਵਿੱਚ ਵੀ 11 ਜਨਵਰੀ ਤੱਕ ਇਹ ਮਸਲਾ ਟਾਲ ਦਿੱਤਾ ਗਿਆ ਕਿ 11 ਜਨਵਰੀ ਨੂੰ ਸੁਣਵਾਈ ਹੋ ਸਕਦੀ ਹੈ। ਦੂਜੇ ਪਾਸੇ ਸਰਕਾਰ ਦਾ ਕਹਿਣਾ ਕਿ ਸੁਪਰੀਮ ਕੋਰਟ ਦਖਲ ਨਾ ਦੇਵੇ, ਸਾਡੇ ਕਿਸਾਨਾਂ ਦੇ ਨਾਲ ਸਕਾਰਾਤਮਕ ਪੋਜ਼ੀਟਿਵ ਪੱਖ ਦੇ ਵਿੱਚ ਗੱਲ ਚੱਲ ਰਹੀ ਹੈ। ਲਗਾਤਾਰ ਅਸੀਂ ਆਪਣੇ ਚੈਨਲ ਜ਼ਰੀਏ ਅਲੱਗ-ਅਲੱਗ ਕਿਸਾਨ ਆਗੂਆਂ, ਕਿਸਾਨਾਂ ਦੀਆਂ
ਆਮ ਕਿਸਾਨ ਪਰਿਵਾਰਾਂ 'ਚ ਤੁਹਾਡੇ ਨਾਲ ਗੱਲਬਾਤ ਕਰਵਾ ਰਹੇ ਹਾਂ ਤੇ ਅਲੱਗ-ਅਲੱਗ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਜੋ ਇਸ ਮਸਲੇ ਨੂੰ ਬੜੇ ਨੇੜੇ ਤੋਂ ਵਾਚਦੇ ਨੇ ਤੇ ਸਿਆਸਤ ਉੱਤੇ ਜੋ ਬੜੀ ਬੇਬਾਕ ਟਿੱਪਣੀਆਂ ਕਰਦੇ ਨੇ। ਅੱਜ ਵੀ ਸਾਡੇ ਨਾਲ ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰਜੀਤ ਜੀ ਸਾਡੇ ਨਾਲ ਨੇ, ਜੋ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਹਨਾਂ ਨੂੰ ਸੁਣਿਆ ਕਿ ਅਲੱਗ-ਅਲੱਗ ਇਹਨਾਂ ਨੇ ਮੁੱਦਿਆਂ ਉੱਤੇ, ਸਿਆਸਤ ਉੱਤੇ, ਇਕਨੋਮੀ ਉੱਤੇ ਤੇ ਪੰਜਾਬ ਦੇ ਹਾਲਾਤਾਂ ਉੱਤੇ, ਨਸ਼ਿਆਂ ਉੱਤੇ ਬੜੇ ਬੇਬਾਕ ਆਪਣੀ ਰਾਏ ਰੱਖੀ। ਤੇ ਅੱਜ ਵੀ ਸਾਡੇ ਨਾਲ ਪਟਿਆਲਾ ਦੇ ਸਟੂਡੀਓ ਦੇ ਵਿੱਚ ਹਾਜ਼ਰ ਨੇ। ਬਾਈ ਦਾ ਸਵਾਗਤ ਕਰਦੇ ਹਾਂ। ਬਾਈ ਜੀ, ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ ਤੇ। ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜੀ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਤੁਸੀਂ ਦਿੱਲੀ ਜਾ ਕੇ ਆਏ ਹੋ ਤਾਂ ਲਗਾਤਾਰ ਤੁਸੀਂ ਜਦੋਂ ਤੋਂ ਇਹ ਜੂਨ ਤੋਂ ਆਰਡੀਨੈਂਸ ਆਏ ਸੀ ਉਦੋਂ ਤੋਂ ਤੁਸੀਂ ਸਾਰੇ ਸਿਸਟਮ ਨੂੰ ਦੇਖ ਰਹੇ ਹੋ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਵੀਰ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਤੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਣਾ ਕਿ ਇੱਕ ਇਤਿਹਾਸ ਜਿਹੜਾ ਕੀ ਹੈ ਸਿਰਜਿਆ ਜਾ ਰਿਹਾ, ਅਸੀਂ ਉਸ ਦੇ ਚਸ਼ਮਦੀਦ ਹਾਂ। ਇਹ ਇਤਿਹਾਸ ਜਿਹੜਾ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਸਿਰਜਿਆ ਜਾ ਰਿਹਾ, ਇਤਿਹਾਸ ਸਿਰਜਣ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਹੁੰਦਾ ਇਤਿਹਾਸ ਦੇ ਵਿੱਚ ਨਾਮ ਲਿਖਵਾਉਣਾ, ਇੱਕ ਹੁੰਦਾ ਇਤਿਹਾਸ ਬਦਲਣਾ। ਹੁਣ ਸਾਨੂੰ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਬਾਰੇ ਸੋਚਣਾ ਪਊ ਕਿ ਅਸੀਂ ਸਿਰਫ ਇਤਿਹਾਸ ਦੇ ਵਿੱਚ ਨਾਂ ਦਰਜ ਕਰਵਾਉਣਾ, ਕਿਉਂਕਿ ਨਾਂ ਦਰਜ ਕਰਵਾਉਣ ਵਾਲੇ ਗੰਗੂ ਵਰਗੇ ਵੀ ਹੋਏ ਆ ਤੇ ਕਰਤਾਰ ਸਿੰਘ ਸਰਾਭੇ ਵਰਗੇ ਵੀ ਹੋਏ ਆ ਤੇ ਨਾਲ ਕਿਰਪਾਲ ਸਿੰਘ ਵਰਗੇ ਗਦਾਰ ਵੀ ਹੋਏ ਆ। ਸਾਨੂੰ ਦੇਖਣਾ ਪਊ ਅਸੀਂ ਇਤਿਹਾਸ ਬਦਲਣਾ ਜਾਂ ਇਕੱਲਾ ਨਾਮ ਦਰਜ ਕਰਾਉਣਾ। ਅੱਜ ਅਸੀਂ ਉਸ ਪੋਜੀਸ਼ਨ ਦੇ ਵਿੱਚ ਖੜੇ ਆ ਜਿੱਥੇ ਸੰਘਰਸ਼ ਪਹੁੰਚ ਚੁੱਕਿਆ, ਬੜੀ ਜਿਹੜੀ ਨਾਜ਼ੁਕ ਸਥਿਤੀ ਬਣੀ ਹੋਈ ਆ। ਇੱਥੇ ਇੱਕ ਚੀਜ਼ ਸਾਨੂੰ ਦੇਖਣੀ ਪਊਗੀ, ਮੈਂ ਦੱਸਣਾ ਚਾਹੁੰਦਾ, ਕਿਉਂਕਿ ਮੈਂ ਲਗਾਤਾਰ ਉੱਥੋਂ 4 ਵਿਜ਼ਿਟ ਕਰ ਚੁੱਕਿਆ। ਮੈਂ 20 ਦੇ ਦਿਨ ਕਰੀਬ ਦੇ ਦਿਨ ਉੱਥੇ ਗੁਜ਼ਾਰੇ ਨੇ, ਟਰਾਲੀਆਂ ਦੇ ਵਿੱਚ ਰਿਹਾ, ਕਿਉਂਕਿ ਅਸੀਂ ਇੱਕ ਚੀਜ਼ ਸਾਰਾ ਦੇਸ਼ ਸਮਝ ਚੁੱਕਿਆ ਕਿ ਸਾਡੇ ਕਿਸਾਨਾਂ ਦੀ ਨੈਤਿਕ ਤੌਰ ਤੇ ਜਿੱਤ ਹੋ ਚੁੱਕੀ ਆ ਤੇ ਮੋਦੀ ਨੈਤਿਕ ਤੌਰ ਤੇ ਕੀ ਆ, ਹਾਰ ਚੁੱਕਿਆ। ਸਾਰੇ ਦੇਸ਼ ਦੇ ਸਾਹਮਣੇ ਉਹਦੀ ਹਾਰ ਆ ਚੁੱਕੀ ਆ। ਤੇ ਨਾਲ ਹੀ ਮੈਂ ਇੱਕ ਦੱਸਣਾ ਚਾਹੁੰਦਾ ਕਿ ਸਾਡੀ ਜਿੱਤ ਦਾ ਜਿਹੜਾ ਸਿਹਰਾ ਉਹ ਕਿਸਾਨ ਜਿਹੜੇ ਨੌਜਵਾਨ ਨੇ ਤੇ ਕਿਸਾਨ ਜਥੇਬੰਦੀਆਂ, ਉਹਦੇ ਨਾਲ ਨਾਲ ਸਾਡਾ ਜਿਹੜਾ ਪਿਛੋਕੜ ਆ, ਇਤਿਹਾਸਕ ਪਿਛੋਕੜ ਤੇ ਧਾਰਮਿਕ ਪਿਛੋਕੜ, ਮੈਂ ਇਸ ਅੰਦੋਲਨ ਦਾ ਸਭ ਤੋਂ ਵੱਡਾ ਜਿਹੜਾ ਸਿਹਰਾ ਗਾ ਉਹ ਮੈਂ ਦੇਣਾ ਚਾਹੁੰਦਾ ਸਾਡੇ ਬਾਬੇ ਨਾਨਕ ਦੇ ਫਲਸਫੇ ਨੂੰ ਤੇ ਬਾਬੇ ਨਾਨਕ ਦੇ ਲੰਗਰ ਨੂੰ, ਕਿਉਂਕਿ ਉਹਦੀ ਕਰਾਈ ਹੋਈ 20 ਰੁਪਏ ਦੀ FD ਹੈ ਜਿਹੜੀ, ਉਹਦੇ ਸਿਰ ਤੇ ਅੰਦੋਲਨ ਲੜਿਆ ਜਾ ਰਿਹਾ। ਮੇਰੇ ਖਿਆਲ 'ਚ ਕੋਈ ਸਟੇਟ ਕੀ ਆ ਐਡਾ ਵੱਡਾ ਅੰਦੋਲਨ ਨਹੀਂ ਚਲਾ ਸਕਦਾ। ਸਾਡੇ ਕੋਲੇ ਬਾਬੇ ਨਾਨਕ ਦਾ ਲੰਗਰ ਆ ਜਿਹਦੇ ਸਿਰ ਤੇ ਇਹ ਅੰਦੋਲਨ ਚਲਾਇਆ ਜਾ ਰਿਹਾ। ਬਾਈ ਜੀ, ਜਿਵੇਂ ਆਰਡੀਨੈਂਸ ਜਦੋਂ ਇਹ ਆਏ ਸੀ, ਵੱਡੇ ਮੈਗਜ਼ੀਨ ਅੰਗਰੇਜ਼ੀ ਦੇ ਅਖਬਾਰਾਂ ਦਾ ਵੀ ਕਹਿਣਾ ਸੀ ਕਿ ਬੀਜੇਪੀ ਸਰਕਾਰ ਨੂੰ ਆਸ ਨਹੀਂ ਸੀ ਕਿ ਐਡਾ ਇਕੱਠ ਹੋ ਜਾਊਗਾ। ਨੋਟਬੰਦੀ ਹੋ ਗਈ, GST ਹੋ ਗਿਆ, ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣਾ ਹੋ ਗਿਆ। ਉਹਨੂੰ ਲੱਗਦਾ ਸੀ ਕਿ ਬੀਜੇਪੀ ਸਰਕਾਰ ਨੂੰ ਕਰੋਨਾ ਦਾ ਅਸੀਂ ਸਹਾਰਾ ਲੈ ਕੇ ਨਾ ਪਾਸ ਕਰ ਦੇਵਾਂਗੇ ਤੇ ਇੰਨਾ ਵਿਰੋਧ ਨਹੀਂ ਹੋਊਗਾ। ਪਰ ਅੱਜ ਦਿੱਲੀ ਦੇ ਦਰਵਾਜ਼ੇ ਤੇ ਕਿਸਾਨ ਘੇਰ ਕੇ ਬੈਠੇ ਨੇ, ਤਾਂ ਦੂਜੇ ਪਾਸੇ ਸਰਕਾਰ ਇਹ ਬੜਾ ਲਾਈਟਲੀ ਮਸਲਾ ਦਿਖਾ ਰਹੀ ਕਿ ਸਾਨੂੰ ਯਾਰ ਫਰਕ ਨਹੀਂ ਪੈਂਦਾ ਤੁਹਾਡੇ ਇਕੱਠਾਂ ਦੇ ਨਾਲ, ਤੁਸੀਂ ਜਿੰਨਾ ਮਰਜ਼ੀ ਇਕੱਠ ਕਰ ਲਓ। ਇਹ ਸਰਕਾਰ ਨੇ ਇੱਕ ਮਖੌਟਾ ਜਿਹਾ ਪਾਇਆ ਹੋਇਆ ਕਿ ਸਰਕਾਰ ਅੰਦਰੋਂ ਡਰੀ ਤਾਂ ਹੋਈ ਹੈ। ਨਹੀਂ, ਬਿਲਕੁਲ ਬਾਈ ਜੀ, ਸਾਨੂੰ ਸਾਰੇ ਲੋਕਾਂ ਨੂੰ ਇਹ ਗੱਲ ਦਾ ਅਹਿਸਾਸ ਸਾਨੂੰ ਵੀ ਹੈਗਾ ਤੇ ਸਰਕਾਰਾਂ ਵੀ ਡਰੀਆਂ ਹੋਈਆਂ ਨੇ। ਮੋਦੀ ਮਨ ਕੀ ਬਾਤ ਦੇ ਵਿੱਚ ਸਾਨੂੰ ਕੋਈ ਵੇਟੇਜ ਨਹੀਂ ਦੇ ਰਿਹਾ। ਉਹਦਾ ਕਾਰਨ ਕੀ ਹੈ? ਸਿਰਫ ਉਹ ਦਿਖਾਉਣਾ ਚਾਹੁੰਦਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇੰਟਰਨੈਸ਼ਨਲ ਕੀ ਹੈ ਲੈਵਲ ਦੇ ਉੱਪਰ ਮੀਡੀਆ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਮੀਡੀਆ ਨੇ ਗੱਲ ਪਹੁੰਚਾਈ ਆ ਤੇ UNO ਵੱਲੋਂ ਵੀ ਉਹਤੇ ਟਿੱਪਣੀ ਆ ਚੁੱਕੀ ਹੈ ਇਸ ਦੇ ਉੱਪਰ। ਬਾਹਰਲੇ ਪ੍ਰਧਾਨ ਮੰਤਰੀ ਬਾਹਰਲੇ ਦੇਸ਼ਾਂ ਦੇ ਉਹ ਵੀ ਇਹਦੇ ਉੱਪਰ ਕੀ ਆਪਣੀ ਰਾਏ ਦੇ ਰਹੇ ਨੇ। ਇੱਕ ਦੋ ਤਿੰਨ ਚੀਜ਼ਾਂ ਸਰ ਜਿਹੜੀਆਂ ਮੈਂ ਤੁਹਾਡੇ ਚੈਨਲ ਥਰੂ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਕੁਝ ਗੱਲਾਂ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਆ, ਜਿਹੜਾ ਕਿ ਅਸੀਂ ਜਾ ਕੇ ਉੱਥੇ ਵੀ ਕਰਵਾ ਰਹੇ ਹਾਂ। ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਇਹ ਸੰਘਰਸ਼ ਲੜ ਰਹੀਆਂ ਨੇ, ਉਹਨਾਂ ਨਾਲ ਅਸੀਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਸਾਹਮਣਾ ਇੱਕ ਚਤਰ ਚਲਾਕ ਤੇ ਬੇਸ਼ਰਮ ਜਿਹੜਾ ਕੀ ਆ ਹਕੂਮਤ ਆ ਉਹਦੇ ਨਾਲ ਲੱਗਿਆ ਹੋਇਆ। ਤੇ ਇਹ ਲੜਾਈ ਕੋਈ SDM ਨਾਲ ਜਾਂ ਬੈਂਕ ਮੈਨੇਜਰਾਂ ਨਾਲ ਜਾਂ ਅਸੀਂ ਜੇ ਕਹੀਏ ਕੋਈ ਦਵਾਈ ਵਾਲੇ ਡੀਲਰਾਂ ਜਾਂ ਆੜ੍ਹਤੀਆਂ ਨਾਲ ਨਹੀਂ ਸਾਡੀ ਲੜਾਈ ਹੈਗੀ। ਇਹ ਲੜਾਈ ਜਿਹੜੀ ਸਾਨੂੰ ਲੜਨੀ ਪੈਣੀ ਹੈ, ਇਹਦੇ ਵਾਸਤੇ ਸਾਨੂੰ ਸੋਚ ਦਾ ਜਿਹੜਾ ਦਾਇਰਾ ਉਹ ਵੀ ਵਿਸ਼ਾਲ ਕਰਨਾ ਪਊਗਾ। ਹੁਣ ਤੱਕ ਸਰਕਾਰ ਨੇ ਸਾਡੇ ਅੱਗੇ ਇੱਕ ਬਿੱਲ ਲੈ ਕੇ ਆਂਦਾ, ਬਿਹਤਰੀ ਦਾ ਕਹਿ ਕੇ ਲੈ ਕੇ ਆਂਦਾ। ਉਸ ਤੋਂ ਬਾਅਦ ਕੀ ਆ, ਉਹਦੇ ਵਿੱਚ ਜਿਹੜੀਆਂ ਸੋਧਾਂ ਕਰਨੀਆਂ ਉਹਦੇ ਬਾਰੇ ਵੀ ਸਰਕਾਰ ਹੀ ਲੈ ਕੇ ਆ ਰਹੀ ਆ। ਪਰ ਮੈਂ ਅੱਜ ਇੱਕ ਬੇਨਤੀ ਕਰਨਾ ਚਾਹੁੰਦਾ ਕਿਸਾਨ ਜਥੇਬੰਦੀਆਂ ਨੂੰ ਕਿ ਅਸੀਂ ਕਿਤੇ ਨਾ ਕਿਤੇ ਕਿ ਸਾਡਾ ਮਨ ਮਹਿਸੂਸ ਕਰ ਰਿਹਾ, ਕਿਉਂਕਿ ਅਜੇ ਤੱਕ ਅਸੀਂ ਕਿਸੇ ਤਰ੍ਹਾਂ ਦਾ ਸਪਸ਼ਟ ਖਾਲਡਾ ਜਿਹੜਾ ਉਹ ਸਰਕਾਰ ਦੇ ਅੱਗੇ ਨਹੀਂ ਰੱਖ ਸਕੇ, ਜਿਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਰੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਤੇ ਖਪਤਕਾਰਾਂ ਨੂੰ ਸਾਰਿਆਂ ਨੂੰ ਕਲਾਵੇ ਵਿੱਚ ਲੈ ਕੇ ਅਸੀਂ ਖਾਲਡਾ ਘੜ ਕੇ ਸਰਕਾਰ ਦੇ ਅੱਗੇ ਰੱਖੀਏ। ਅਸੀਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਅੰਦੋਲਨ ਦੇ ਵਿੱਚ ਅਸੀਂ ਦਿੱਲੀ ਪਹੁੰਚੇ ਹਾਂ, ਪਹਿਲੀ ਮੀਟਿੰਗ ਤੋਂ ਬਾਅਦ ਹੀ ਲੋਕ ਅਧਿਕਾਰ ਲਹਿਰ ਵੱਲੋਂ 3-4 ਸੁਝਾਅ ਅਸੀਂ ਅੱਗੇ ਰੱਖੇ ਸੀਗੇ ਕਿਸਾਨ ਜਥੇਬੰਦੀਆਂ ਦੇ ਅੱਗੇ, ਕਿਉਂਕਿ ਅਸੀਂ ਪਹਿਲਾਂ ਸੋਚਦੇ ਸੀ ਸ਼ਾਇਦ ਇਹਦਾ ਜਿਹੜਾ ਹੱਲ ਆ ਉਹ ਸੋਧਾਂ ਦੇ ਦੁਆਰਾ ਕਰਵਾਇਆ ਜਾਊ, ਪਰ ਸੋਧਾਂ ਕੱਲੀਆਂ ਕਰਵਾ ਕੇ ਸਾਨੂੰ ਜਿੱਤ ਦਾ ਅਹਿਸਾਸ ਨਹੀਂ ਹੋਣਾ। ਪੰਜਾਬ ਪਹਿਲੀ ਵਾਰੀ ਖੜਾ ਹੋਇਆ ਤੇ ਪੰਜਾਬ ਨੂੰ ਇਹਦੇ ਵਾਸਤੇ ਜਿੱਤ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਆ। ਤੇ ਉਹ ਅਹਿਸਾਸ ਕਰਵਾਉਣ ਵਾਸਤੇ ਅਸੀਂ ਆਖਿਆ ਸੀ ਕਿ 3-4 ਚੀਜ਼ਾਂ ਜੇ ਇਸੇ ਸਰਕਾਰ ਤੋਂ ਇਹ ਪ੍ਰੈਸ਼ਰ ਕੀ ਆ ਬਣਾ ਕੇ ਲੈ ਸਕੀਏ ਤਾਂ ਮੇਰੇ ਖਿਆਲ 'ਚ ਪੰਜਾਬ ਕੀ ਆ ਜਿੱਤ ਜੂ ਇਹ ਲੜਾਈ। ਉਹ 3-4 ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲਾਂ ਬਾਈ ਜੀ ਅਸੀਂ ਕੀ ਆ ਸਰਕਾਰ ਨੇ ਅੱਗੇ ਕੀ ਇੱਕ ਮੰਗ ਰੱਖਣੀ ਚਾਹੁੰਦੇ ਸੀ ਕਿ ਅਸੀਂ ਕਿਸਾਨ ਜਥੇਬੰਦੀਆਂ ਨੂੰ ਇੱਕ ਬੇਨਤੀ ਕੀਤੀ ਸੀ
ਕਿ ਸਾਨੂੰ ਕਾਰਪੋਰੇਟ ਮਾਡਲ ਦਿੱਤਾ ਗਿਆ। ਸਾਡੀ ਜਿਹੜੀ ਲੜਾਈ ਆ ਉਹ ਸਰਕਾਰਾਂ ਨਾਲ ਨਹੀਂ, ਬਲਕਿ ਜਿਹੜੀ ਸਾਡੀ ਲੜਾਈ ਆ ਉਹ ਕਾਰਪੋਰੇਟ ਨਾਲ ਆ, ਤੇ ਕਾਰਪੋਰੇਟ ਨੂੰ ਜਿਹੜੀ ਟੱਕਰ ਆ ਉਹ ਕੋਆਪਰੇਟਿਵ ਮਾਡਲ ਨਾਲ ਦਿੱਤੀ ਜਾ ਸਕਦੀ ਆ। ਬਾਬੇ ਨਾਨਕ ਨੇ ਸਾਨੂੰ ਕਿਰਤ ਕਰੋ ਤੇ ਵੰਡ ਛਕੋ ਜਿਹੜਾ ਫਲਸਫਾ ਦਿੱਤਾ ਉਹ ਕੋਆਪਰੇਟਿਵ ਆ, ਤੇ ਉੱਥੇ ਜਿਹੜਾ ਅੰਦੋਲਨ ਉਹ ਵੀ ਕੋਆਪਰੇਟਿਵ ਮਾਡਲ ਦੇ ਨਾਲ ਹੀ ਚੱਲ ਰਿਹਾ। ਤੇ ਪੰਜਾਬ ਨੂੰ ਬਚਾਉਣ ਵਾਸਤੇ ਵੀ ਸਾਨੂੰ ਕੋਆਪਰੇਟਿਵ ਮਾਡਲ ਕੀ ਅੱਗੇ ਲੈ ਕੇ ਆਉਣਾ ਪਊ। ਅਸੀਂ ਕਿਹਾ ਸੀ ਕਿ ਇਹਨਾਂ ਨੂੰ ਕਹੋ ਸਰਕਾਰ ਦੇ ਅੱਗੇ ਨਾਲ ਅਸੀਂ ਕੀ ਆ ਸੋਧਾਂ ਦੇ ਵਿੱਚ 4 ਚੀਜ਼ਾਂ ਹੋਰ ਲੈ ਕੇ ਆਈਏ। ਉਹ 4 ਚੀਜ਼ਾਂ ਕਿਹੜੀਆਂ ਸੀ? ਪਹਿਲੀਆਂ ਅਸੀਂ ਆਖਿਆ ਸੀ ਕਿ 1 ਲੱਖ ਕਰੋੜ ਦਾ ਸਪੈਸ਼ਲ ਇੱਕ ਪੈਕੇਜ ਲਿਆ ਜਾਵੇ, ਕਿਉਂਕਿ ਸੈਂਟਰ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਇਹ। ਸੈਂਟਰ ਸਰਕਾਰ ਜਦੋਂ 17 ਲੱਖ ਕਰੋੜ ਦੇ ਲੋਨ ਮਾਫ ਕਰ ਸਕਦੀ ਹੈ ਕਾਰਪੋਰੇਟਾਂ ਦੇ, ਤਾਂ ਅਸੀਂ ਕਹਿੰਦੇ 1 ਲੱਖ ਕਰੋੜ ਦਾ ਸਾਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ, ਜਿਹਦੇ ਸਿਰ ਤੇ ਅਸੀਂ ਆਪਦਾ ਕੋਆਪਰੇਟਿਵ ਢਾਂਚਾ ਖੜਾ ਕਰੀਏ। ਉਸ ਤੋਂ ਬਾਅਦ ਇਹੋ ਜਿਹੇ ਮਾਡਲ ਬੇਸ਼ੱਕ 100 ਲੈ ਆਉਣ ਸਾਡੇ ਕੋਲੇ, ਚਾਹੇ 100 ਕੀ ਹੈ ਇਹੋ ਜਿਹੇ ਕਾਰਪੋਰੇਟ ਘਰਾਣੇ ਲਿਆਉਣ, ਸਾਡਾ ਡੱਕਾ ਨਹੀਂ ਵਿਗਾੜ ਸਕਣੇ। ਉਹਦੇ ਵਾਸਤੇ ਸਾਨੂੰ ਕੋਆਪਰੇਟਿਵ ਮਾਡਲ ਖੜਾ ਕਰਨ ਵਾਸਤੇ ਸਾਨੂੰ ਟਾਈਮ ਦਿੱਤਾ ਜਾਵੇ ਤੇ ਸਪੈਸ਼ਲ ਇੱਕ ਪੈਕੇਜ ਦਿੱਤਾ ਜਾਵੇ। ਉਹਦੇ ਨਾਲ ਹੀ ਅਸੀਂ ਇੱਕ ਹੋਰ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਅਸੀਂ ਕੀ ਆ ਜੇ ਨਰੇਗਾ ਲਾਗੂ ਕਰਾਉਣ 'ਚ ਕਾਮਯਾਬ ਹੋਈਏ, ਕਿਉਂਕਿ 2 ਸਟੇਟਾਂ 'ਚ ਆਲਰੇਡੀ ਨਰੇਗਾ ਖੇਤੀਬਾੜੀ ਤੇ ਲਾਗੂ ਆ, ਪਰ ਪੰਜਾਬ 'ਚ ਨਹੀਂ, ਕਿਉਂਕਿ ਸਰਕਾਰ ਕੀ ਆ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੀ ਆ। ਅੱਜ ਪਿੰਡਾਂ ਦੇ ਵਿੱਚ ਅਸੀਂ ਦੇਖੀਏ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਨਰੇਗਾ ਦਾ ਕੰਮ ਚੱਲ ਪੈਂਦਾ ਤਾਂ ਕਿਸਾਨ ਜਿਹੜੇ ਹੈਗੇ ਆ ਪਿੰਡਾਂ ਦੇ, ਉਹ ਕੀ ਆ ਜਿਹੜੇ ਨਰੇਗਾ ਨੂੰ ਬੜੀ ਨਫ਼ਰਤ ਨਾਲ ਦੇਖਦੇ ਆ। ਅਸੀਂ ਚਾਹੁੰਦੇ ਕਿ ਪੰਜਾਬ ਦੀ ਕਿਸਾਨੀ ਤੇ ਵੀ ਨਰੇਗਾ ਲਾਗੂ ਹੋਵੇ। ਨਰੇਗਾ ਦੇ ਵਿੱਚ ਲਿਖਿਆ ਹੋਇਆ 160 ਤਰ੍ਹਾਂ ਦੇ ਕੰਮ ਆ। ਇੱਕ ਬੰਦਾ ਆਪਣੇ ਖੇਤ 'ਚ ਕੰਮ ਕਰਨ ਦੀ ਦਿਹਾੜੀ ਲੈ ਸਕਦਾ, ਆਪਣੀ ਘਰ ਵਾਲੀ ਦੀ, ਤੇ ਆਪਣੇ ਇੱਕ ਨੌਜਵਾਨ ਜੇ ਕੋਈ ਬੱਚਾ ਹੈਗਾ ਤਾਂ ਉਹਦੀ ਦਿਹਾੜੀ ਲੈ ਸਕਦਾ। ਉਹਦੇ 'ਚ ਬੇਸ਼ੱਕ ਉਹ ਆਪਣੇ ਪਸ਼ੂ ਪਾਲਦਾ ਜਾਂ ਹੋਰ ਕੋਈ ਸਹਾਇਕ ਧੰਦਾ ਕਰਦਾ। ਤਾਂ ਪੰਜਾਬ ਦੀ ਕਿਸਾਨੀ ਤੇ ਨਰੇਗਾ ਲਾਗੂ ਕਰਾਉਣ ਵਾਸਤੇ ਅਸੀਂ ਕੀ ਆ ਉਹ ਵੀ ਇੱਕ ਕੀ ਆ ਪੱਖ ਰੱਖ ਸਕਦੇ ਸੀ। ਉਹਦੇ ਨਾਲ ਹੀ ਅਸੀਂ ਇਹਨਾਂ ਬਿੱਲਾਂ ਦੀ ਸਹਾਇਤਾ ਨਾਲ ਅਸੀਂ ਆਖਿਆ ਸੀ ਕਿ ਸਾਨੂੰ ਕਿਉਂ ਨਹੀਂ ਗਰੰਟੀ ਲੈਣੀ ਚਾਹੀਦੀ। MSP ਸਾਡਾ ਅਧਿਕਾਰ ਆ, ਉਹਦੇ ਵਾਸਤੇ ਸਰਕਾਰ ਨੂੰ ਕੀ MSP ਦੇ ਵਿੱਚ ਕੀ ਆ ਸਾਨੂੰ ਲਿਖਤੀ ਤੌਰ ਤੇ ਦੇਣਾ ਚਾਹੀਦਾ। ਤੇ ਉਹਦੇ ਨਾਲ 5 ਚੀਜ਼ਾਂ ਹੋਰ ਚਾਹੀਦੀਆਂ ਸਾਨੂੰ, ਜਿਨ੍ਹਾਂ ਉੱਪਰ MSP ਦੇ ਸਰਕਾਰ ਗਰੰਟੀ ਕਰੇ ਖਰੀਦਣ ਦੀ। ਅਸੀਂ ਜਾਣਦੇ ਹਾਂ MSP ਦੇ ਨਾਲ ਕੁਝ ਨਹੀਂ ਹੋਣਾ, ਉਹਦੇ ਨਾਲ ਸਾਨੂੰ ਪ੍ਰੋਕਿਉਰਮੈਂਟ ਜ਼ਰੂਰੀ ਆ। ਤਾਂ ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਮੱਕੀ ਦੀ, ਸੋਇਆਬੀਨ, ਲਸਣ, ਪਿਆਜ਼ ਤੇ ਆਲੂ, ਇਹਨਾਂ 5 ਫਸਲਾਂ ਦੀ ਜੇ ਸਾਨੂੰ ਨਾਲ ਪ੍ਰੋਕਿਉਰਮੈਂਟ ਦਾ ਪ੍ਰਬੰਧ ਕਰਕੇ ਸਰਕਾਰ ਸਾਨੂੰ MSP ਦੇ ਖਰੀਦਣ ਦੀ ਗਰੰਟੀ ਕਰੇ ਤਾਂ ਪੰਜਾਬ ਦੀ ਕਿਸਾਨੀ ਕਿਤੇ ਦੀ ਕਿਤੇ ਜਾ ਸਕਦੀ ਆ। ਇਹ ਜਿਹੜੀਆਂ 3-4 ਚੀਜ਼ਾਂ ਸੀ ਕਿ ਇਹਨਾਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਅੱਗੇ ਰੱਖੀਆਂ ਸੀ ਕਿ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਮਨਵਾਉਣ 'ਚ ਕਾਮਯਾਬ ਹੁੰਦੇ ਆ ਤਾਂ ਪੰਜਾਬ ਸੌਦਾ ਕਰਾ ਕੇ ਵੀ ਜਿੱਤਿਆ ਮਹਿਸੂਸ ਕਰੂਗਾ। ਕੱਲੀਆਂ ਸੌਦਾ ਨਾਲ ਹੁਣ ਪੰਜਾਬ ਦੇ ਪੁੱਤਾਂ ਨੇ ਨਹੀਂ ਮੰਨਣਾ। ਅਸੀਂ ਕੁਝ ਨਾ ਕੁਝ ਐਕਸਟਰਾ ਲੈ ਕੇ ਮੁੜ ਗਏ। ਅਸੀਂ ਇੱਕ ਪ੍ਰੈਸ਼ਰ ਬਣਾਇਆ ਸੀ ਸਰਕਾਰ ਤੇ, ਉਹ ਪ੍ਰੈਸ਼ਰ ਬਣਾਉਣ ਤੋਂ ਬਾਅਦ 4 ਮੀਟਿੰਗਾਂ ਮਿਲੀਆਂ, ਉਦੋਂ ਬਾਅਦ ਸਰਕਾਰ ਨੇ ਪਾਸੇ ਮੂੰਹ ਕਰ ਲਿਆ, ਕਿਉਂਕਿ ਅਸੀਂ ਜਾਣਦੇ ਹਾਂ ਕਿ ਅਖੀਰ ਨੂੰ ਵਿਸ਼ਵ ਜੰਗਾਂ ਦਾ ਹੱਲ ਵੀ ਟੇਬਲ ਟਾਕ ਤੇ ਬੈਠ ਕੇ ਹੋਇਆ। ਟੇਬਲ ਟਾਕ ਨਾਲ ਹੀ ਹੱਲ ਨਿਕਲਣਾ, ਪਰ ਉਹਦੇ ਵਿੱਚ ਕੀ ਆ ਅਸੀਂ ਖਾਡਾ ਕਿਉਂ ਨਹੀਂ ਕੋਈ ਤਿਆਰ ਕਰ ਰਹੇ। ਕਿਸਾਨ ਜਥੇਬੰਦੀਆਂ, ਨੌਜਵਾਨ ਹੋਰ ਬਥੇਰੇ ਨੇ ਜਿਹੜੇ ਉੱਥੇ ਚੰਗੀ ਸਮਝ ਰੱਖਦੇ ਆ, ਅਰਥਸ਼ਾਸਤਰੀ ਬੜੇ ਬੈਠੇ ਆ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇੱਕ ਖਾਡਾ ਤਿਆਰ ਕਰਕੇ ਅਸੀਂ ਸਰਕਾਰ ਅੱਗੇ ਰੱਖੀਏ। ਸਰਕਾਰ ਸਾਨੂੰ ਖਾਡਾ ਦਿੰਦੀ ਆ, ਅਸੀਂ ਖਾਡਾ ਸਰਕਾਰ ਦੇ ਅੱਗੇ ਬਣਾ ਕੇ ਰੱਖੀਏ, ਜਿਹਦੇ 'ਚ ਮਜ਼ਦੂਰ ਵੀ ਕੀ ਆ ਕਵਰ ਹੋਣ। ਅਸੀਂ ਇੱਕ ਹੋਰ ਗੱਲ ਇੰਪੋਰਟੈਂਟ ਆਖੀ ਸੀ, ਸੈਂਟਰ ਸਰਕਾਰ ਮੰਨ ਚੁੱਕੀ ਆ ਕਿ ਤੁਸੀਂ ਫੀਸ ਮਾਰਕੀਟ ਫੀਸ ਲੈ ਸਕਦੇ ਹੋ। ਹੁਣ ਮਾਰਕੀਟ ਫੀਸ ਲੈ ਸਕਦੇ ਹਾਂ। ਅਸੀਂ ਇੱਕ ਹੋਰ ਚੀਜ਼ ਕਹਿੰਦੇ ਆ ਕਿ ਕਿਤੇ ਨਾ ਕਿਤੇ ਮਜ਼ਦੂਰ ਨੂੰ ਇਹ ਸੰਘਰਸ਼ ਦੇ ਵਿੱਚੋਂ ਮਨਫੀ ਰੂਪ ਦੇ ਵਿੱਚ ਸਰਕਾਰ ਵੀ ਦੇਖ ਰਹੀ ਹੈ, ਤੇ ਅਸੀਂ ਵੀ ਉੱਥੇ ਜਾ ਕੇ ਮਹਿਸੂਸ ਕੀਤਾ ਕਿ ਮਜ਼ਦੂਰਾਂ ਦੀ ਸ਼ਮੂਲੀਅਤ ਘੱਟ ਆ। ਅਸੀਂ ਕਿਹਾ ਸੀ ਕਿ ਮਾਰਕੀਟ ਫੀਸ ਅਸੀਂ ਕਰਾਉਣ ਦੇ ਨਾਲ ਜੇ ਸਰਕਾਰ ਤੋਂ ਬਿੱਲਾਂ ਦੇ ਵਿੱਚ ਇੱਕ ਲਾਈਨ ਪਵਾ ਲਈਏ ਕਿ ਮਾਰਕੀਟ ਫੀਸ ਜਿਹੜੀ ਕਾਰਪੋਰੇਟ ਤੋਂ ਲਈ ਜਾਣੀ ਆ, ਉਹ ਮਾਰਕੀਟ ਫੀਸ ਖਰਚ ਕਿੱਥੇ ਹੋਵੇ। ਅਸੀਂ ਚਾਹੁੰਦੇ ਹਾਂ ਉਹ ਮਜ਼ਦੂਰਾਂ ਦੇ ਜਿਹੜੇ ਕੀ ਆ ਜਾਂ ਨਿਮਨ ਕਿਸਾਨੀ ਆ, ਛੋਟੇ ਕਿਸਾਨ ਆ, ਉਹਨਾਂ ਦੇ ਬੱਚਿਆਂ ਦੀ ਹਾਇਰ ਸਟੱਡੀ ਦੇ ਖਰਚ ਹੋਵੇ। ਤਾਂ ਇਹਦੇ ਨਾਲ ਜਦੋਂ ਮਜ਼ਦੂਰ ਵਰਗ ਵੀ ਸਾਡੇ ਨਾਲ ਉੱਠ ਕੇ ਖੜਾ ਹੋਊਗਾ, ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਸਿਹਤ ਬੀਮਾ, ਹੁਣ ਅੱਜ ਅਸੀਂ ਦੇਖਦੇ ਹਾਂ ਕਿ ਇੱਕ ਆਮ ਮਜ਼ਦੂਰ ਦਾ ਵੀ 20,000 ਤੋਂ ਲੈ ਕੇ 30,000 ਰੁਪਏ ਬਿਮਾਰੀ ਦੇ ਖਰਚ ਹੋ ਰਿਹਾ। ਤਾਂ ਅਸੀਂ ਚਾਹੁੰਦੇ ਹਾਂ ਕਿ ਉਸੇ ਪੈਸੇ ਦੇ ਨਾਲ ਇਹਨਾਂ ਸਾਰਿਆਂ ਦੇ ਕੀ ਆ ਬੀਮੇ ਕਰਾਏ ਜਾਣ, ਮਜ਼ਦੂਰਾਂ ਦੇ ਵੀ, ਕਿਸਾਨਾਂ ਦੇ ਵੀ, ਤਾਂ ਕਿ ਸਾਡਾ ਇਲਾਜ ਫ੍ਰੀ ਦੇ ਵਿੱਚ ਹੋ ਸਕੇ, ਇੱਕ ਟੈਨਸ਼ਨ ਸਾਡੀ ਘਟ ਸਕੇ। ਇਹੀ ਸਾਡੇ 3-4 ਮਾਕੇ ਸੀ ਕਿ ਜਿਹੜੀ ਸਰਕਾਰ ਦੇ ਅੱਗੇ ਰੱਖੇ ਸੀ। ਇਸ ਦੇ ਨਾਲ ਹੀ ਅਸੀਂ ਕਹਿੰਦੇ ਹੁਣ ਇੱਕ ਚੋਕ ਵਾਲੀ ਪੋਜੀਸ਼ਨ ਆ ਗਈ, ਜਿਵੇਂ ਕੁਸ਼ਤੀ 'ਚ ਭਲਵਾਨ ਘੁਲਦੇ ਆ, ਤਾਂ ਉਹਦੇ ਵਿੱਚ ਕੀ ਇੱਕ ਪੋਜੀਸ਼ਨ ਆ ਜਾਂਦੀ ਆ ਜਦੋਂ ਲੋਕ ਦੀ ਪੋਜੀਸ਼ਨ ਆ ਜਾਂਦੀ ਆ, ਜਦੋਂ ਰੈਫਰੀ ਹਟਾ ਕੇ ਫਿਰ ਦੁਬਾਰਾ ਖੜੇ ਕਰ ਦਿੰਦਾ। ਹੁਣ ਚੋਕ ਪੋਜੀਸ਼ਨ ਆ ਚੁੱਕੀ ਆ, ਤਾਂ ਹੁਣ ਇਹ ਚੋਕ ਪੋਜੀਸ਼ਨ ਨੂੰ ਤੋੜਨ ਵਾਸਤੇ ਸਾਨੂੰ ਇਕੱਠੇ ਰਹਿਣਾ ਵੀ ਜ਼ਰੂਰੀ ਆ, ਤੇ ਦੁਬਾਰਾ ਪ੍ਰੈਸ਼ਰ ਬਿਲਡ ਕਰਨਾ ਪਊ, ਜਿਹਦੀ ਕੋਸ਼ਿਸ਼ ਹੁਣ ਕਿਸਾਨ ਜਥੇਬੰਦੀਆਂ ਬੜੇ ਸੋਹਣੇ ਢੰਗ ਨਾਲ ਕਰ ਰਹੀਆਂ ਨੇ। ਟਰੈਕਟਰ ਮਾਰਚ ਹੋ ਰਿਹਾ, 26 ਤਰੀਕ ਦਾ ਅਲਟੀਮੇਟਮ ਦਿੱਤਾ ਜਾ ਚੁੱਕਿਆ। ਇਸ ਦੇ ਨਾਲ ਜਦੋਂ ਵੀ ਹੁਣ ਸਰਕਾਰ ਸਾਡੇ ਨਾਲ ਟੇਬਲ ਟਾਕ ਤੇ ਬੈਠਦੀ ਆ, ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਕੋਈ ਨਾ ਕੋਈ ਖਾੜਾ ਤਿਆਰ ਕਰੋ। ਅਸੀਂ ਆਪਣਾ ਸਪਸ਼ਟ ਖਾੜਾ ਤਿਆਰ ਕਰਕੇ ਸਰਕਾਰ ਦੇ ਅੱਗੇ ਰੱਖੀਏ, ਕਿਉਂਕਿ ਅਸੀਂ ਕਿਤੇ ਨਾ ਕਿਤੇ ਇਸ ਚੀਜ਼ 'ਚ ਪਿੱਛੇ ਆ, ਜਿਹੜਾ ਮੈਨੂੰ ਮਹਿਸੂਸ ਹੁੰਦਾ। ਪਰਸਨਲੀ ਮੈਂ ਆਪਣੀ ਓਪੀਨੀਅਨ ਰੱਖਦਾ, ਤੇ ਸਾਨੂੰ ਲੋੜ ਆ ਅਸੀਂ ਕਿਸੇ ਖਾੜੇ ਦੇ ਕੰਮ ਕਰੀਏ, ਤੇ ਨਾਲ ਦੀ ਨਾਲ ਅਸੀਂ ਕਿਤੇ ਨਾ ਕਿਤੇ ਉਸ ਵਰਗ ਨੂੰ ਵੀ ਨਾਲ ਜੋੜਨ ਦੇ ਵਿੱਚ ਕਿਤੇ ਨਾ ਕਿਤੇ ਅਸਫਲ ਰਹੇ ਹਾਂ, ਕਿਉਂਕਿ ਇਹਨਾਂ ਬਿੱਲਾਂ ਦਾ ਪ੍ਰਭਾਵ ਇੱਕ ਆਮ ਕਿਸਾਨ ਨਾਲੋਂ ਜ਼ਿਆਦਾ ਇਹਨਾਂ ਬਿੱਲਾਂ ਦਾ ਪ੍ਰਭਾਵ ਪੈਣਾ ਕਿਹਨਾਂ ਤੇ ਆ, ਛੋਟੀਆਂ ਸਨਅਤਾਂ ਤੇ ਪੈਣਾ।
ਇੱਕ ਖਪਤਕਾਰ ਤੇ ਪੈਣਾ ਜਿਹੜਾ ਸ਼ਹਿਰ 'ਚ ਰਹਿ ਰਿਹਾ, ਪਰ ਉਹ ਸਾਡੇ ਨਾਲ ਕਿਤੇ ਨਾ ਕਿਤੇ ਮੰਨਫੀ। ਅਸੀਂ 3 ਮਹੀਨਿਆਂ ਤੋਂ ਜਦੋਂ ਪੰਜਾਬ 'ਚ ਕੰਪੇਨ ਕੀਤੀ ਸੀ ਉਦੋਂ ਵੀ ਨਾਲ ਲੈਣਾ ਬਣਦਾ ਸੀ, ਹੁਣ ਵੀ ਸਾਡਾ ਬਣਦਾ ਕਿ ਇਹਨਾਂ ਨੂੰ ਅਸੀਂ ਕੀ ਆ ਨਾਲ ਜੋੜੀਏ ਵੱਧ ਤੋਂ ਵੱਧ। ਬਾਈ ਜੀ, ਤੁਸੀਂ ਗੱਲ ਕੀਤੀ ਕਿ ਕੇਂਦਰ ਆਰਥਿਕ ਪੈਕੇਜ ਦੇਵੇ ਜਿਹਦੇ ਨਾਲ ਅਸੀਂ ਆਪਣੀ ਕਾਰਪੋਰੇਟ ਸੁਸਾਇਟੀਆਂ ਨੂੰ ਖੜੇ ਕਰ ਸਕਦੇ ਹਾਂ। ਉਹ ਤਾਂ ਨਿਚੋੜਨਾ ਚਾਹੁੰਦੇ ਆ ਪੰਜਾਬ ਨੂੰ। ਜੋ 1200 ਕਰੋੜ ਦਾ RDF ਦਾ ਫੰਡ ਸੀ ਆਪਣਾ, ਉਹ ਵੀ ਉਹਨਾਂ ਨੇ ਰੋਕ ਲਿਆ ਤੇ ਮਨਪ੍ਰੀਤ ਸਿੰਘ ਬਾਦਲ ਲੈਣ ਗਏ ਸੀ, ਉਹਨਾਂ ਨੇ ਸਾਫ਼ ਕੋਰੀ ਨਾ ਕਰਤੀ ਉਹ ਪੈਸੇ ਦੇਣ ਤੋਂ। ਦੂਜਾ, ਲੱਗਦਾ ਕਿ ਸਰਕਾਰ ਜਿਵੇਂ ਕਹਿ ਰਹੀ ਹੈ ਕਿ ਅਸੀਂ ਇਹਨੂੰ ਸੰਵਿਧਾਨ ਦੇ ਅੰਡਰ ਲੈ ਕੇ ਅੰਡਰ ਕੌਂਸਟੀਟਿਊਸ਼ਨ ਕਰ ਸਕਦੇ ਹਾਂ MSP ਨੂੰ, ਕਿ ਸਰਕਾਰੀ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਬਰਕਰਾਰ ਰਹੂਗੀ, MSP 'ਤੇ ਖਰੀਦੀਆਂ ਜਾਣਗੀਆਂ, ਸਰਕਾਰੀ ਏਜੰਸੀਆਂ ਹੀ ਖਰੀਦ ਕਰਨਗੀਆਂ। ਜੇਕਰ ਇਹੋ ਜਿਹੀਆਂ ਗੱਲਾਂ ਸਰਕਾਰ ਕਰਦੀ ਹੈ ਕਿ ਅਸੀਂ ਝੋਨੇ ਦੀ ਫਸਲ ਦੀ, ਕਣਕ ਦੀ ਖਰੀਦ ਬਰਕਰਾਰ ਰਹੂਗੀ, ਸਰਕਾਰੀ ਏਜੰਸੀਆਂ ਖਰੀਦ ਕਰਨਗੀਆਂ ਤੇ MSP ਅਸੀਂ MSP ਨੂੰ ਕਾਨੂੰਨ ਬਣਾ ਦਿੰਦੇ ਹਾਂ, ਤੇ ਦੂਜੇ ਪਾਸੇ ਸਰਕਾਰ ਦਾ ਪੈਸਾ ਰੋਕਣਾ, ਫਿਰ ਜਦੋਂ ਪੰਜਾਬ ਨੂੰ ਨਿਚੋੜਨਾ ਚਾਹੁੰਦੇ ਆ ਫਿਰ ਉਹ ਵਿੱਤੀ ਸਹਾਇਤਾ ਦੇਣਗੇ ਕਿਉਂ? ਤੇ ਦੂਜੇ ਪਾਸੇ ਜੇਕਰ ਐਦਾਂ ਦਾ ਕੋਈ ਸਰਕਾਰ ਹੱਲ ਲੈ ਕੇ ਆਉਂਦੀ ਏ ਤਾਂ ਫਿਰ ਕੀ ਕਿਸਾਨ ਜਥੇਬੰਦੀਆਂ ਸਵੀਕਾਰ ਕਰ ਸਕਦੀਆਂ ਇਹਨਾਂ ਐਮੈਂਡਮੈਂਟਾਂ ਨੂੰ ਕਿ ਕਾਨੂੰਨ ਬਣਾ ਦਿੰਦੇ ਹਾਂ ਅਸੀਂ MSP ਨੂੰ? ਬਾਈ ਜੀ, ਜਿਵੇਂ ਤੁਸੀਂ ਗੱਲ ਕੀਤੀ ਆ, ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਆ ਕਿ ਸਰਕਾਰ ਪਹਿਲਾਂ ਸਰਕਾਰ ਸੋਧਾਂ ਵਾਸਤੇ ਵੀ ਨਹੀਂ ਮੰਨ ਰਹੀ ਸੀ। ਸਰਕਾਰ ਇੱਕੋ ਗੱਲ ਤੇ ਜਿੱਦ ਸੀ ਕਿ ਕਾਨੂੰਨ ਚੰਗੇ ਆ, ਪਰ ਸਾਡੇ ਜ਼ਿਮੀਂਦਾਰਾਂ ਨੇ ਕੀ ਆ, ਸਾਡੀਆਂ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਅਹਿਸਾਸ ਕਰਾਇਆ ਕਿ ਕਾਨੂੰਨ ਮਾੜੇ ਕਿਉਂ ਆ, ਤਾਂ ਉਸ ਤੋਂ ਬਾਅਦ ਹੁਣ ਸਰਕਾਰ ਸੋਧਾਂ ਵਾਸਤੇ ਵੀ ਮੰਨੀ ਆ। ਸਰਕਾਰ ਦੀ ਮਜਬੂਰੀ ਆ, ਸਰਕਾਰ ਨੂੰ ਸਹੇ ਦਾ ਨਹੀਂ ਪੈਸੇ ਦਾ ਰੌਲਾ। ਸਰਕਾਰ ਨੂੰ ਹੁਣ 370 ਜਿਹੜੀ ਧਾਰਾ ਤੋੜੀ ਆ, ਕੋਈ ਜੰਮੂ ਕਸ਼ਮੀਰ 'ਚ ਉੱਠ ਕੇ ਖੜਾ ਨਹੀਂ ਹੋਇਆ, ਹੋਰ ਬਥੇਰੇ ਸਟੇਟਾਂ 'ਚ ਧੱਕੇ ਹੋ ਰਹੇ ਆ। ਹੁਣ ਸਰਕਾਰ ਨੂੰ ਕੀ ਆ, ਜੇ ਅਸੀਂ ਇਹ ਮੰਗ ਮੰਨਦੇ ਆ ਤਾਂ ਪੰਜਾਬ ਦੇ ਵਿੱਚੋਂ ਇਕੱਲੇ 'ਚੋਂ ਨਹੀਂ ਬਲਕਿ ਹੋਰ ਸਾਰਾ ਭਾਰਤ ਉੱਠ ਕੇ ਖੜਾ ਹੋਊ ਆਪਣੇ ਆਪਣੇ ਲੋਕਲ ਮੰਗਾਂ ਦੇ ਨਾਲ। ਉਸ ਚੀਜ਼ ਨੂੰ ਦਬਾਉਣ ਵਾਸਤੇ ਸਰਕਾਰ ਚਾਹੁੰਦੀ ਆ ਕਿ ਇਹ ਨੀਤੀ ਨੂੰ ਕਿਤੇ ਨਾ ਕਿਤੇ ਕੀ ਆ ਲਾਗੂ ਕੀਤਾ ਜਾਵੇ। ਹੁਣ ਸੋਧਾਂ ਵਾਸਤੇ ਜੇ ਮੰਨ ਚੁੱਕੇ ਤਾਂ ਸਰਕਾਰ ਤੇ ਜਿਹੜਾ ਪ੍ਰੈਸ਼ਰ ਬਣਿਆ ਹੋਇਆ, ਪ੍ਰੈਸ਼ਰ ਦਾ ਅਸੀਂ ਫਾਇਦਾ ਲੈ ਸਕਦੇ ਹਾਂ। ਸਰਕਾਰ ਨੂੰ ਮਜਬੂਰੀ 'ਚ ਸਾਨੂੰ ਉਹ ਕੀ ਆ ਸਭ ਚੀਜ਼ਾਂ ਦਿਓ, ਪਰ ਸਾਨੂੰ ਇੱਕ ਗੱਲ ਹੋਰ ਬੜੀ ਚੀਜ਼ ਅਹਿਮ ਆ ਜਿਹੜੀ ਸਮਝਣੀ ਚਾਹੀਦੀ ਆ ਕਿ ਸਾਡਾ ਸਾਰਾ ਕੁਝ ਕੀ ਹੈ ਸੈਂਟਰ ਦੇ ਨਾਲ ਜੁੜਿਆ ਹੋਇਆ। ਅਸੀਂ ਸਟੇਟ ਨੂੰ ਅਲੱਗ ਕਰਕੇ ਨਹੀਂ ਦੇ ਸਕਦੇ, ਕਿਉਂਕਿ ਸੈਂਟਰ ਤੇ ਸਟੇਟ ਦੇ ਅਸੀਂ ਮੰਨਦੇ ਹਾਂ ਸਬਜੈਕਟ ਅਲੱਗ-ਅਲੱਗ ਆ। ਹੁਣ ਕਿਹਾ ਜਾਂਦਾ ਕਿ MSP ਹੋ ਗਈ ਜਾਂ ਜਿਹੜੀ ਹਰੇਕ ਚੀਜ਼ ਆ ਖੇਤੀ ਸੰਬੰਧੀ ਜਿਹੜਾ ਹੈਗਾ ਇਹ ਵਿਸ਼ਾ, ਇਹ ਸਟੇਟ ਲਿਸਟ ਦਾ ਵਿਸ਼ਾ, ਅਸੀਂ ਜਾਣਦੇ ਹਾਂ ਸਟੇਟ ਲਿਸਟ ਦਾ ਵਿਸ਼ਾ, ਪਰ ਫਿਰ ਅਸੀਂ MSP ਤੇ ਜਦੋਂ ਕੈਸ਼ ਕ੍ਰੈਡਿਟ ਲਿਮਟ ਵਾਸਤੇ ਉਹਨਾਂ ਦੇ ਡਿਪੈਂਡੈਂਟ ਆ ਤਾਂ ਸਾਨੂੰ ਸੈਂਟਰ ਦੇ ਨਾਲ ਕਿਤੇ ਨਾ ਕਿਤੇ ਕੀ ਆ ਸੁਖਾਵੇਂ ਮਾਹੌਲ ਦੇ ਵਿੱਚ ਕੀ ਆ ਗੱਲ ਕਰਕੇ ਉਹਨਾਂ ਨੂੰ ਆਪਣੀਆਂ ਮੰਗਾਂ ਵਾਸਤੇ ਕੀ ਆ ਤਿਆਰ ਕਰਨਾ ਪਊਗਾ। ਤੁਸੀਂ ਦੂਸਰੀ ਗੱਲ ਕੀਤੀ ਆ ਮਾਰਕੀਟ ਫੀਸ ਦੀ ਕਿ ਉਹਨਾਂ ਨੇ RDF ਦਾ ਹਿਸਾਬ ਲੈ ਲਿਆ। ਮੈਂ ਇੱਕ ਤੁਹਾਡੇ ਚੈਨਲ ਥਰੂ ਗੱਲ ਦੱਸਣੀ ਚਾਹਣਾ ਕਿ ਸਾਡੇ ਨਾਲ ਉਹ ਹਾਲ ਹੋ ਰਿਹਾ ਕਿ ਬਗਾਨੀ ਜਨ ਅਹਿਮਦ ਨੱਚੇ। ਹੁਣ ਜਿਹੜਾ ਪਿਛਲੇ 8 ਸਾਲਾਂ ਤੋਂ RDF ਦਾ ਤੇ ਮੰਡੀ ਫੀਸ ਆ ਜਿਹੜੀ 3-3% ਲਈ ਜਾਂਦੀ ਆ, ਉਹ ਖਰਚ ਕਿੱਥੇ ਹੋ ਰਹੀ ਆ? ਉਹ ਸਾਰੀ ਕੀ ਆ ਸਾਡੇ ਪੋਲੀਟੀਸ਼ੀਅਨ ਲੋਕਾਂ ਦੇ ਢਿੱਡਾਂ 'ਚ ਜਾ ਰਹੀ ਆ, ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੀ ਸਿਆਸਤ ਸਾਨੂੰ ਖਾ ਰਹੀ ਆ। ਹੁਣ ਅਸੀਂ ਕੀ ਆ ਉਹਨਾਂ ਵਾਸਤੇ ਲੜ ਰਹੇ ਹਾਂ। ਪਿੱਛੇ ਜੇ ਇੱਕ ਭਲਵਾਨ ਸੀਗਾ ਐਕਸੀਅਨ ਮਾ ਕੇ ਮੰਡੀ ਬੋਰਡ ਦੇ ਵਿੱਚ ਜਿਹੜਾ 600 ਕਰੋੜ ਤੋਂ ਉੱਪਰ ਦਾ ਗਬਨ ਕਰਕੇ ਗਿਆ, ਜਿਹਨੂੰ ਪਿੱਛੇ ਜੇ ਜੇਲ੍ਹ ਦੇ ਵਿੱਚੋਂ ਜ਼ਮਾਨਤ ਮਿਲੀ ਆ ਅਕਾਲੀ ਦਲ ਦੇ ਦੌਰਾਨ। ਉਸੇ ਤਰ੍ਹਾਂ ਬੜੇ ਲੋਕ ਆ ਜਿਹੜਾ ਪੈਸਾ ਪਿਛਲੇ ਅਸੀਂ ਦੇਖੀ 8 ਸਾਲਾਂ ਤੋਂ ਗਹਿਣੇ ਰੱਖੀ ਹੋਈ ਆਮਦਨ ਹੈ, ਇਹ ਸਾਡੇ ਤੇ ਖਰਚ ਨਹੀਂ ਹੋ ਰਹੀ। ਪੁਰਾਣੇ ਸਮੇਂ 'ਚ ਪਿੰਡਾਂ 'ਚ ਸੜਕਾਂ ਬਣਦੀਆਂ ਸੀ, ਲਿੰਕ ਰੋਡਾਂ ਬਣਦੀਆਂ ਸੀ, ਪਰ ਪਿਛਲੇ 8 ਸਾਲ ਤੋਂ ਪਹਿਲਾਂ ਬਾਦਲ ਸਰਕਾਰ ਨੇ ਗਹਿਣੇ ਰੱਖੀ ਹੋਈ ਸੀ ਇਹ ਆਮਦਨ, ਤੇ ਲੋਨ ਚੱਕਿਆ ਹੋਇਆ ਸੀ ਤੇ ਉਹਨਾਂ ਨੂੰ ਵਰਤਿਆ ਗਲਤ ਢੰਗ ਨਾਲ ਸੀ, ਜਿਹਦਾ ਹਿਸਾਬ ਹੁਣ ਸੈਂਟਰ ਤੋਂ ਮੰਗਿਆ ਗਿਆ ਤੇ ਸਾਡੇ ਕੋਲ ਕੋਈ ਜਵਾਬ ਨਹੀਂ। ਇਸੇ ਤਰ੍ਹਾਂ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਵੀ ਇਹਨੂੰ ਗਲਤ ਤਰੀਕੇ ਨਾਲ ਵਰਤਿਆ, ਇਸੇ ਕਰਕੇ ਸੈਂਟਰ ਨੇ ਹੁਣ ਹਿਸਾਬ ਮੰਗਿਆ ਤੇ ਇਹਨਾਂ ਕੋਲੇ ਜਵਾਬ ਨਹੀਂ। ਸੈਂਟਰ ਵੀ ਸਾਡੇ ਤੇ ਕੀ ਆ ਟੇਢੇ ਤਰੀਕੇ ਨਾਲ ਪ੍ਰੈਸ਼ਰ ਬਣਾਉਣਾ ਬਿਲਡ ਕਰ ਰਿਹਾ। ਸਾਨੂੰ ਪ੍ਰੈਸ਼ਰ ਨੂੰ ਕਿਵੇਂ ਅਸੀਂ ਹੈਂਡਲ ਕਰਨਾ ਹੁਣ ਕਿਸਾਨ ਜਥੇਬੰਦੀਆਂ ਨੇ ਵਿਚਾਰਨਾ। ਬਾਈ, ਸਿਆਸੀ ਹੁਕਮਰਾਨ ਨੇ ਸਾਡੇ, ਇਹ ਖੇਡ ਵੀ ਰਹੇ ਨੇ ਆਰਡੀਨੈਂਸਾਂ ਤੇ। ਬਿਲਕੁਲ ਖੇਡ ਰਿਹਾ ਬਾਈ ਜੀ। ਅਸੀਂ ਪਿਛਲੇ ਦਿਨਾਂ ਤੋਂ ਨਾ ਇੱਕ ਤੁਹਾਡੇ ਨਾਲ ਮੈਂ ਖੇਤੀ ਨੀਤੀ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਇੱਕ ਖੇਤੀ ਨੀਤੀ ਸੀ ਜਿਹੜੀ ਲੋਕ ਅਧਿਕਾਰ ਲਹਿਰ ਪਹਿਲਾਂ 1.5-2 ਸਾਲ ਪਹਿਲਾਂ ਤਿਆਰ ਕੀਤੀ ਸੀ। ਉਹ ਖੇਤੀ ਨੀਤੀ ਕੀ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਜਥੇਬੰਦੀਆਂ, ਕਿਉਂਕਿ ਸਿਆਸੀ ਲੋਕਾਂ ਨੇ ਆਪਣੀ ਖੇਡ ਖੇਡਣੀ ਆ, ਅਸੀਂ ਉਹਨਾਂ ਤੋਂ ਬਚਣਾ ਕਿਵੇਂ ਆ, ਉਹਦੇ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਇੱਕ ਗੱਲ ਕਹੀ ਸੀ, ਉੱਥੇ ਵੀ ਜਾ ਕੇ ਅਸੀਂ ਦਿੱਲੀ ਇੱਕੋ ਗੱਲ ਕਹਿੰਦੇ ਆ, ਅਸੀਂ ਬਿੱਲ ਵਾਪਸ ਕਰਾ ਕੇ ਮੁੜਾਂਗੇ ਪਰ ਵਾਪਸ ਆ ਕੇ ਵੀ ਅਸੀਂ ਉਜੜਾਂਗੇ। ਕਿਉਂ ਉਜੜਾਂਗੇ? ਕਿਉਂਕਿ ਸਾਨੂੰ ਕੀ ਆ ਇੱਕ ਖੇਤੀਬਾੜੀ ਮਾਡਲ ਦੀ ਲੋੜ ਆ, ਕਿਉਂਕਿ ਜਿਹੜੇ ਮਾਡਲ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੇ ਮਾਡਲ ਪਿੱਛੇ ਹੀ ਸੜਕਾਂ ਦੇ ਬੈਠੇ ਉਹ ਮਾਡਲ ਨੇ ਸਾਨੂੰ ਪਹਿਲਾਂ ਕੀ ਦਿੱਤਾ ਇਹ ਵਿਚਾਰਨ ਦੀ ਲੋੜ ਆ। ਹੁਣ ਤੱਕ ਸਾਡੇ ਪਿਛਲੇ 15 ਸਾਲਾਂ ਦੇ ਵਿੱਚ 90,000 ਕਰੋੜ ਦਾ ਸਾਡੇ ਸਿਰ ਕਰਜ਼ਾ ਚੜ੍ਹ ਚੁੱਕਿਆ। ਉਸ ਤੋਂ ਇਲਾਵਾ 3 ਲੱਖ ਛੋਟਾ ਕਿਸਾਨ ਖੇਤੀ 'ਚੋਂ ਬਾਹਰ ਹੋ ਗਿਆ, ਜਿਹੜਾ ਸ਼ਹਿਰਾਂ ਦੇ ਵਿੱਚ ਜਾ ਕੇ ਚੌਂਕੀਦਾਰੇ ਦਾ ਕੰਮ ਕਰ ਰਿਹਾ। ਉਸ ਤੋਂ ਇਲਾਵਾ ਦੇਖੀਏ ਅਸੀਂ ਆਪਦੀ ਮਾਂ ਦੀ ਕੁੱਖ ਇੰਨੀ ਕੁ ਜ਼ਹਿਰੀਲੀ ਕਰ ਲਈ ਕਿ ਪੰਜਾਬ ਦਾ ਕਿਸਾਨ ਜਿਹੜਾ ਕੀ ਆ ਕਣਕ ਪੈਦਾ ਕਰਦਾ ਖੁਦ ਰਾਜਸਥਾਨ 'ਚੋਂ ਲਿਆ ਕੇ ਕਣਕ ਖਾਣੀ ਸ਼ੁਰੂ ਕਰ ਦਿੱਤੀ ਆ ਉਹਨੇ। ਤਾਂ ਇਸ ਮਾਡਲ ਦੇ ਨਾਲ ਮੈਂ ਕਹਿਣਾ ਵੀ ਅੱਜ ਲੋਕਾਂ ਦੇ ਦਿਮਾਗ ਖੁੱਲ੍ਹੇ ਆ, ਨੌਜਵਾਨੀ ਜਾਗੀ ਹੋਈ ਆ। ਅਸੀਂ ਇੱਕੋ ਬੇਨਤੀ ਕਿਸਾਨ ਜਥੇਬੰਦੀਆਂ ਨੂੰ ਵੀ ਕਰਦੇ ਹਾਂ, ਤੁਸੀਂ ਬਿੱਲ ਵਾਪਸ ਕਰਾ ਕੇ ਜਦੋਂ ਵਾਪਸ ਮੁੜਨਾ ਤਾਂ ਉਹਦੇ ਨਾਲ ਨਾਲ ਇੱਕ ਖੇਤੀ ਨੀਤੀ ਦਾ ਖਾੜਾ ਜ਼ਰੂਰ ਉੱਥੇ ਤਿਆਰ ਕਰਕੇ ਲੋਕਾਂ ਦੇ ਮਨਾਂ 'ਚ ਕੀ ਆ ਉਹਨੂੰ ਚਿਤਰਿਆ ਜਾਵੇ, ਤਾਂ ਕਿ ਲੋਕ ਆ ਕੇ ਉਸ ਨੀਤੀ ਤੇ ਚੱਲ ਕੇ ਬਚਾ ਸਕਣ। ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਸਾਨੂੰ ਸਟੇਜਾਂ ਤੋਂ ਪਾਸੇ ਇਸੇ ਕਰਕੇ ਰੱਖ ਰਹੀਆਂ ਨੇ ਲੋਕ ਅਧਿਕਾਰ ਲਹਿਰ ਦੇ ਕਨਸੈਪਟ ਨੂੰ
ਕਿਉਂਕਿ ਅਸੀਂ ਬਾਈ ਜੀ ਪਿਛਲੇ ਸਮੇਂ ਦੌਰਾਨ ਨਾ 1.5 ਸਾਲ ਪਹਿਲਾਂ ਮੈਂ ਘਟਨਾ ਸਾਂਝੀ ਕਰਦਾ, ਅਸੀਂ ਮੋਗੇ ਦੇ ਵਿੱਚ ਫਰੀडम ਫਾਈਟਰ ਭਵਨ ਦੇ ਵਿੱਚ ਇੱਕ ਮੀਟਿੰਗ ਰੱਖੀ ਸੀ। ਉਸ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਨੂੰ ਇੱਕੋ ਬੇਨਤੀ ਕੀਤੀ ਸੀ ਕਿ ਸਾਡਾ ਕੋਈ ਝੰਡਾ ਨਹੀਂ ਹੈ, ਸਾਡੀ ਕੋਈ ਸੰਸਥਾ ਨਹੀਂ ਹੈ, ਤੁਸੀਂ ਆਪਣੇ ਆਪਣੇ ਝੰਡੇ ਲੈ ਕੇ ਇਕੱਠੇ ਹੋਵੋ। ਅਸੀਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਸਾਡੀ ਕੋਈ ਖੇਤੀ ਨੀਤੀ ਨਹੀਂ ਹੈ, ਅਸੀਂ ਕਿਉਂ ਨਾ ਇੱਕ ਖੇਤੀ ਨੀਤੀ ਤਿਆਰ ਕਰੀਏ। ਉਹਦੇ ਜਿਹੜੇ ਸੁਝਾਅ ਸੀਗੇ ਉਹ ਤੁਹਾਡੇ ਨਾਲ ਮੈਂ ਸਾਂਝੇ ਵੀ ਕਰਦਾ। ਉਹ ਸੁਝਾਅ ਅਸੀਂ ਉੱਥੇ ਰੱਖੇ ਸੀਗੇ, ਖੇਤੀ ਨੀਤੀ ਤਿਆਰ ਕੀਤੀ ਜਾਵੇ, ਫਿਰ ਉਹ ਨੀਤੀ ਦੇ ਉੱਤੇ ਪਹਿਰਾ ਦੇਣ ਦੇ ਲਈ ਸਰਕਾਰ ਦੇ ਗਲ 'ਚ ਅੰਗੂਠਾ ਦੇਈਏ। ਉਦੋਂ ਜਥੇਬੰਦੀਆਂ ਕੀ ਆ, ਚਾਹ ਪੀਣ ਗਈਆਂ, ਵਾਪਸ ਨਹੀਂ ਆਈਆਂ। ਕੁਝ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਚੀਜ਼ ਦੇ ਵਹਿਮ ਵੀ ਹੈ ਕਿਤੇ ਸਟੇਜਾਂ 'ਤੇ ਗੱਲ ਛੇੜਨਗੇ, ਪਰ ਮੈਂ ਕਹਿਣਾ ਵੀ ਉਹ ਚੀਜ਼ਾਂ ਅਸੀਂ ਵਾਰ-ਵਾਰ ਸਟੇਜਾਂ 'ਤੇ ਕਹਿ ਚੁੱਕੇ ਹਾਂ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਨੀਤੀ ਘੜਨੀ ਪੈਣੀ ਆ ਜੇ ਪੰਜਾਬ ਦੇ ਵਾਕਈ ਹਿਤੈਸ਼ੀ ਹੈਗੇ ਆ। ਜੇ ਨਿੱਜੀ ਮਫਾਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮੂਵਮੈਂਟ ਨੂੰ ਗਲਤ ਪਾਸੇ ਚਲੀ ਗਈ ਤਾਂ ਪੰਜਾਬ ਦੁਆਰਾ ਉੱਠ ਕੇ ਖੜਾ ਨਹੀਂ ਹੋਣਾ। ਤੁਹਾਨੂੰ ਜਿੱਤ ਦੇ ਨਾਲ ਨਾਲ ਇੱਕ ਮਾਡਲ ਤਿਆਰ ਕਰਨਾ ਪਊ। ਉਹ ਮਾਡਲ ਦੀ ਰੂਪਰੇਖਾ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨਾਲ ਅਸੀਂ ਸਾਂਝੀ ਕੀਤੀ ਆ ਤੇ ਹੁਣ ਵੀ ਜਥੇਬੰਦੀਆਂ ਨਾਲ ਤੁਹਾਡੇ ਚੈਨਲ ਥਰੂ ਮੈਂ ਲੋਕਾਂ ਦੇ ਵਿੱਚ ਵੀ ਇਹ ਰਾਏ ਭੇਜਣੀ ਚਾਹਣਾ। ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਸ ਪੋਸਟ ਦੇ ਥੱਲੇ ਆਪਣੀ ਰਾਏ ਵੀ ਜ਼ਰੂਰ ਦਿਓ ਤਾਂ ਕਿ ਉਸ ਨੂੰ ਵੀ ਅਸੀਂ ਕੀ ਆ ਮੰਨ ਕੇ ਉਹ ਚੀਜ਼ ਨੂੰ ਐਡ ਆਨ ਕਰਕੇ ਕੀ ਅਸੀਂ ਜਾ ਕੇ ਜਥੇਬੰਦੀਆਂ ਨਾਲ ਸਾਂਝੀ ਕਰ ਸਕੀਏ। ਮੈਂ ਬਾਈ ਜੀ ਖੇਤੀਬਾੜੀ ਮਾਡਲ ਤੇ ਥੋੜੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹਣਾ। ਜਿਵੇਂ ਬਾਈ ਜੀ ਅਸੀਂ ਕੀ ਐਥੀਕਲ ਪ੍ਰੀਚਿੰਗ ਆ, ਇੱਕ ਨੈਤਿਕ ਤੌਰ ਤੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਕਿਸਾਨ ਇਸ ਤਰ੍ਹਾਂ ਕਰੇ, ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ। ਮੈਂ ਪੁੱਛਣਾ ਚਾਹਣਾ ਸਰਕਾਰ ਤੋਂ ਵੀ ਕਿ ਕੀ ਕਿਸਾਨ ਖੁਦ ਮਾ ਕੇਸ ਕੀ ਆ ਦਲਦਲ ਦੇ ਵਿੱਚ ਫਸਿਆ ਜਾਂ ਸਾਨੂੰ ਫਸਾਇਆ ਗਿਆ। ਗ੍ਰੀਨ ਰੈਵੋਲੂਸ਼ਨ ਦੇ ਨਾਂ ਤੇ ਸਾਨੂੰ ਕੀ ਇਸ ਦਲਦਲ ਦੇ ਵਿੱਚ ਧੱਕਿਆ ਗਿਆ। ਦੂਸਰਾ ਜਿਹੜਾ ਨੈਰੇਟਿਵ ਕ੍ਰੀਏਟ ਕੀਤਾ ਗਿਆ ਇੱਕ, ਉਹ ਨੈਰੇਟਿਵ ਕੀ ਆ, ਸਭ ਤੋਂ ਪਹਿਲਾਂ ਦੱਸਿਆ ਜਾਂਦਾ ਵੀ ਜਿਹੜਾ ਧੀ ਪੁੱਤ ਨਹੀਂ ਪੜ੍ਹਦਾ ਉਹਨੂੰ ਕਹਿੰਦੇ ਖੇਤੀ 'ਚ ਲਾ ਦਿਓ। ਤਾਂ ਇਹਨੂੰ ਕੀ ਆ ਇੱਕ ਇਸ ਤਰ੍ਹਾਂ ਦਾ ਕਿੱਤਾ ਬਣਾਇਆ ਗਿਆ ਵੀ ਜੇ ਹੋਰ ਕੁਝ ਨਹੀਂ ਤਾਂ ਖੇਤੀ ਦੇ ਵਿੱਚ ਜਾਓ, ਨਹੀਂ ਹੋਰ ਕੰਮ ਕਰ ਲਓ। ਦੂਸਰਾ ਕੀ ਆ, ਇੱਕ ਹੋਰ ਚੀਜ਼ ਤਿਆਰ ਕੀਤੀ ਗਈ ਕਿ ਖੇਤੀ ਘਾਟੇ ਦਾ ਸੌਦਾ। ਮੈਂ ਪੁੱਛਣਾ ਚਾਹਣਾ ਜੇ ਘਾਟੇ ਦਾ ਸੌਦਾ ਫਿਰ ਕਾਰਪੋਰੇਟ ਕਿਉਂ ਇਸ ਫੀਲਡ ਦੇ ਵਿੱਚ ਆਉਣ ਨੂੰ ਤਿਆਰ ਨੇ। ਅਸੀਂ ਜਾਣਦੇ ਹਾਂ ਕਿ ਕਰੋਨਾ ਦੇ ਦੌਰਾਨ ਵੀ 3% ਜੇ ਗਰੋਥ ਰੇਟ ਆਇਆ ਤਾਂ ਇਕੱਲਾ ਖੇਤੀ ਦੇ ਵਿੱਚ ਆਇਆ। ਇਸੇ ਕਰਕੇ ਕਾਰਪੋਰੇਟ ਦਾ ਮੂੰਹ ਹੁਣ ਇੱਧਰ ਨੂੰ ਹੋਇਆ। ਸਾਨੂੰ ਇਹ ਗੱਲਾਂ ਸੋਚਣੀਆਂ ਪੈਣਗੀਆਂ। ਇਹਦੇ ਨਾਲ ਹੀ ਸਾਨੂੰ ਬਾਬੇ ਨਾਨਕ ਦੇ ਫਲਸਫੇ ਨੂੰ ਮੰਨਣਾ ਪਊ। ਬਾਬੇ ਨਾਨਕ ਨੇ ਸਾਨੂੰ ਕੀ ਕਿਹਾ, ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਖਰੀ, ਭੇਖ ਦੁਆਰ। ਉੱਤਮ ਖੇਤੀ ਨੂੰ ਕਿਹਾ ਗਿਆ ਤੇ ਖੇਤੀ ਨੂੰ ਅਸੀਂ ਅਖੀਰ ਦੇ ਵਿੱਚ ਲੈ ਗਏ, ਇਹਨੂੰ ਸਾਨੂੰ ਮੂਹਰੇ ਲਿਆਉਣਾ ਪਊ। ਉਸ ਮਾਡਲ ਵਾਸਤੇ ਸਾਨੂੰ ਕਰਨਾ ਕੀ ਪਊ, ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਖੇਤੀ ਨੂੰ ਨਾ ਛੱਡ ਕੇ ਬਲਕਿ ਕੀ ਆ ਖੁਦ ਕੀ ਆ ਖੇਤੀ ਕਰਨੀ ਸਟਾਰਟ ਕਰਨੀ ਪਊ। ਜਿਹੜੇ ਛੱਡ ਵੀ ਰਹੇ ਨੇ, ਜਿਵੇਂ 3 ਲੱਖ ਫਾਰਮਰ ਬਾਹਰ ਆਇਆ ਖੇਤੀ 'ਚੋਂ, ਉਹ 5 ਏਕੜ ਤੱਕ ਦੇ ਫਾਰਮਰ ਆ। 5 ਏਕੜ ਮੈਂ ਕਹਿੰਦਾ ਵੀ 2.5 ਏਕੜ ਜਾਂ 2 ਏਕੜ ਜ਼ਮੀਨ ਦੇ ਵਿੱਚੋਂ ਵੀ ਬੰਦਾ ਸਰਵਾਈਵਲ ਜੋਗੇ ਕੀ ਆ ਬਹੁਤ ਚੰਗੀ ਇਨਕਮ ਆਪਣੀ ਕੀ ਆ ਜਨਰੇਟ ਕਰ ਸਕਦਾ। ਉਹਦੇ ਵਾਸਤੇ ਸਾਨੂੰ ਚਾਹੀਦਾ ਕਿ ਲੋਕ ਖੁਦ ਆਪ ਖੇਤੀ ਦੇ ਵਿੱਚ ਪੈਣ। ਇਸ ਦੇ ਨਾਲ ਨਾਲ ਬੜੀਆਂ ਚੀਜ਼ਾਂ ਨੇ ਕਿਉਂਕਿ ਖੇਤੀ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਆ ਕਿ ਸਾਡਾ 80% ਕਿਸਾਨ ਉਹ ਆ ਜਿਹੜਾ ਛੋਟਾ ਕਿਸਾਨ ਆ ਜਿਹਨੂੰ ਕੀ ਆ ਇੱਕ ਖੇਤੀ ਮਾਡਲ ਦੀ ਲੋੜ ਆ। ਜਿਹੜਾ ਵੱਡਾ ਕਿਸਾਨ ਆ ਉਹਨੂੰ ਕਿਸੇ ਮਾਡਲ ਦੀ ਲੋੜ ਨਹੀਂ, ਉਹ ਆਪਣੇ ਕੀ ਆ ਹੋਰ ਜਰੀਏ ਕੀ ਆ ਪੈਦਾ ਕਰ ਚੁੱਕਿਆ ਜਾਂ ਜਵਾਕਾਂ ਨੂੰ ਬਾਹਰ ਭੇਜ ਰਹੇ ਆ। ਛੋਟੇ ਕਿਸਾਨ ਨੂੰ ਖੇਤੀਬਾੜੀ ਮਾਡਲ ਦੀ ਲੋੜ ਆ, ਉਹਨੂੰ ਇਹਦੇ ਵਾਸਤੇ ਕਿਸਾਨ ਜਥੇਬੰਦੀਆਂ ਦੇ ਉੱਪਰ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਸਾਨੂੰ ਕੋਈ ਮਾਡਲ ਤਿਆਰ ਕਰਕੇ ਦਿਓ, ਜਿਹਦੇ ਤੋਂ ਬਾਅਦ ਕੀ ਆ ਤਿਆਰ ਕਰਨ ਤੋਂ ਬਾਅਦ ਅਸੀਂ ਸਰਕਾਰ ਦੇ ਗਲ 'ਚ ਅੰਗੂਠਾ ਦੇਈਏ। ਦੂਸਰੀ ਜਿਹੜੀ ਗੱਲ ਆ, ਸਾਨੂੰ ਲੀਹਾਂ ਤੇ ਤਰਜੀਹਾਂ ਬਦਲਣੀਆਂ ਪੈਣਗੀਆਂ। ਲੀਹਾਂ ਤੇ ਤਰਜੀਹਾਂ ਬਦਲਣ ਤੋਂ ਸਾਡਾ ਮਤਲਬ ਦੋਸਤੋ ਇਹੀ ਆ ਕਿ ਸਾਡਾ ਮੁੱਢਲਾ ਸਰੋਤ ਜਿਹੜਾ ਖੇਤੀਬਾੜੀ ਵਾਲਿਆਂ ਦਾ ਆਮਦਨ ਦਾ, ਉਹ ਅਸੀਂ ਕੀ ਆ ਖੇਤੀ ਨੂੰ ਨਾ ਮੰਨੀਏ ਬਲਕਿ ਕੀ ਇਹਨੂੰ ਇੱਕ ਸਹਾਇਕ ਕੀ ਆ ਆਮਦਨ ਦੇ ਤੌਰ ਤੇ ਲਈਏ। ਤੇ ਮੁੱਢਲਾ ਸਾਡਾ ਸਰੋਤ ਜਿਹੜਾ ਪ੍ਰੋਸੈਸਿੰਗ ਹੋਣੀ ਚਾਹੀਦੀ ਆ ਖੇਤੀਬਾੜੀ ਜਿਹੜੇ ਪ੍ਰੋਡਕਟ ਆ ਉਹਨਾਂ ਦੀ। ਜਦੋਂ ਅਸੀਂ ਇਹਦੇ ਵੱਲ ਜਾਵਾਂਗੇ, ਖੁਦ ਤਿਆਰ ਕਰਕੇ ਚੀਜ਼ ਵੇਚਾਂਗੇ, ਤਾਂ ਹੁਣ ਕਾਰਪੋਰੇਟ ਨੇ ਕਰਨਾ ਕੀ ਆ, ਰਾ ਮਟੀਰੀਅਲ ਕੀ ਅਸੀਂ ਤਿਆਰ ਕਰਾਂਗੇ ਤਾਂ ਉਹ ਕਾਰਪੋਰੇਟ ਨੇ ਕਮਾਈ ਕਿੱਥੋਂ ਕਰਨੀ ਆ, ਸਾਨੂੰ ਉਹ ਗੱਲ ਸਮਝਣੀ ਪਊ। ਸਾਨੂੰ ਉਹ ਚੀਜ਼ ਦੇ ਵਿੱਚ ਕੀ ਆ ਖੁਦ ਆਉਣਾ ਪਊ। ਇਸੇ ਕਰਕੇ ਅਸੀਂ ਕੋਆਪਰੇਟਿਵ ਮਾਡਲ ਨੂੰ ਤਰਜੀਹ ਦੇ ਰਹੇ ਹਾਂ। ਸਾਨੂੰ ਪਿੰਡਾਂ ਦੇ ਮੁੰਡਿਆਂ ਨੂੰ ਰਲ ਕੇ ਕੋਈ ਨਾ ਇਹੋ ਜਿਹੀਆਂ ਕੀ ਆ ਕੰਪਨੀਆਂ ਤਿਆਰ ਕਰਨੀਆਂ ਪੈਣਗੀਆਂ ਤੇ ਖੁਦ ਪ੍ਰੋਸੈਸਿੰਗ ਵੱਲ ਆਉਣਾ ਪਊ। ਉਹਨੂੰ ਸਾਨੂੰ ਕੀ ਆ ਮੁੱਢਲਾ ਕਿੱਤਾ ਅਪਣਾਉਣਾ ਪਊਗਾ। ਫੇਰ ਹੀ ਅਸੀਂ ਕੀ ਆ ਇਸ ਮਾਡਲ ਦਾ ਜਿਹੜਾ ਸਾਡੇ ਅੱਗੇ ਹੁਣ ਪਰੋਸਿਆ ਜਾ ਰਿਹਾ ਇਹਦਾ ਫਾਇਦਾ ਫੇਰ ਹੋ ਸਕਦਾ। ਤੇ ਉਸ ਦੇ ਨਾਲ ਹੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਬਰੀਡਰ ਫਾਰਮ ਦੀ ਪੰਜਾਬ ਦੇ ਵਿੱਚ ਬੜੀ ਲੋੜ ਆ। ਹੁਣ ਪੰਜਾਬ 'ਚ ਦੇਖਿਆ ਜਾਵੇ ਤਾਂ ਦੁਆਬੇ ਖੇਤਰ ਦੇ ਵਿੱਚ ਆਲੂਆਂ ਦੇ ਬਰੀਡਰ ਫਾਰਮ ਕੀ ਆ ਕੰਟਰੈਕਟ ਫਾਰਮਿੰਗ ਨਾਲ ਤਿਆਰ ਕਰਵਾ ਰਹੇ ਆ। ਸਾਡੀਆਂ ਲੋਕਲ ਲੈਵਲ ਦੇ ਕੀ ਆ ਜਿਹੜੇ ਬੰਦੇ ਆ ਉਹ ਤਿਆਰ ਕਰਾ ਰਹੇ ਆ। 2500 ਏਕੜ ਦੇ ਵਿੱਚ ਕੀ ਆ, ਇੱਕ ਮੈਨੂੰ ਪਿੱਛੇ ਲੈ ਦਿਨੀ ਇੱਕ ਭਾਈ ਸਾਹਿਬ ਮਿਲੇ ਸੀ, ਉਹ ਦੱਸ ਰਹੇ ਸੀ ਕਿ 2500 ਏਕੜ ਦੀ ਕੀ ਆ ਬਰੀਡਰ ਫਾਰਮ ਬਣਾਇਆ ਹੋਇਆ ਆਲੂਆਂ ਦਾ। ਉਸੇ ਤਰ੍ਹਾਂ ਮਸਤੂਣਾ ਸਾਹਿਬ ਸਾਡੀ ਇੱਕ ਧਾਰਮਿਕ ਸੰਸਥਾ ਜਿਹੜੀ ਖੁਦ ਬੀਜ ਤਿਆਰ ਕਰ ਰਹੀ ਆ ਅਲੱਗ-ਅਲੱਗ ਫਸਲਾਂ ਦੇ ਤੇ ਲੋਕਾਂ ਨੂੰ ਡਿਸਟ੍ਰੀਬਿਊਟ ਸਸਤੇ ਭਾਅ 'ਤੇ ਕਰ ਰਹੀ ਆ। ਅਸੀਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਸਾਰੀਆਂ ਧਾਰਮਿਕ ਸੰਸਥਾਵਾਂ ਜਿਵੇਂ SGPC ਵਰਗੀ ਸੰਸਥਾ, ਉਹ ਸੰਸਥਾਵਾਂ ਵੀ ਬਾਈ ਜੀ 25000 ਏਕੜ ਜ਼ਮੀਨ ਆ। ਮੈਂ ਕਹਿੰਦਾ ਪੰਜਾਬ ਹਰਿਆਣੇ ਤਾਂ ਇਕੱਲੀ SGPC ਕੀ ਆ ਬਰੀਡਰ ਕੀ ਆ ਫਾਰਮ ਤਿਆਰ ਕਰਕੇ ਚੰਗੇ ਬੀਜ ਉਪਲਬਧ ਕਰਵਾ ਸਕਦੀ ਆ। ਉਹਨਾਂ ਵਾਸਤੇ ਸਾਨੂੰ ਡਿਮਾਂਡ ਕਰਨੀ ਚਾਹੀਦੀ ਆ ਤੇ ਇਹਨਾਂ ਨੂੰ SGPC ਵਰਗੀਆਂ ਸੰਸਥਾਵਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਦੀ ਤਰੱਕੀ 'ਚ ਕੀ ਕਰ ਸਕਦੇ ਹਾਂ। ਮੈਂ ਕਹਿਣਾ ਜੇ ਲੋਕਾਂ ਦੇ ਬੋਝੇ 'ਚ ਹੋ ਤਾਂ ਹੀ SGPC ਨੂੰ ਮੱਥੇ ਟੇਕਣਗੇ ਤੇ ਉਹਨਾਂ ਨੂੰ ਆਮਦਨ ਹੋਊਗੀ। ਤਾਂ ਲੋੜ ਆ ਉਹਨਾਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ।
ਇਸ ਦੇ ਨਾਲ ਹੀ ਅਸੀਂ ਕੁਝ ਹੋਰ ਚੀਜ਼ਾਂ ਨੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿ ਸਾਨੂੰ ਜ਼ਮੀਨਾਂ ਦੀ ਤੇ ਲੋਕਾਂ ਦੀ ਤਸਵੀਰ ਵੀ ਦੇਖਣੀ ਪਊ। ਅਲੱਗ-ਅਲੱਗ ਖਿੱਤਿਆਂ ਦੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਨੇ। ਹੁਣ ਜਿਵੇਂ ਕਿੰਨੂਆਂ ਦਾ ਬ੍ਰਾਂਡ ਅਬੋਹਰ ਦਾ ਮਸ਼ਹੂਰ ਆ, ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਿਆੜਕੀ ਦਾ ਗੁੜ ਤੇ ਮਾਂ ਮਸ਼ਹੂਰ ਨੇ। ਇਸੇ ਤਰ੍ਹਾਂ ਸਾਨੂੰ ਆਪਣੇ ਅਲੱਗ-ਅਲੱਗ ਖਿੱਤਿਆਂ ਦੇ ਬ੍ਰਾਂਡ ਤਿਆਰ ਕਰਨੇ ਪੈਣਗੇ। ਮੈਂ ਤਲਵੰਡੀ ਸਾਬੋ ਨੂੰ ਬਿਲੋਂਗ ਕਰਦਾ, ਬਠਿੰਡੇ ਜ਼ਿਲ੍ਹੇ ਦੇ ਵਿੱਚ। ਉੱਥੇ ਨਾਲ ਹੀ ਲਾਲਿਆਣਾ ਪਿੰਡ ਪੈਂਦਾ। ਉਹ ਸਾਰਾ ਪਿੰਡ ਕੀ ਆ, ਉਹ ਪਹਾੜੀ ਮਿਰਚ, ਸ਼ਿਮਲਾ ਮਿਰਚ ਦੀ ਖੇਤੀ ਕਰਦੇ ਆ। ਉਸੇ ਤਰ੍ਹਾਂ ਸਾਡੇ ਨਾਲ ਬੁਰਜ ਮਾਨਸਾ ਪੈਂਦਾ, ਜਿੱਥੇ ਸਾਰਾ ਪਿੰਡ ਹੀ ਸਬਜ਼ੀ ਦੀ ਖੇਤੀ ਕਰਦਾ। ਛੋਟੀ ਕਿਸਾਨੀ ਆ ਪਰ ਬੜੇ ਸੌਖੇ ਨੇ ਲੋਕ। ਤਾਂ ਉਹ ਮਾਡਲਾਂ ਵੱਲ ਸਾਨੂੰ ਆਉਣਾ ਪਊ। ਉਸ ਤੋਂ ਬਾਅਦ ਸਾਨੂੰ ਇਕੋਲੋਜੀਕਲ ਜਿਹੜਾ ਬੈਲੈਂਸ ਆ ਉਹਦੇ ਬਾਰੇ ਵੀ ਸੋਚਣਾ ਪਊਗਾ। ਹੁਣ ਸਾਨੂੰ ਕਿਹਾ ਜਾਂਦਾ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਅਸੀਂ ਨਾ ਲਾਵਾਂਗੇ। ਸਾਨੂੰ ਇਸ ਮਾਡਲ 'ਚ ਧੱਕਿਆ ਕਿਹਨੇ ਆ? ਸਰਕਾਰਾਂ ਨੇ ਧੱਕਿਆ, ਗ੍ਰੀਨ ਰੈਵੋਲੂਸ਼ਨ ਦੇ ਨਾਂ ਤੇ। ਹੁਣ ਸਰਕਾਰ ਜੇ ਵਾਕਈ ਇਹਦੇ ਪ੍ਰਤੀ ਸੁਹਿਰਦ ਹੈਗੀ ਆ ਤਾਂ ਸਰਕਾਰ ਕੀੜੇ ਮਾਰ ਦਵਾਈਆਂ ਤੇ ਬੈਨ ਕਿਉਂ ਨਹੀਂ ਲਾਉਂਦੀ? ਅਸੀਂ ਆਪਣੇ ਆਪ ਕੀ ਆ, ਚੰਗੀ ਜਿਹੜੀ ਹੈਗੀ ਆ ਪ੍ਰੋਡਕਟ ਤਿਆਰ ਕਰਾਂਗੇ ਜਿਹੜੀ ਕਿ ਆਰਗੈਨਿਕ ਹੋਊਗੀ ਤੇ ਸਾਨੂੰ ਆਪਣੇ ਰੇਟ ਵੀ ਵੱਧ ਮਿਲਣਗੇ। ਅਸੀਂ 25 ਮਣ ਝਾੜ ਤੇ ਵੀ ਕੀ ਆ ਸਬਰ ਕਰਨ ਨੂੰ ਤਿਆਰ ਆ। ਪਰ ਸਰਕਾਰ ਨੂੰ ਦਵਾਈਆਂ ਬੰਦ ਕਰੇ, ਸਾਡਾ ਉਹਨਾਂ ਨੂੰ ਕਿ ਅੱਗ ਲਾਈ ਦਿਖਦੀ ਆ। ਪਰ ਸਾਨੂੰ ਉਸ ਮਾਡਲ ਵੱਲ ਜਿਹੜਾ ਕੀ ਆ ਹੋ ਰਿਹਾ। ਹੁਣ ਗ੍ਰੀਨ ਟ੍ਰਿਬਿਊਨਲ ਬਣਾਤੀ, ਪਰ ਗ੍ਰੀਨ ਟ੍ਰਿਬਿਊਨਲ ਨੇ ਸਾਨੂੰ ਦਿੱਤਾ ਕੀ ਆ? ਸਰਕਾਰ ਨੇ ਸਾਨੂੰ ਕੀ ਸਾਧਨ ਦਿੱਤੇ ਆ? ਸਾਡੇ ਕੋਲ ਛੋਟੀ ਕਿਸਾਨੀ ਜ਼ਿਆਦੇ ਆ, ਉਹਨਾਂ ਨੂੰ ਸਾਧਨ ਵੀ ਪ੍ਰੋਵਾਈਡ ਕਰਵਾਉਣੇ ਪੈਣਗੇ। ਤੇ ਨਾਲ ਸਰਕਾਰ ਨੂੰ ਹੁਣ ਮੈਂ ਦੱਸਣਾ ਚਾਹੁੰਦਾ ਭਾਈ ਸਾਹਿਬ ਕਿ ਕਾਰਪੋਰੇਟ ਆ ਨਾ, ਜਿਹੜਾ ਕਾਰਪੋਰੇਟ ਨੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਮਹਿਕਮੇ ਖਤਮ ਕਰਨ ਵੱਲ ਜਾ ਰਿਹਾ। ਤੁਸੀਂ ਜਿਵੇਂ ਗੱਲ ਕੀਤੀ ਸੀ, ਕਾਰਪੋਰੇਟ ਨੇ ਸਾਡੇ ਤੇ ਅਜੇ ਕੁਝ ਨਹੀਂ ਕਰਨਾ, 5-7 ਸਾਲਾਂ 'ਚ ਹਾਵੀ ਨਹੀਂ ਹੋਣਾ। ਸਭ ਤੋਂ ਪਹਿਲਾਂ ਉਹ ਸਾਡਾ ਢਾਂਚਾ ਖਤਮ ਕਰੂ। ਸਾਡਾ ਖੇਤੀਬਾੜੀ ਮਹਿਕਮਾ ਕਾਰਪੋਰੇਟ ਨੇ ਖਤਮ ਕੀਤਾ। ਪਿਛਲੇ ਦਿਨੀ ਖੇਤੀਬਾੜੀ ਮਹਿਕਮੇ 'ਚੋਂ ADO ਦੀਆਂ ਤੇ ਇੰਸਪੈਕਟਰਾਂ ਦੀਆਂ ਪੋਸਟਾਂ ਹੀ ਖਤਮ ਕਰ ਦਿੱਤੀਆਂ ਗਈਆਂ, ਕਿਉਂਕਿ ਕੰਮ ਨਹੀਂ ਕਰਦੇ ਸੀ। ਉਹ ਵਿਹਲੇ ਕਰ ਦਿੱਤੇ ਗਏ ਸੀ। ਤੇ ਜਿਹੜੇ ਮੁਲਾਜ਼ਮ ਉਹ 'ਚ ਕੰਮ ਕਰ ਰਹੇ ਆ ਉਹ ਕਰ ਕੀ ਰਹੇ ਆ? ਫੀਲਡ ਕੰਮ ਕੋਈ ਨਹੀਂ ਕਰਦਾ, ਸਿਰਫ ਦੁਕਾਨਾਂ ਤੇ ਜਾਂਦੇ ਆ। ਰੇਹਾਂ ਸਪਰੇਆਂ ਵਾਲੀਆਂ ਜਿਹੜੀਆਂ ਕੰਪਨੀਆਂ ਹੈਗੀਆਂ, ਕਾਰਪੋਰੇਟ ਘਰਾਣੇ ਆ, ਉਹਨਾਂ ਦੀਆਂ ਦਵਾਈਆਂ ਨੂੰ ਵੇਚਣ ਦੇ ਲੋਕਾਂ ਦੇ ਪ੍ਰੈਸ਼ਰ ਪਾਏ ਜਾ ਰਹੇ ਆ, ਰੁਪਈਆ ਲੈ ਜਾ ਰਿਹਾ। ਤੇ ਹੌਲੀ ਹੌਲੀ ਕੀ ਆ, ਉਹਨਾਂ ਦੀ ਜਿਹੜੀ ਕੀ ਆ ਸਾਖ ਆ ਉਹ ਵੱਢੀ ਜਾ ਰਹੀ ਆ। ਖੇਤੀਬਾੜੀ ਮਹਿਕਮਾ ਵੀ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ। ਉਹਦੇ ਵੱਲ ਵੀ ਸਾਨੂੰ ਕੀ ਆ ਸੋਚਣਾ ਪਊਗਾ। ਤੇ ਇਹਦੇ ਨਾਲ ਨਾਲ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਚੀਜ਼ਾਂ ਕਿਸਾਨ ਕਰ ਸਕਦਾ ਉਹਦੇ ਬਾਰੇ ਗੱਲ ਕੀਤੀ ਹੈ। ਤੇ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ? ਹੁਣ ਦੇਖੋ, ਸਰਕਾਰ ਐਕਸਪੋਰਟ ਇੰਪੋਰਟ ਦਾ ਜਿਹੜਾ ਕੰਮ ਉਹ ਸਰਕਾਰ ਦੇ ਹੱਥ 'ਚ ਆ। ਉਹ ਸੈਂਟਰ ਸਰਕਾਰ ਦਾ ਫੈਸਲਾ, ਇਹ ਸਬਜੈਕਟ ਸੈਂਟਰ ਸਰਕਾਰ ਦਾ। ਹੁਣ ਅਸੀਂ ਗੱਲ ਕਰਦੇ ਹਾਂ ਸਟੇਟ ਦੀ, ਤਾਂ ਸਟੇਟ ਸਿਰਫ ਕੀ ਆ, ਅਸੀਂ ਲੋਕ ਪੈਦਾ ਕਰ ਸਕਦੇ ਹਾਂ। ਉਹਦੇ ਵਾਸਤੇ ਸਾਨੂੰ ਸੈਂਟਰ ਤੇ ਦਬਾਅ ਬਣਾਉਣਾ ਪਊਗਾ। ਸਿਰਫ ਅਸੀਂ ਦਬਾਅ ਬਣਾ ਸਕਦੇ ਹਾਂ, ਕਰ ਕੁਝ ਨਹੀਂ ਸਕਦੇ। ਉਹਦੇ ਵਾਸਤੇ ਵਾਰ-ਵਾਰ ਜਿਵੇਂ ਗੱਲ ਹੁੰਦੀ ਆ, ਸਾਨੂੰ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਰੱਖਣਾ ਪਊ। ਇਹਨਾਂ ਜਥੇਬੰਦੀਆਂ ਨੂੰ ਕੀ ਆ, ਇੱਕ ਗੱਠ ਵੱਜ ਕੇ ਰਹਿਣਾ ਪਊ। ਜੇ ਜਾ ਕੇ ਖਿੰਡ ਗਈਆਂ ਤਾਂ ਪੰਜਾਬ ਨੇ ਫੇਰ ਖਿੰਡ ਜਾਣਾ। ਬੜੀ ਖੁਸ਼ੀ ਆ ਕਿ ਇਹ ਇਕੱਠੇ ਹੋਏ ਆ, ਇਸ ਕਰਕੇ ਇਹਨਾਂ ਨੂੰ ਇਕੱਠੇ ਰਹਿਣਾ ਪਊ। ਹੁਣ ਅਸੀਂ ਵਾਰ-ਵਾਰ ਗੱਲ ਕਰਦੇ ਹਾਂ, ਹੁਣ ਸਟੇਟ ਸਬਜੈਕਟ ਦੀ ਗੱਲ ਕੀਤੀ ਜਾਂਦੀ ਹੈ ਕਿ ਖੇਤੀਬਾੜੀ ਸਟੇਟ ਸਬਜੈਕਟ ਆ, ਪਰ ਇਹਦੀ ਮਾਰਕੀਟਿੰਗ ਵਾਸਤੇ ਸੈਂਟਰ ਵੱਲ ਕਿਉਂ ਦੇਖ ਰਹੇ ਹਾਂ? ਹੁਣ ਸੈਂਟਰ ਨੇ ਕਾਨੂੰਨ ਲੈ ਕੇ ਆਂਦੇ ਆ, ਪਰ ਜੇਕਰ ਅਸੀਂ ਬਹਿਸ ਦੇ ਵਿੱਚ ਪੈ ਜਾਈਏ ਤਾਂ ਅਖੀਰ ਨੂੰ ਸੁਪਰਸੀਡ ਹਮੇਸ਼ਾ ਕੀ ਆ ਸੈਂਟਰ ਨੇ ਕੀਤਾ। ਪਹਿਲਾਂ ਵੀ ਕਾਨੂੰਨ ਬੜੇ ਵਾਰ ਬਣਿਆ, ਸਟੇਟ ਲਿਸਟ ਦੇ ਜਿਹੜੇ ਸੀਗੇ ਕਨਸੈਪਟ, ਉਹਨਾਂ ਦੇ ਸੈਂਟਰ ਹਾਵੀ ਹੋਇਆ, ਸੁਪਰਸੀਡ ਕਰਦਾ, ਕਿਉਂਕਿ ਉਹਨਾਂ ਕੋਲੇ ਪਾਵਰ ਜ਼ਿਆਦਾ। ਉਹਦੇ ਵਾਸਤੇ ਸਾਨੂੰ ਉਹਨਾਂ ਨਾਲ ਸੰਬੰਧ ਵੀ ਸਿਖਾਵੇਂ ਰੱਖਣੇ ਪੈਣਗੇ ਤੇ ਪ੍ਰੈਸ਼ਰ ਬਣਾ ਕੇ ਰੱਖੇ ਜਾ ਸਕਦੇ ਆ, ਜਿਵੇਂ ਹੁਣ ਪ੍ਰੈਸ਼ਰ ਬਣਿਆ। ਉਸੇ ਤਰ੍ਹਾਂ ਜਿਵੇਂ ਅਸੀਂ ਗੱਲ ਕਰਦੇ ਹਾਂ ਫੂਡ ਪ੍ਰੋਸੈਸਿੰਗ ਦੀ, ਹੁਣ ਛੋਟੇ ਲੈਵਲ ਤੇ ਫੂਡ ਪ੍ਰੋਸੈਸਿੰਗ ਅਸੀਂ ਕਰ ਸਕਦੇ ਹਾਂ, ਪਰ ਵੱਡੇ ਲੈਵਲ ਤੇ ਜੇ ਫੂਡ ਪ੍ਰੋਸੈਸਿੰਗ ਦੀ ਗੱਲ ਕਰੀਏ ਉਹਦੇ ਵਾਸਤੇ ਭਾਈ ਸਾਹਿਬ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਨਾ ਕਾਫੀ ਲੰਮੇ ਸਮੇਂ ਤੋਂ ਅਸੀਂ ਸਟੇਜਾਂ ਤੇ ਵੀ ਗੱਲ ਕਰਦੇ ਰਹੇ। ਤੇ ਸਟੇਜਾਂ ਦੇ ਕਿਸਾਨ ਜਥੇਬੰਦੀਆਂ ਸਾਨੂੰ ਇਸੇ ਗੱਲ ਕਰਕੇ ਮਨਾ ਕਰਦੀਆਂ ਰਹੀਆਂ ਕਿ ਤੁਸੀਂ ਬੋਲ ਕੇ ਚਲੇ ਜਾਂਦੇ ਹੋ, ਬਾਅਦ 'ਚ ਲੋਕ ਸਾਨੂੰ ਸਵਾਲ ਕਰਦੇ ਆ ਕਿ ਜਥੇਬੰਦੀਆਂ ਨੇ ਤੁਸੀਂ ਪਹਿਲਾਂ ਕਿਉਂ ਨਹੀਂ ਜਾ ਕੇ ਪਹਿਲਾਂ ਇਹਨਾਂ ਗੱਲਾਂ ਬਾਰੇ ਕਿਉਂ ਨਹੀਂ ਗੱਲ ਕੀਤੀ? ਅਸੀਂ ਕਹਿੰਦੇ ਆ ਕਿ 18 ਵਿਭਾਗ ਨੇ ਪੰਜਾਬ ਦੇ ਵਿੱਚ ਜਿਹੜੇ ਖੇਤੀਬਾੜੀ ਨੂੰ ਤਾਹਾਂ ਚੱਕਣ ਵਾਸਤੇ ਬਣੇ ਆ, ਤੇ ਸਰਕਾਰਾਂ ਨੇ ਸਿਰਫ ਉਹ ਚੇਅਰਮੈਨੀਆਂ ਦੇਣ ਨੂੰ ਤੇ ਕਰਜ਼ੇ ਲੈਣ ਨੂੰ ਰੱਖ ਰੱਖੇ ਆ। ਜਿਹੜੇ ਮਹਿਕਮੇ ਨੇ ਉਹ ਮਹਿਕਮੇ ਹੈਗੇ ਆ ਮਾਰਕਫੈਡ ਆ, ਵੇਅਰ ਹਾਊਸ ਆ, ਪਣਸਪਾ, ਪਣਸੀੜਾ, ਪੰਜਾਬ ਐਗਰੋ ਐਕਸਪੋਰਟ ਆ, ਖੇਤੀਬਾੜੀ ਯੂਨੀਵਰਸਿਟੀ ਆ, ਕਿੰਨੇ ਡਿਪਾਰਟਮੈਂਟ ਨੇ, ਠੀਕ ਆ, 1.5 ਦਰਜਨ ਦੇ ਕਰੀਬ ਵਿਭਾਗ ਨੇ। ਇਹਨਾਂ ਵਿਭਾਗਾਂ ਨੂੰ ਸਰਕਾਰ ਵਿੱਚ ਰੱਖੇ। ਮੈਂ ਕਹਿੰਦਾ ਕੰਟਰੈਕਟ ਫਾਰਮਿੰਗ ਹੋਣੀ ਆ। ਮੈਂ ਕਹਿੰਦਾ ਕੰਟਰੈਕਟ ਫਾਰਮਿੰਗ ਦੇ ਵਿੱਚ ਇਹਨਾਂ ਨੂੰ ਇੱਕ ਧਿਰ ਬਣਾ ਕੇ ਵਿੱਚ ਲਿਆ ਜਾਵੇ ਤਾਂ ਕਿ ਕਿਸਾਨ ਦੇ ਹਿੱਤਾਂ ਨੂੰ ਬਚਾਇਆ ਜਾ ਸਕੇ, ਇਹਨਾਂ ਤੋਂ ਕੰਮ ਲਿਆ ਜਾਵੇ। ਕੱਲਾ ਵੇਅਰ ਹਾਊਸ ਡਿਪਾਰਟਮੈਂਟ ਕੋਲੇ ਇੰਨੇ ਕੁ ਗੋਦਾਮ ਬਣੇ ਹੋਏ ਆ ਸ਼ਹਿਰੀ ਖੇਤਰ ਦੇ ਵਿੱਚ, ਕੱਲੀਆਂ ਦਾਲਾਂ ਦਾ ਕੰਮ ਉਹਨੂੰ ਸੌਂਪ ਦਿੱਤਾ ਜਾਵੇ। ਮੇਰੇ ਖਿਆਲ 'ਚ 50% ਦਾਲਾਂ ਤਿਆਰ ਕਰੇ ਤਾਂ ਉਹਦੀ ਪ੍ਰੋਕਿਉਰਮੈਂਟ ਵੀ ਹੋ ਸਕਦੀ ਆ। ਸਾਡੇ ਕੋਲ ਇਹਨਾਂ ਜ਼ਬਰਦਸਤ ਢਾਂਚਾ ਕਿਸੇ ਸਟੇਟ ਕੋਲੇ ਨਹੀਂ ਹੈ। ਉਹ ਢਾਂਚੇ ਤੋਂ ਅਸੀਂ ਕੰਮ ਲੈਣ ਹੀ ਲਾ ਲਈਏ ਤਾਂ ਇਹੋ ਜਿਹੇ ਕਾਨੂੰਨ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੇ। ਇਹ ਵੀ ਸਾਨੂੰ ਕੀ ਆ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਉੱਪਰ ਕੀ ਆ ਪ੍ਰੈਸ਼ਰ ਬਣਾਉਣਾ ਪਊ। ਅਸੀਂ ਅਕਸਰ ਵੀਡੀਓ ਦੇ ਵਿੱਚ ਵੀ ਗੱਲ ਕਰਦੇ ਹੁੰਦੇ ਆ ਕਿ ਵੇਰਕਾ ਸਾਡੇ ਪੰਜਾਬ ਦਾ ਅਦਾਰਾ, ਪੰਜਾਬ ਸਰਕਾਰ ਦਾ ਅਦਾਰਾ, ਨੈਸਲੇ ਇੱਕ ਬਾਹਰਲੀ ਕੰਪਨੀ, ਉਹ ਸਾਨੂੰ ਆ ਕੇ ਕੀ ਆ ਲੁੱਟ ਨਹੀਂ ਸਕੀ। ਕਿਉਂ ਨਹੀਂ ਲੁੱਟ ਸਕੀ? ਕਿਉਂਕਿ ਨੈਸਲੇ ਜਿਹੜੀ ਕੀ ਆ ਇੱਥੇ ਆ ਕੇ ਸਾਨੂੰ 60 ਪੈਸੇ ਫੈਟ ਦਾ ਰੇਟ ਤਾਂ ਵੱਧ ਦਿੰਦੀ ਆ, ਬਰਾਬਰ ਕੀ ਆ ਸ਼ਰੀਕ ਖੜਾ ਸਰਕਾਰੀ ਵੇਰਕਾ। ਉਸੇ ਤਰ੍ਹਾਂ ਸਾਨੂੰ ਕਾਰਪੋਰੇਟ ਦੇ ਸ਼ਰੀਕ ਖੜੇ ਕਰਨੇ ਪੈਣਗੇ। ਇਹ ਕਾਰਪੋਰੇਟ ਕੀ ਆ, ਜੇ ਸਰਕਾਰਾਂ ਜਿਵੇਂ ਹੁਣ ਕੰਮ ਕਰਦੀਆਂ, ਅਮਰਿੰਦਰ ਸਿੰਘ ਦੀ ਸਰਕਾਰ ਆ, ਪਹਿਲਾਂ ਬਾਦਲਾਂ ਦੀ ਸਰਕਾਰ ਆ, ਇਹ ਸਾਡੇ ਸਿਸਟਮ ਨੂੰ ਜਰਜਰਾ ਕਰਨ ਤੇ ਲੱਗੇ ਹੋਏ ਆ। ਜਰਜਰਾ ਕਰਨ ਤੋਂ ਬਾਅਦ ਹੁਣ ਸੈਂਟਰ ਨੇ, ਕਾਰਪੋਰੇਟ ਨੇ ਲਿਆ ਕੇ ਇਹਨਾਂ ਨੂੰ ਬਿਲਕੁਲ ਖਤਮ ਕਰ ਦੇਣਾ 5-7 ਸਾਲਾਂ ਦੇ ਵਿੱਚ, ਫਿਰ ਸਾਨੂੰ ਲੁੱਟਣਾ ਸ਼ੁਰੂ ਕਰਨਗੇ।
ਇਸ ਕਰਕੇ ਸਾਨੂੰ ਇਹਨਾਂ ਵਿਭਾਗਾਂ ਨੂੰ ਬਚਾਉਣ ਦੀ ਲੋੜ ਆ। ਉਹਦੇ ਵਾਸਤੇ ਇੱਕ ਲੜਾਈ ਘਰ ਆ ਕੇ ਲੜਨੀ ਪਊ, ਜਿਹਦੇ ਵਾਸਤੇ ਅਸੀਂ ਪੰਜਾਬ ਦੇ ਪਿੰਡਾਂ 'ਚ ਪੁਰਾਣੇ ਲੰਮੇ ਸਮੇਂ ਤੋਂ ਨਿਕਲੇ ਹੋਏ ਆ। ਤੇ ਲਾਸਟ ਦੇ ਵਿੱਚ ਮੈਂ ਇੱਕੋ ਗੱਲ ਕਰਨੀ ਚਾਹਣਾ ਕਿ ਪੰਜਾਬ ਦਾ ਜਿਹੜਾ ਯੂਥ ਆ ਤੇ ਪੰਜਾਬ ਦਾ ਕਿਸਾਨ ਆ, ਅਸੀਂ ਅੰਨਦਾਤੇ ਕਹਾਉਣੇ ਆ। ਦਾਤਾ ਕੌਣ ਹੁੰਦਾ? ਜਿਹੜਾ ਮੁਫਤ ਦੇ ਵਿੱਚ ਕੋਈ ਚੀਜ਼ ਦਿੰਦਾ। ਅਸੀਂ ਮੁਫਤ 'ਚ ਕੀ ਦਿੰਦੇ ਆ? ਅਸੀਂ ਅੰਨਦਾਤੇ ਨਹੀਂ। ਸਾਨੂੰ ਹੁਣ ਕੀ ਆ, ਬਿਜ਼ਨਸਮੈਨ ਬਣਨਾ ਪਊ। ਸਾਨੂੰ ਆਪਣੀ ਪ੍ਰੋਡਕਟ ਖੁਦ ਸੇਲ ਕਰਨੀ ਪਊ। ਅਸੀਂ 2 ਰੁਪਏ ਦਾ ਅਨਾਜ ਵੇਚਦੇ ਆ। ਮੰਨ ਲਓ ਸਬਜ਼ੀ ਦੀ ਐਗਜ਼ਾਮਪਲ ਲਾ ਲਓ, ਅਸੀਂ 2 ਰੁਪਏ ਨੂੰ ਕੀ ਆ ਸਬਜ਼ੀ ਵੇਚਦੇ ਆ। ਇੱਕ ਫੜੀ ਵਾਲਾ ਉਹਨੂੰ ਕੀ ਆ ਲੈ ਲੈਂਦਾ 8-10 ਰੁਪਏ 'ਚ, ਉਹ ਤੋਂ ਵੀ ਕਹਾ ਕੀ ਆ ਵੱਡੇ ਮੌਲ ਖਰੀਦ ਲੈਂਦੇ ਆ, ਉਹ 15-20 ਰੁਪਏ 'ਚ ਸਾਨੂੰ ਦੇ ਰਿਹਾ। ਤਾਂ ਖਪਤਕਾਰ ਦੀ ਵੀ ਲੁੱਟ ਹੋ ਰਹੀ ਆ। ਤੇ ਜੇਕਰ ਮੈਂ ਕਹਿਣਾ ਅਸੀਂ ਉਹ ਚੀਜ਼ ਨੂੰ ਕੀ ਆ ਪ੍ਰੋਸੈਸਿੰਗ ਕਰਕੇ ਅੱਗੇ ਲਿਜਾ ਕੇ ਵੇਚੀਏ ਤਿਆਰ ਕਰਕੇ, ਤਾਂ ਮੈਂ ਕਹਿਣਾ ਵੀ ਸਾਨੂੰ ਬੜਾ ਵੱਡਾ ਫਾਇਦਾ ਹੋ ਸਕਦਾ। ਇਸ ਕਰਕੇ ਸਾਨੂੰ ਅੰਨਦਾਤਾ ਨਹੀਂ, ਸਾਨੂੰ ਬਿਜ਼ਨਸਮੈਨ ਕਹਾਉਣ ਦੀ ਲੋੜ ਆ, ਸਾਨੂੰ ਬਿਜ਼ਨਸਮੈਨ ਬਣਨ ਦੀ ਲੋੜ ਆ। ਤੇ ਲਾਸਟ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਏਜੰਡੇ ਵੀ ਅਸੀਂ ਤੈਅ ਕਰੀਏ। ਲੋਕ ਅਧਿਕਾਰ ਲਹਿਰ ਬਾਈ ਜੀ ਪਿਛਲੇ ਲੰਮੇ ਸਮੇਂ ਤੋਂ ਇੱਕ ਗੱਲ ਕਹਿੰਦੀ ਆ ਰਹੀ ਆ ਕਿ ਜਿਹੜੇ ਰਾਜਨੀਤਿਕ ਲੋਕ ਹੈ ਸਾਡੇ ਨੌਕਰ ਆ, ਜਿਹੜੇ ਐਮਐਲਏ ਆ ਸਾਡੇ ਨੌਕਰ ਆ, ਤਨਖਾਹਾਂ ਸਾਡੀਆਂ ਜੇਬਾਂ 'ਚੋਂ ਜਾਂਦੀਆਂ, ਬਾਦਲਾਂ ਨੂੰ, ਕੈਪਟਨਾਂ ਨੂੰ, ਹਰੇਕ ਨੂੰ। ਪਰ ਬਾਈ ਜੀ ਅਸੀਂ ਤਾਂ ਸਵੇਰੇ ਐਮਐਲਏ ਐਮਪੀ ਦੇ ਬਾਰ 'ਚ ਖੜੇ ਹੁੰਨੇ ਆ ਵੀ ਉਹ ਡਰਦੇ ਵੀ ਆ ਘੰਟੀ ਦੱਬਣ ਤੋਂ ਕਿਤੇ ਆ ਕੇ ਯਾਰ ਗੱਲ ਨਾ ਪੈ ਜੇ। ਤੁਸੀਂ ਕਹਿੰਦੇ ਹੋ ਸਾਡੇ ਨੌਕਰ ਨੇ। ਬਾਈ ਜੀ ਇਹੀ ਗੱਲ ਦਾ ਲੋਕਾਂ ਨੂੰ ਅਹਿਸਾਸ ਕਰਾਉਣ ਦੀ ਲੋੜ ਆ। ਲੋਕਾਂ ਨੂੰ ਅਹਿਸਾਸ ਹੋਇਆ ਵੀ ਆ। ਹੁਣ ਤੁਸੀਂ ਇਹ ਦੇਖੋਗੇ ਲੋਕ ਐਤਕੀ ਪਹਿਲੀ ਵਾਰ ਉੱਠ ਕੇ ਸੜਕਾਂ ਤੇ ਆਏ ਆ। ਲੀਡਰ ਸੜਕਾਂ ਤੇ ਆਏ ਕਿ ਨਹੀਂ ਆਏ? ਅੱਜ ਬਿੱਟੂ ਵਰਗੇ ਧਰਨਾ ਲਾਈ ਬੈਠੇ ਆ। ਤੇ ਉਸ ਤੋਂ ਬਾਅਦ ਜੇ ਦੇਖੀਏ, ਮੈਂ ਕਹਿਣਾ ਸਾਡੇ ਅੱਖੀਂ ਦੇਖਣ ਦਾ ਹਾਲ ਆ ਬਾਈ ਜੀ। ਇੱਕ ਬੰਗੀ ਪਿੰਡਾ ਸਾਡੇ ਨਜ਼ਦੀਕ, ਉੱਥੋਂ ਦੇ ਭਰਾ ਬੈਠੇ ਸੀ ਕਿਤੇ, ਉਹਨਾਂ ਕੋਲੇ 3 ਆਮ ਆਦਮੀ ਪਾਰਟੀ ਦੇ ਐਮਐਲਏ ਆ ਕੇ ਉਹਨਾਂ ਨੂੰ ਕਹਿੰਦੇ ਸਾਡੇ ਨਾਲ ਚੱਲੋ। ਉਹਨਾਂ ਨੂੰ ਕਹਿੰਦੇ ਅਸੀਂ ਨਾਲ ਨਹੀਂ ਜਾਣਾ ਤੁਹਾਡੇ। ਉਹ ਕਹਿੰਦੇ ਝੰਡਾ ਦੇ ਦਿਓ। ਕਹਿੰਦੇ ਝੰਡਾ ਸਾਡਾ ਕਮਾਇਆ ਹੋਇਆ ਝੰਡਾ, ਇਹ ਤੁਹਾਡੀ ਪਾਰਟੀਆਂ ਵਾਲੇ ਝੰਡੇ ਨਹੀਂ। ਇੰਨੀ ਕਮਾ ਕੇ ਬੇਸ਼ੱਕੀ ਨਾਲ ਉਹਨਾਂ ਨੂੰ ਮੋੜਿਆ ਗਿਆ। ਤੁਸੀਂ ਇਹ ਦੇਖੋ ਵੀ ਜਦੋਂ ਲੋਕ ਸੜਕਾਂ ਤੇ ਆ ਜਾਂਦੇ ਤੇ ਲੀਡਰ ਸੜਕਾਂ ਤੇ ਆ ਜਾਂਦੇ ਆ। ਇਸ ਵਾਸਤੇ ਸਾਨੂੰ ਜਾਗਣਾ ਪਊ। ਜਿਵੇਂ ਮੈਂ ਗੱਲ ਕੀਤੀ ਆ ਰਾਜਨੀਤਿਕ ਪਾਰਟੀਆਂ ਦੀ, ਅਸੀਂ ਲੋਕਾਂ ਨੂੰ ਅਹਿਸਾਸ ਕਰਾਉਣ ਤੇ ਲੱਗੇ ਹੋਏ ਆ। ਪਿਛਲੇ 2 ਸਾਲਾਂ ਤੋਂ ਅਸੀਂ ਪਿੰਡਾਂ ਜਾ ਕੇ ਜਿਹੜਾ ਪ੍ਰੋਗਰਾਮ ਕਰਦੇ ਆ, ਅਸੀਂ ਕਹਿੰਦੇ 45 ਮਿੰਟ ਸਾਨੂੰ ਸਮਾਂ ਦੇ ਦਿਓ ਪਿੰਡ ਦੇ ਵਿੱਚ ਇੱਕ ਗੱਲ ਰੱਖਣ ਦਾ। ਉਸ ਤੋਂ ਬਾਅਦ ਅਕਾਲੀ ਕਾਂਗਰਸੀ ਆਪ ਵਾਲੇ ਜੇ ਤੁਹਾਨੂੰ ਵੋਟ ਨੂੰ ਕਹਿ ਗਏ ਤਾਂ ਸਾਨੂੰ ਫਿੱਟੇ ਮੂੰਹ ਕਹਿ ਦਿਓ, ਅਸੀਂ ਸ਼ਰਮ ਆਉਣ ਲਾ ਦਿਆਂਗੇ। ਉਹ ਕਨਸੈਪਟ ਹੀ ਇਹੋ ਜਿਹਾ ਜ਼ਬਰਦਸਤ ਆ ਜਿਹੜਾ ਕਿ 1000 ਤੋਂ ਉੱਪਰ ਬੰਦਿਆਂ ਨੇ ਮਿਲ ਕੇ ਤਿਆਰ ਕੀਤਾ। ਅੱਜ ਦੇ ਸਾਡੇ ਲੀਡਰ ਆ ਬਾਈ ਜੀ ਜਿਹੜੇ ਉਹ ਡਾਕੂਆਂ ਨਾਲੋਂ ਵੀ ਟੱਪੇ ਹੋਏ ਆ। ਕਿਵੇਂ ਟੱਪੇ ਹੋਏ ਆ? ਸਾਡੇ ਜਿਹੜੇ ਲੀਡਰ ਆ ਉਹ ਲੁੱਟ ਕਿਹਨਾਂ ਨੂੰ ਰਹੇ ਆ? ਆਮ ਗਰੀਬ ਪਬਲਿਕ ਨੂੰ ਲੁੱਟ ਰਹੇ ਆ ਤੇ ਕਾਰਪੋਰੇਟ ਦੇ ਘਰ ਭਰ ਰਹੇ ਆ। ਤੇ ਮੈਂ ਕਹਿੰਦਾ ਬਾਈ ਜੀ ਮੈਂ ਇੱਕ ਪਲੀਜ਼ ਬੇਨਤੀ ਕਰਨੀ ਚਾਹੁੰਦਾ ਕਿ ਨਾ ਡਾਕੂਆਂ ਨੂੰ ਜੇ ਅਸੀਂ ਦੇਖੀਏ ਤਾਂ ਡਾਕੂ ਕੀ ਕਰਦੇ ਸੀ? ਉਹ ਕੀ ਕਰਦੇ ਸੀ? ਲੁੱਟਦੇ ਸੀ ਤਕੜਿਆਂ ਨੂੰ ਤੇ ਵੰਡਦੇ ਕਿੰਨਾ ਸੀ? ਲਿਆ ਕੇ ਗਰੀਬਾਂ 'ਚ ਵੰਡਿਆ ਜਾਂਦਾ ਸੀ, ਤਾਂ ਉਹਨਾਂ ਦੀ ਹਮਾਇਤ ਵੀ ਹੁੰਦੀ ਸੀ। ਤੇ ਸਾਡੇ ਲੀਡਰ ਕੀ ਕਰ ਰਹੇ ਆ? ਇਹ ਕੀ ਕਰ ਰਹੇ ਆ? ਸਾਨੂੰ ਗਰੀਬਾਂ ਨੂੰ ਲੁੱਟ ਕੇ ਕਾਰਪੋਰੇਟ ਦੇ ਘਰ ਭਰ ਰਹੇ ਆ। ਡਾਕੂਆਂ ਦੇ ਪਿੱਛੇ ਪੁਲਿਸ ਹੁੰਦੀ ਸੀ, ਇਹਨਾਂ ਦੇ ਅੱਗੇ ਪੁਲਿਸ ਹੁੰਦੀ ਆ। ਕਿੱਡੇ ਕੀ ਆ ਨਖਿੱਧਪੁਣਾ ਸਾਡਾ। ਸਾਨੂੰ ਇਹਨਾਂ ਗੱਲਾਂ ਬਾਰੇ ਬਾਈ ਜੀ ਸੋਚਣਾ ਪਊਗਾ। ਇਹ ਕਹਿ ਦਿੰਦੇ ਆ ਰਾਜ ਨਹੀਂ ਸੇਵਾ, ਤੇ ਅਸੀਂ ਵਾਰ-ਵਾਰ ਕੀ ਇੱਕੋ ਬੇਨਤੀ ਕਰਦੇ ਹਾਂ, ਜੇ ਸੇਵਾ ਫਿਰ ਤਨਖਾਹਾਂ ਕਾਹਦੀਆਂ ਲੈਂਦੇ ਹੋ? ਤੇ ਜੇ ਤਨਖਾਹਾਂ ਲੈਂਦੇ ਹੋ ਫਿਰ ਬਾਈ ਜੀ ਇਹਨਾਂ ਦੀ ਯੋਗਤਾ ਵੀ ਤੈਅ ਹੋਣੀ ਚਾਹੀਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਏਜੰਡੇ ਅਸੀਂ ਤੈਅ ਕਰਾਂਗੇ। ਅਸੀਂ ਕੀ ਆ ਖਾੜਾ ਤਿਆਰ ਕਰੀਏ, ਪਹਿਲਾਂ ਕਿਸਾਨ ਜਥੇਬੰਦੀਆਂ ਵੀ ਤਿਆਰ ਕਰਨ। ਅਸੀਂ ਸਰਕਾਰ ਕੀ ਆ ਇਹਨਾਂ ਐਮਐਲਏ ਦੇ ਅੱਗੇ ਉਹ ਚੀਜ਼ ਰੱਖਾਂਗੇ। ਅਸੀਂ ਕਹਾਂਗੇ ਸਾਨੂੰ ਕੀ ਚਾਹੀਦਾ, ਸਾਨੂੰ ਦੱਸਣ ਦੀ ਲੋੜ ਆ। ਅਸੀਂ ਆਪਣੀ ਕੀ ਆ ਨੀਤੀ ਘੜੀਏ। ਉਹ ਏਜੰਡਿਆਂ ਤੇ ਸਾਰੀਆਂ ਪਾਰਟੀਆਂ ਕੰਮ ਕਰਨ ਤੇ ਸਾਰੀਆਂ ਪਾਰਟੀਆਂ ਨੂੰ ਅਸੀਂ ਇਹ ਗੱਲ ਵਾਸਤੇ ਤਿਆਰ ਕਰੀਏ ਕਿ ਉਹ ਸਾਡੇ ਮੂਹਰੇ ਜਿਹੜੀ ਲੀਡਰਸ਼ਿਪ ਜਾਂ ਜਿਹੜੇ ਬੰਦੇ ਨੂੰ ਇਲੈਕਸ਼ਨ ਵਾਸਤੇ ਲੈ ਕੇ ਆਉਣਗੇ ਉਹ ਗਧੇ ਨਾ ਹੋਣ। ਮੈਂ ਸ਼ੰਭੂ ਮੋਰਚੇ ਤੋਂ ਗੱਲ ਕਹੀ ਸੀ ਕਿ ਅਸੀਂ 70 ਸਾਲਾਂ ਤੋਂ ਗਧਿਆਂ ਦੇ ਗਲ 'ਚ ਹਾਰ ਪਾਇਆ, ਕਿਉਂਕਿ ਕੀ ਆ ਗਧੇ ਸਾਨੂੰ ਭੇਜੇ ਜਾਂਦੇ ਆ। ਸਾਨੂੰ ਗਧੇ ਤੇ ਘੋੜੇ ਦੀ ਪਛਾਣ ਕਰਨ ਵਾਸਤੇ ਉਹੀ ਲੋਕ ਅਧਿਕਾਰ ਲਹਿਰ ਦੇ ਕਨਸੈਪਟ ਨਾਲ ਜੁੜਨਾ ਪਊ, ਜਿਹੜਾ ਵਾਰ-ਵਾਰ ਅਸੀਂ ਕੀ ਆ ਸਟੇਜਾਂ ਤੋਂ ਵੀ ਕਹਿ ਰਹੇ ਆ। ਇਹੀ ਬੇਨਤੀ ਆ ਸਾਡੀ, ਕੁਛ ਕਨਸੈਪਟ ਨਾਲ ਜੁੜੋ। ਬਾਈ ਜੀ ਤੁਸੀਂ ਬੇਵਾਕ ਗੱਲਾਂ ਰੱਖਦੇ ਹੋ, ਫਿਰ ਇਸ ਕਰਕੇ ਬਦਲੀ ਹੋ ਜਾਂਦੀ ਏ। ਬਦਲੀ ਤਾਂ ਬਾਈ ਜੀ ਇਹ ਆ ਕਿ ਇਕੱਲੀਆਂ ਬੇਵਾਕ ਗੱਲਾਂ, ਇੱਕ ਗੱਲ ਮਨ 'ਚ ਬਸੀ ਹੋਈ ਆ ਕਿ ਮੇਰਾ ਵੱਧ ਤੋਂ ਵੱਧ ਮੈਂ ਲੋਕਾਂ ਨੂੰ ਵੀ ਇਹੀ ਗੱਲ ਕਹਿਣਾ ਹੁੰਨਾ। ਇੱਕ ਸਟੇਜ ਦੇ ਉੱਪਰੋਂ ਇੱਕ ਸਾਡਾ ਕੀ ਆ ਸੋਸ਼ਲ ਮੀਡੀਆ ਤੇ ਹੋਰ ਵੀ ਵੀਰ ਐਕਟਿਵ ਰਹਿੰਦਾ, ਉਹ ਗੱਲ ਕਰ ਰਿਹਾ ਸੀ ਇੱਕ ਸਟੇਜ ਤੋਂ ਬਾਲਿਆਂ ਵਾਲੀ ਪਿੰਡ ਦੇ ਵਿੱਚ। ਉਹ ਸਟੇਜ ਤੋਂ ਬੋਲਿਆ, ਕਹਿੰਦਾ ਸਾਡਾ ਜਰਵਾਣਿਆਂ ਨਾਲ ਮੱਥਾ ਲੱਗਿਆ। ਪਰ ਮੈਂ ਦੱਸਣਾ ਚਾਹਣਾ ਬਾਈ ਜੀ ਜਰਵਾਣੇ ਕੋਈ ਨਹੀਂ। ਮੈਂ ਤੁਹਾਡੇ ਚੈਨਲ ਥਰੂ ਵੀ ਦੱਸਦਾ ਬਾਈ ਜੀ, ਚੋਰ ਦੇ ਪੈਰ ਨਹੀਂ ਹੁੰਦੇ ਤੇ ਇਹ ਸਾਰੇ ਚੋਰ ਆ। ਤੁਹਾਡੇ 'ਚ ਸੱਚਾਈ ਹੋਣੀ ਚਾਹੀਦੀ ਆ। ਮੇਰੀ ਤਬਾਦਲਾ ਕਿਉਂ ਕੀਤਾ ਗਿਆ ਸੀ? ਚਿੱਟਾ ਫੜਾਇਆ ਤਾਂ ਮੈਨੂੰ ਕਿ ਕਾਂਗਰਸੀ ਮੈਂ ਕਿ ਲੀਡਰ ਸੀ, ਉਹਨੇ ਫੋਨ ਕੀਤਾ ਕਿ ਥੋੜਾ ਜਿਹਾ ਬਾਈ ਜੀ ਇਹ ਜੋ ਚਿੱਟਾ ਫੜਾਉਣ ਦੀ ਕਾਂਗਰਸ ਦੀ ਗੱਲ, ਇਹ ਥੋੜਾ ਜਿਹਾ ਵਿਸਥਾਰ 'ਚ ਦੱਸੋ ਸਾਨੂੰ, ਕੀ ਮਸਲਾ ਸੀ ਇਹ ਜਿਹਨੂੰ ਲੈ ਕੇ ਤੁਹਾਡੀ ਬਦਲੀ ਕੀਤੀ ਗਈ ਸੀ? ਬਾਈ ਅਸਲ ਦੇ ਵਿੱਚ ਪਿਛਲੇ 10 ਸਾਲਾਂ ਤੋਂ ਅਸੀਂ ਨਸ਼ੇ ਦੇ ਖਿਲਾਫ ਕੰਮ ਕਰ ਰਹੇ ਸੀ, ਪਰ ਸਾਨੂੰ ਕੋਈ ਆਊਟਪੁੱਟ ਨਹੀਂ ਹੋ ਰਹੀ ਸੀ। ਅਸੀਂ ਰੈਲੀਆਂ ਕਰ ਲਈਆਂ, ਨਾਟਕ ਮੇਲੇ ਕਰਾ ਲਏ, ਪਰ ਸਾਡੇ ਨਾਲ ਪਿਛਲੇ 2 ਸਾਲ ਪਹਿਲਾਂ ਘਟਨਾ ਘਟੀ ਕਿ ਸਾਡੇ ਏਰੀਏ ਦੇ ਇੱਕ ਚਿੱਟੇ ਵਾਲੇ ਨੇ 8 ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਏਡਜ਼ ਕਰਤੀ। ਤਾਂ ਉਦੋਂ ਬਾਅਦ ਦਿਮਾਗ ਇੰਨਾ ਖਰਾਬ ਹੋਇਆ ਸੀ, ਉਹ ਪਿੰਡਾਂ 'ਚ ਨਿਕਲੇ, ਲੋਕਾਂ ਨੂੰ ਲਾਮਬੰਦ ਕਰਕੇ ਜੋੜਿਆ, ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਦੀ ਇੱਕ ਗੰਢ ਬੰਨੀ ਤੇ ਉਹਨਾਂ ਦੇ ਵਿੱਚ ਸਾਨੂੰ ਰਿਜ਼ਲਟ ਵੀ ਮਿਲਿਆ। ਉਸੇ ਸਮੇਂ ਦੌਰਾਨ, ਚੱਲਦੇ ਸਮੇਂ ਦੌਰਾਨ ਅਸੀਂ 70 ਗ੍ਰਾਮ ਚਿੱਟਾ ਫੜਦੇ ਹਾਂ ਤੇ ਮੈਨੂੰ ਰਾਤ ਨੂੰ 2 ਵੱਜ ਜਾਂਦੇ ਆ ਤਾਂ ਮੈਨੂੰ ਇੱਕ ਫੋਨ ਆਉਂਦਾ। ਉਹ ਫੋਨ ਕਰਕੇ ਮੈਨੂੰ ਇੱਕ ਕਾਂਗਰਸੀ ਕੇ ਲੀਡਰ ਵੱਲੋਂ ਗੱਲ ਕਹੀ ਜਾਂਦੀ ਆ। ਉਹ ਬੰਦਾ ਫੋਨ ਕਰਕੇ ਮੈਨੂੰ ਕਹਿ ਰਿਹਾ ਕਿ ਕਹਿੰਦਾ ਵੀ ਤੂੰ ਸਰਕਾਰ ਦੇ ਵਿਰੁੱਧ ਚੱਲਦਾ, ਸਰਕਾਰੀ ਮੁਲਾਜ਼ਮ ਹੋ ਕੇ। ਮੈਂ ਕਿਹਾ ਕਿ ਮੈਂ ਸਰਕਾਰੀ ਮੁਲਾਜ਼ਮ ਆ, ਪਰ ਮੈਂ ਸਿਸਟਮ ਦੇ ਖਿਲਾਫ ਆ, ਸਰਕਾਰ ਦੇ ਖਿਲਾਫ ਨਹੀਂ। ਉਹ ਕਹਿੰਦਾ ਮੈਂ ਤਾਂ ਚਿੱਟਾ ਵੇਚੂੰਗਾ ਵੀ, ਵਿਕਾਊਂਗਾ ਵੀ। ਤਾਂ ਮੈਂ ਉਹਨੂੰ ਕਿਹਾ
ਅਪਸ਼ਬਦ ਵੀ ਬੋਲੇ, ਮੇਰੇ ਮੂੰਹ ਚੋਂ ਨਿਕਲੇ, ਕਿਉਂਕਿ 12 ਦਾ ਟਾਈਮ ਸੀ, ਮੇਰੀ ਗੱਡੀ ਵੀ ਭੰਨਤੀ ਸੀ ਉਹਨਾਂ ਨੇ। ਤਾਂ ਮੈਂ ਉਹਨੂੰ ਗਲਤ ਬੋਲਿਆ, ਉਹਨੂੰ ਕਿਹਾ ਕਿ ਚੰਗਾ ਫਿਰ ਜੇ ਤੇਰੇ ਜੇ ਦਾਮਾ ਤੂੰ ਚਿੱਟਾ ਵੇਚ ਕੇ ਦਿਖਾ। ਤਾਂ ਉਸ ਤੋਂ ਬਾਅਦ ਮੇਰੀ ਟਰਾਂਸਫਰ ਕਰ ਦਿੱਤੀ, 1 ਸਾਲ ਮੈਂ ਗੁਰਦਾਸਪੁਰ ਲਾ ਕੇ ਆਇਆ। ਤੇ ਇਹ ਚੱਲਦਾ ਰਹੂਗਾ ਬਾਈ ਜੀ। ਮੈਂ ਲੋਕਾਂ ਨੂੰ ਵੀ ਇੱਕ ਬੇਨਤੀ ਕਰਦਾ, ਯਾਰ ਸਾਡੇ ਕੋਲ ਤਾਂ ਗਵਾਉਣ ਨੂੰ ਨੌਕਰੀ ਆ, ਤੁਹਾਡੇ ਕੋਲੇ ਗਵਾਉਣ ਨੂੰ ਕੀ ਰਿਹਾ? ਧੀਆਂ ਪੁੱਤ ਤੁਸੀਂ ਜਾਂਦਾ ਵਿਦੇਸ਼ ਭੇਜਤੇ ਜਾਂ ਚਿੱਟੇ ਨਾਲ ਖਤਮ ਕਰਾ ਲਏ। ਤਾਂ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ, ਉੱਠ ਕੇ ਖੜੇ ਹੋ ਜਾਓ, ਜਾਗੋ। ਜੇ ਜਾਗੋਗੇ, ਅਸੀਂ ਕੀ ਅੱਜ ਤੱਕ ਮਰੇ ਪਏ ਆ, ਮਰੇ ਦੀ ਨਿਸ਼ਾਨੀ ਕੀ ਹੁੰਦੀ ਆ? ਉਹ ਬੋਲਦਾ ਨਹੀਂ। ਤੇ ਤੁਸੀਂ ਵੀ ਬੋਲਣੋਂ ਬੰਦ ਹੋਏ ਪਏ ਹੋ, ਤੁਸੀਂ ਕੀ ਆ ਮਰਿਆਂ ਨਾਲੋਂ ਘੱਟ ਨਹੀਂ। ਅੱਜ ਖੜੇ ਹੋਏ ਆ ਤਾਂ ਸੈਂਟਰ ਦੇ ਵਿੱਚੋਂ ਵਜ਼ੀਰ ਵੀ ਵਾਪਸ ਆ ਗਏ ਤੇ ਸੈਂਟਰ ਸਰਕਾਰਾਂ ਝੁਕੀਆਂ ਵੀ ਆ ਸਾਡੇ ਅੱਗੇ। ਬਾਈ ਜੀ, ਮੈਂ ਦੁਬਾਰਾ ਫੇਰ ਗੱਲ ਆਰਡੀਨੈਂਸ ਨਹੀਂ ਕਰਨਾ ਚਾਹੁੰਦਾ। ਰਾਜਨਾਥ ਸਿੰਘ ਦਾ ਕਹਿਣਾ ਕਿ 2 ਸਾਲ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਕੇ ਦੇਖ ਲੈਂਦੇ ਆ, ਜੇਕਰ ਪੋਜ਼ਿਟਿਵ ਨਤੀਜਾ ਰਿਹਾ, ਆਮਦਨ ਦੁੱਗਣੀ ਹੋਈ ਕਿਸਾਨਾਂ ਦੀ, ਤਾਂ ਇਹਨਾਂ ਨੂੰ ਛੱਡ ਦਾਂਗੇ, ਨਹੀਂ ਫਿਰ ਰੱਦ ਕਰ ਦਾਂਗੇ। ਬਾਈ ਜੀ ਮੈਂ ਕਹਿਣਾ ਵੀ ਰਾਜਨਾਥ ਵਰਗੇ ਜਿਹੜੀਆਂ ਪਾਲਿਸੀਆਂ ਲਿਆ ਰਹੇ ਆ, ਇਹ ਸਟੇਟਾਂ 'ਚ ਲਾਗੂ ਕਰ ਦੇਣਗੇ। ਇਹ ਸਟੇਟਾਂ 'ਚ ਮਾ ਕੇ ਜਿਹੜੇ, ਮੈਂ ਕਹਿਣਾ ਪੰਜਾਬ ਨਾਲੋਂ ਤੁਸੀਂ ਪਹਿਲਾਂ ਹੋਰ ਸਟੇਟਾਂ 'ਚ ਲਾਗੂ ਕਰਕੇ ਦੇਖ ਲਓ। ਸਾਡਾ ਢਾਂਚਾ ਕੀ ਆ, ਆਲਰੇਡੀ ਸਾਡੇ ਕੋਲ ਢਾਂਚਾ ਹੈਗਾ। ਉਹ ਢਾਂਚੇ ਨੂੰ ਅਸੀਂ ਕੀ ਆ ਚੰਗਾ ਤੇ ਕਿਵੇਂ ਬਣਨਾ, ਉਹਦੇ ਵਾਸਤੇ ਅਸੀਂ ਉੱਥੋਂ ਨੀਤੀ ਘੜ ਕੇ ਤੁਰਾਂਗੇ। ਤੁਸੀਂ ਹੋਰ ਕਿਸੇ ਰਾਜ 'ਚ ਲਾਗੂ ਕਰਕੇ ਸਾਨੂੰ ਉਹਦੇ ਪੋਜ਼ਿਟਿਵ ਰਿਜ਼ਲਟ ਕੱਢੋ। ਜਿਵੇਂ ਬੀਜੇਪੀ ਸਰਕਾਰ ਦਾ ਕਹਿਣਾ ਕਿ ਕਈ ਸੂਬੇ ਤਾਂ ਸਵੀਕਾਰ ਕਰ ਚੁੱਕੇ ਨੇ ਕਿ ਆਰਡੀਨੈਂਸ ਸਹੀ ਨੇ, ਕਾਨੂੰਨ ਸਹੀ ਨੇ, ਤੇ ਅਸੀਂ ਐਕਸੈਪਟ ਕਰ ਰਹੇ ਨੇ ਕਈ ਸੂਬਿਆਂ ਨੇ। ਜਿਨ੍ਹਾਂ ਸੂਬਿਆਂ ਨੇ ਸਵੀਕਾਰ ਕਰ ਲਏ ਨੇ, ਫਿਰ ਉੱਥੇ ਲਾਗੂ ਕਰ ਦੇਣ। ਜੇਕਰ ਉੱਥੇ ਰਿਜ਼ਲਟ ਪੋਜ਼ਿਟਿਵ ਆਉਂਦਾ ਤਾਂ ਪੰਜਾਬ ਨੂੰ ਦਿਖਾ ਦੇਣ, ਆਹ ਇੱਥੋਂ ਦਾ ਕਿਸਾਨ ਅਸੀਂ ਅਮੀਰ ਕਰਤਾ, ਲੱਖਪਤੀ ਕਰਤਾ, ਤੇ ਆਹ ਨਤੀਜਾ ਇਹਨਾਂ ਦਾ। ਬਾਈ ਜੀ ਤੁਹਾਡੇ ਕਹਿੰਦਾ ਚੈਨਲ ਥਰੂ ਮੈਂ ਗੱਲ ਸਾਂਝੀ ਕਰਨੀ ਚਾਹਣਾ। ਪਿਛਲੇ ਦਿਨੀ ਨਾ ਸਾਊਥ ਦੇ ਸਟੇਟਾਂ 'ਚ ਇੱਕ ਇੰਦੌਰ ਦੇ ਨਾਲ ਕੁਝ ਪਿੰਡ ਪੈਂਦੇ, ਉਹਨਾਂ 'ਚ ਵੀ ਬੀਜੇਪੀ ਵੱਲੋਂ ਇੱਕ ਕੂੜ ਪ੍ਰਚਾਰ ਕੀਤਾ ਜਾ ਰਿਹਾ। ਉਹ ਪ੍ਰਚਾਰ ਕੀ ਆ, ਉੱਥੇ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੀ ਆ, ਪੰਜਾਬ ਦੇ ਕੀ ਆ ਫਾਰਮਰ ਉੱਥੇ ਪ੍ਰੋਟੈਸਟ ਕਰਦੇ ਦਿਖਾਏ ਗਏ। ਕੋਈ ਫਾਰਚੂਨਰ ਤੇ ਆ ਰਿਹਾ, ਮਗਰ ਟਰਾਲੀ ਪਾਈ ਹੋਈ ਆ, ਦਿਖਾਇਆ ਰਿਹਾ। ਤੇ ਕਿਹਾ ਕੀ ਜਾ ਰਿਹਾ ਕਿ ਤੁਹਾਡੇ ਕੋਲੇ ਸਵਿਫਟ ਗੱਡੀ ਵੀ ਹੈ ਨਹੀਂ, ਤੇ ਉਹਨਾਂ ਦੇ ਪੰਜਾਬ ਦੇ ਕੋਲੇ ਫਾਰਚੂਨਰ ਗੱਡੀਆਂ, ਵੱਡੀਆਂ ਗੱਡੀਆਂ ਤਾਂ ਨੇ ਕਿਉਂਕਿ ਅਸੀਂ ਉਹਨਾਂ ਨੂੰ ਪਹਿਲਾਂ ਕੀ ਆ ਸਪੋਰਟ ਕੀਤੀ ਹੋਈ ਸੀ। ਹੁਣ ਅਸੀਂ ਪੂਰੇ ਭਾਰਤ ਨੂੰ ਸਪੋਰਟ ਕਰਨੀ ਚਾਹੁੰਦੇ, ਇਸੇ ਕਰਕੇ ਉਹ ਵਿਰੋਧ ਕਰ ਰਹੇ ਆ। ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ। ਇੰਡੀਆ ਦੇ ਫਾਰਮਰ ਜਿਹੜੇ ਹੈਗੇ ਆ ਬਾਕੀ ਸਟੇਟਾਂ ਦੇ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਮੋਦੀ ਜਾ ਕੇ ਗੁਜਰਾਤ ਦੇ ਵਿੱਚ ਗੱਲ ਕਰਦਾ ਕਿ ਉੱਥੋਂ ਦੀ ਡੈਰੀ ਫਾਰਮਿੰਗ ਦੇਖੋ। ਮੈਂ ਤੁਹਾਡੇ ਚੈਨਲ ਥਰੂ ਦੱਸਣਾ ਚਾਹਣਾ ਬਾਈ ਜੀ ਕਿ ਉੱਥੇ ਜਿਹੜੇ ਮਾਡਲ ਦੀ ਗੱਲ ਕਰਦਾ ਉਹ ਕੋਆਪਰੇਟਿਵ ਮਾਡਲ ਆ। ਸਾਨੂੰ ਕੋਆਪਰੇਟਿਵ ਮਾਡਲ ਦਿਓ, ਅਸੀਂ ਐਕਸੈਪਟ ਕਰਨ ਨੂੰ ਤਿਆਰ ਆ। ਕਿਸਾਨ ਜਥੇਬੰਦੀ ਨੂੰ ਅਸੀਂ ਇਹੀ ਬੇਨਤੀ ਕਰਦੇ ਕਿ ਮੋਦੀ ਦੀ ਗੱਲ ਨੂੰ ਕਾਊਂਟਰ ਕਰਨਾ ਬਹੁਤ ਜ਼ਰੂਰੀ ਆ। ਉਹ ਗੱਪ ਮਾਰ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ। ਮੈਂ ਮੋਦੀ ਨੂੰ ਬਾਈ ਜੀ ਦਹਿਸ਼ਤਗਰਦ ਕਹਿਣਾ। ਦਹਿਸ਼ਤਗਰਦ ਕਿਉਂ ਕਹਿਣਾ? ਕਿਉਂਕਿ ਇਕੱਲੇ ਬਾਈ ਜੀ ਅਸੀਂ ਕਹਿਣਾ ਬੰਬ ਬੰਦੂਕਾਂ ਨਾਲ ਮਾਰਨ ਵਾਲੇ ਜਿਹੜੇ ਬੰਦੇ ਹੁੰਦੇ ਨਾ, ਬੰਬਾਂ ਨਾਲ ਉਹ ਕਰਨ ਵਾਲੇ, ਉਹ ਦਹਿਸ਼ਤਗਰਦ ਨਹੀਂ ਹੁੰਦੇ। ਆਪਣੀਆਂ ਨੀਤੀਆਂ ਨਾਲ ਜੇ ਲੋਕ ਮਰ ਰਹੇ ਆ, ਪਹਿਲਾਂ ਇਹਨਾਂ ਨੇ ਨੋਟਬੰਦੀ ਲਿਆਂਦੀ, ਉਹ 'ਚ ਵੀ ਲੋਕ ਮਰੇ ਸਾਡੇ, ਹੁਣ ਕਿਸਾਨ ਭਰਾ ਮਰ ਰਹੇ ਆ, ਤਾਂ ਇਹ ਵੀ ਦਹਿਸ਼ਤਗਰਦ ਆ ਇੱਕ। ਇਹਦੇ ਖਿਲਾਫ ਵੀ ਸਾਨੂੰ ਕੀ ਆ, ਇਹ ਲੜਾਈ ਲੜਨੀ ਪੈਣੀ ਆ, ਤੇ ਉਹਦੇ ਵਾਸਤੇ ਸਾਨੂੰ ਇਕਜੁੱਟ ਹੋਣਾ ਬਹੁਤ ਜ਼ਰੂਰੀ ਆ। ਫਿਰ ਬਾਈ ਜੀ ਅੱਗੇ ਇਸ ਮਸਲੇ ਦਾ ਕੀ ਹੱਲ ਹੈ? ਜਿਵੇਂ ਤੁਸੀਂ ਖੇਤੀ ਮਾਡਲ ਲਈ ਬੜੇ ਵਿਸਥਾਰ ਨਾਲ ਸਮਝਾਇਆ, ਕਾਨੂੰਨ ਆਪਾਂ ਮੰਨ ਲੈਂਦੇ ਹਾਂ ਕਿ ਕਾਨੂੰਨ ਰੱਦ ਹੋ ਜਾਂਦੇ ਨੇ, ਪਰ ਉਸ ਤੋਂ ਬਾਅਦ ਜੋ ਬਠਿੰਡਾ, ਸੰਗਰੂਰ, ਮਾਨਸਾ ਦੇ ਵਿੱਚ ਇੱਕੇ ਘਰ ਦੇ ਵਿੱਚ 3 ਪੀੜ੍ਹੀਆਂ ਖੁਦਕੁਸ਼ੀਆਂ ਕਰ ਗਈਆਂ ਕਿਸਾਨੀ ਨੂੰ ਲੈ ਕੇ, ਫਿਰ ਉਹਨਾਂ ਦਾ ਅੱਗੇ ਹੱਲ ਕੀ ਹੈ? ਸਭ ਤੋਂ ਪਹਿਲਾਂ ਮੈਂ ਬਾਈ ਜੀ, ਮੇਰੀ ਗੱਲ ਹੋ ਸਕਦਾ ਕਿਸੇ ਨੂੰ ਚੁਭੇ, ਮੈਂ ਇਹ ਗੱਲ ਕਹਿਣੀ ਚਾਹਣਾ, ਪੰਜਾਬ 'ਚ ਖੁਦਕੁਸ਼ੀਆਂ ਹੋ ਰਹੀਆਂ ਨੇ, ਪਰ ਮੈਂ ਕਹਿਣਾ ਸਾਡੇ ਨਾਲ ਹੋਰ ਸਟੇਟ ਗਰੀਬ ਬਹੁਤ ਬੈਠੇ ਨੇ, ਉੱਥੇ ਖੁਦਕੁਸ਼ੀਆਂ ਕਿਉਂ ਨਹੀਂ ਹੁੰਦੀਆਂ? ਸਾਡਾ ਇਕੱਲਾ ਖੁਦਕੁਸ਼ੀਆਂ ਦਾ ਕਾਰਨ ਮੈਂ ਮੰਨਦਾ ਕਿ ਆਰਥਿਕ ਤੌਰ ਤੇ ਅਸੀਂ ਜਿਹੜੇ ਕਮਜ਼ੋਰ ਹੋਏ, ਉਹ ਖੁਦਕੁਸ਼ੀਆਂ ਦਾ ਕਾਰਨ ਹੈਗਾ ਕਿਤੇ ਨਾ ਕਿਤੇ, ਪਰ ਉਹ ਸਾਰੀਆਂ ਖੁਦਕੁਸ਼ੀਆਂ ਜੇ ਅਸੀਂ ਉਹਦੇ ਲੇਖੇ ਲਾ ਦਈਏ ਕਿ ਖੇਤੀਬਾੜੀ ਦੇ ਉਹਦੇ ਕਰਕੇ ਸਾਡੀ ਖੁਦਕੁਸ਼ੀਆਂ ਹੋ ਰਹੀਆਂ, ਕਿਤੇ ਨਾ ਕਿਤੇ ਘਰੇਲੂ ਕਾਰਨ ਤੇ ਲੋਕਾਂ ਦੀ ਸਹਿਣਸ਼ੀਲਤਾ ਘਟੀ ਆ। ਮੈਂ ਕਈ ਵਾਰ ਅਕਸਰ ਗੱਲ ਕਰਦਾ ਹੁੰਦਾ, ਅਸੀਂ 2 ਚੀਜ਼ਾਂ ਲੈ ਕੇ ਚੱਲਦੇ ਹਾਂ, ਤੇਜ਼ੀ ਤੇ ਤਰੱਕੀ ਅਲੱਗ-ਅਲੱਗ ਚੀਜ਼ਾਂ ਨੇ। ਅਸੀਂ ਤੇਜ਼ ਬਹੁਤ ਹੋ ਗਏ, ਠੀਕ ਹੈ, ਅਸੀਂ ਤੇਜ਼ੀ ਨੂੰ ਤਰੱਕੀ ਨਹੀਂ ਕਹਿ ਸਕਦੇ। ਤੇਜ਼ੀ ਦੇ ਨਾਲ ਮੈਂ ਕਹਿੰਦਾ ਪਹਿਲਾਂ ਲੋਕ ਬਾਈ ਜੀ ਗੱਡਿਆਂ ਤੇ ਜਾਂਦੇ ਸੀ, ਫਿਰ ਟਰੈਕਟਰਾਂ ਤੇ ਆ ਗਏ, ਹੁਣ ਕੀ ਅੱਜ ਕੱਲ੍ਹ ਵਹੀਕਲ ਬੜੇ ਫਾਸਟ ਹੋ ਗਏ, ਜਹਾਜ਼ ਵੀ ਆ ਗਏ। ਤੇਜ਼ੀ ਸਾਡੀ ਲਾਈਫ 'ਚ ਬਹੁਤ ਆ ਗਈ। ਸਾਡੀ ਲਾਈਫ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਬਾਈ ਜੀ, ਸਹਿਜ ਕਿਤੇ ਹੈ? ਸਾਡੀ ਲਾਈਫ 'ਚ ਸਹਿਜ ਨਹੀਂ ਹੈ। ਦੂਜੀ ਗੱਲ ਅਸੀਂ ਗੱਲ ਕਰਦੇ ਹਾਂ ਤਰੱਕੀ ਨੂੰ ਜੋੜਿਆ ਕਿਹੜੀ ਚੀਜ਼ ਨਾਲ ਜਾਂਦਾ? ਤਰੱਕੀ ਨੂੰ ਜੋੜਿਆ ਬਾਈ ਜੀ ਕੀ ਆ, ਆਮਦਨ ਨਾਲ ਜਾਂਦਾ। ਮੈਂ ਕਾਰਪੋਰੇਟ ਦੀ ਇੱਥੇ ਗੱਲ ਕਰਨੀ ਚਾਹੁੰਦਾ। ਅਸੀਂ ਬਾਹਰਲੇ ਦੇਸ਼ਾਂ ਦੀ ਐਗਜ਼ਾਮਪਲ ਲੈਂਦੇ ਹਾਂ, ਉਹਨਾਂ ਦੇਸ਼ਾਂ 'ਚ ਅਸੀਂ ਕਹਿੰਦੇ ਹਾਂ ਕਿ ਬੜੀ ਆਮਦਨ ਵੱਧ ਗਈ, ਪਰ ਉਹ ਆਮਦਨ ਇਹ ਦੇਖੋ ਕਿ ਆਮਦਨ ਦਿੱਤੀ ਕਿਹਦੇ ਹਿੱਸੇ ਗਈ ਆ। ਉੱਥੇ ਫਾਰਮਰ ਨੂੰ ਕੱਢਿਆ ਗਿਆ, 1.5% ਫਾਰਮਰ ਰਹਿ ਗਿਆ, ਠੀਕ ਹੈ, ਉਹਨਾਂ ਦੀ ਪਾਪੂਲੇਸ਼ਨ ਬਹੁਤ ਘੱਟ ਆ, ਤੇ ਜਿਹੜਾ ਪੈਸਾ ਹੈਗਾ, ਪੈਸਾ ਉੱਥੇ ਕਾਰਪੋਰੇਟਾਂ ਕੋਲ ਹੀ ਇਕੱਠਾ ਹੋਇਆ। ਤਾਂ ਸਾਡੇ ਭਾਰਤ ਦੇ ਵਿੱਚ ਸਾਡੇ ਕੋਲੇ ਪਾਪੂਲੇਸ਼ਨ ਬਹੁਤ ਜ਼ਿਆਦਾ, ਤੇ ਇਸ ਕਰਕੇ ਸਾਨੂੰ ਜਿਹੜੇ ਮਾਡਲ ਦੀ ਲੋੜ ਆ, ਕੋਆਪਰੇਟਿਵ ਦੀ ਲੋੜ ਆ, ਤੇ ਜਿਹੜਾ ਪੈਸਾ ਇਕੱਠਾ ਜੇ ਕਾਰਪੋਰੇਟ ਦੇ ਹੱਥਾਂ 'ਚ ਹੋ ਗਿਆ ਤਾਂ ਸਾਡੇ ਭੁੱਖਮਰੀ ਕੀ ਆ, ਵਧਣੀ ਆ। ਉਹਦੇ ਵਾਸਤੇ ਸਾਨੂੰ ਲੋੜ ਆ ਤਰੱਕੀ ਨੂੰ ਜਿਹੜੇ ਜੋੜਨ ਦਾ, ਤੁਸੀਂ ਤੰਦਰੁਸਤੀ ਨਾਲ ਜੋੜੋ, ਖੁਸ਼ੀ ਨਾਲ ਜੋੜੋ। ਅੱਜ ਸਾਡੇ ਲੋਕ ਕਿੰਨੇ ਕੁ ਤੰਦਰੁਸਤ ਤੇ ਖੁਸ਼ ਆ? ਉਹਦਾ ਕਾਰਨ ਕੀ ਆ? ਨੀਤੀਆਂ ਨੇ ਸਰਕਾਰ ਦੀਆਂ, ਜਿਵੇਂ ਗ੍ਰੀਨ ਰੈਵੋਲੂਸ਼ਨ ਆਈ, ਅਸੀਂ ਆਪਦੀ ਮਾਂ ਦੀ ਕੁੱਖ ਜ਼ਹਿਰੀਲੀ ਕਰ ਲਈ, ਹਵਾ ਪਾਣੀ ਦੂਸ਼ਿਤ ਕਰ ਲਏ। ਉਹ ਚੀਜ਼ਾਂ ਵੱਲ ਲੋਕਾਂ ਨੂੰ ਕੀ ਆ, ਜਾਗਰੂਕ ਕਰਨਾ ਪਊ। ਕਿਸਾਨ ਜਥੇਬੰਦੀ ਨੂੰ ਵਾਰ-ਵਾਰ ਅਸੀਂ ਇਹੀ ਬੇਨਤੀ ਕਰਦੇ ਹਾਂ ਕੋਈ ਇਹਦੇ ਵੱਲ ਮੁੜਨੇ। ਇਸੇ ਵਾਸਤੇ ਅਸੀਂ ਲੋਕ ਅਧਿਕਾਰ ਲਹਿਰ ਸ਼ੁਰੂ ਕੀਤੀ ਹੈ ਜੀ, ਵੱਡੇ ਵਿਦਵਾਨ ਸਾਡੇ ਨਾਲ ਇਕੱਠੇ ਹੋ ਕੇ ਤੁਰੇ ਨੇ ਜੀ। ਤੁਸੀਂ ਵਿਦੇਸ਼ਾਂ ਦੀ ਖੇਤੀ ਦੀ ਗੱਲ ਕੀਤੀ, ਉੱਥੇ ਵੀ ਜੋ ਕਿਸਾਨ ਨੇ ਉਹਨਾਂ ਨੂੰ ਵੀ ਸਬਸਿਡੀਆਂ ਦੇ ਕੇ ਉਹ ਧੱਕੇ ਨਾਲ ਰੱਖ ਰਹੇ ਨੇ।
ਖੇਤੀ ਦੇ ਵਿੱਚ। ਬਾਈ ਜੀ ਕਾਰਪੋਰੇਟ ਤਾਂ ਕੋਰਟ ਦੇ ਵਿੱਚ ਵੀ ਚਲੇ ਗਏ ਨੇ ਅੰਬਾਨੀ ਹੋਰੇ ਕਿ ਵੀ ਸਾਡੇ ਨਾਲ ਤਾਂ ਭੰਨ ਤੋੜ ਨਜਾਇਜ਼ ਹੈ ਤੇ ਸਾਡਾ ਖੇਤੀ ਦੇ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਮੈਂ ਬਾਈ ਜੀ ਸਾਡੇ ਨਾਲ ਜਿਹੜੇ ਨੌਜਵਾਨ ਵੀਰ ਆ ਉਹਨਾਂ ਨੂੰ ਵੀ ਬੇਨਤੀ ਕਰਦਾ, ਜਿਹੜੇ ਪਿੱਛੇ ਜੇ ਟਾਵਰ ਭੰਨੇ ਸੀ, ਹੋਰ ਭੰਨੇ ਸੀ, ਮੈਂ ਕਹਿੰਦਾ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਸੀ ਕਿ ਅਸੀਂ ਜੀਓ ਦੇ ਸਿਮ ਤੋੜ ਕੇ ਜਾਂ ਟਾਵਰ ਤੋੜ ਕੇ ਪੰਜਾਬ ਨਹੀਂ ਬਚਾ ਸਕਦੇ। ਸਾਨੂੰ ਪੰਜਾਬ, ਸਾਡੇ ਜਿਹੜੇ ਦਿਮਾਗਾਂ ਦੇ ਵਿੱਚ ਨਾ ਸਿਮ ਫਿੱਟ ਕੀਤੇ ਹੋਏ ਆ ਸਿਆਸੀ ਪਾਰਟੀਆਂ ਦੇ, ਸਾਨੂੰ ਉਹਨਾਂ ਦੀ ਰੇਂਜ ਛੱਡਣੀ ਪਊ। ਜੇ ਜਾ ਕੇ ਇੱਥੋਂ ਨਾ ਦਿੱਲੀ ਤੋਂ ਵਾਪਸ ਆ ਕੇ ਜੇ ਉਹਨਾਂ ਦੀ ਰੇਂਜ ਹੀ ਫੜਨੀ ਆ ਤਾਂ ਸਾਨੂੰ ਕੀ ਹੈ, ਇਸ ਅੰਦੋਲਨ ਕਰਨ ਦਾ ਡੱਕਾ ਫਾਇਦਾ ਨਹੀਂ। ਇੱਥੋਂ ਵਾਪਸ ਜਾ ਕੇ ਸਾਨੂੰ ਮਾਡਲ ਤਿਆਰ ਨਵਾਂ ਕਰਨਾ ਪਊਗਾ। ਉਸ ਤੋਂ ਬਾਅਦ ਕੀ ਆ, ਸਾਨੂੰ ਕੀ ਆ, ਉਹਨਾਂ ਦੀ ਰੇਂਜ ਛੱਡ ਕੇ ਸਾਡੇ ਨਵੇਂ ਜਿਹੜੇ ਲੀਡਰਸ਼ਿਪ ਕੇਡਰ ਕੀ ਆ ਅੱਗੇ ਲਿਆਉਣਾ ਪਊਗਾ। ਜਿਹੜੇ ਲੋਕਾਂ ਨੇ ਤੁਹਾਡਾ ਇਸ ਅੰਦੋਲਨ 'ਚ ਵੀ ਸਾਥ ਦਿੱਤਾ ਜਾਂ ਹੋਰ ਵੀ ਚੰਗੇ ਸੁਹਿਰਦ ਲੋਕ ਪੰਜਾਬ 'ਚ ਬੜੇ ਬੈਠੇ ਆ, ਉਹਨਾਂ ਲੋਕਾਂ ਨੂੰ ਅਸੀਂ ਅੱਗੇ ਲਾਈਏ। ਬੁੱਧੀਜੀਵੀ ਬੜੇ ਬੈਠੇ ਜਿਨ੍ਹਾਂ ਕੋਲੇ ਚੰਗੇ ਕੀ ਆ ਵਧੀਆ ਪਲੈਨਿੰਗਾਂ ਹੈਗੀਆਂ, ਪਰ ਅੱਜ ਤੱਕ ਉਹਨਾਂ ਦੀਆਂ ਮੰਨੀਆਂ ਨਹੀਂ ਗਈਆਂ। ਜਿਵੇਂ ਡਾਕਟਰ ਸਰਦਾਰਾ ਸਿੰਘ ਜੌਹਲ ਦੀ ਗੱਲ ਕਰੀਏ, ਉਹਨਾਂ ਨੇ ਖੇਤੀਬਾੜੀ ਮਾਡਲ ਜਿਹੜਾ ਕੀ ਹੈ ਕੋਆਪਰੇਟਿਵ ਮਾਡਲ ਬੜੀ ਵਾਰੀ ਸਰਕਾਰਾਂ ਦੇ ਅੱਗੇ ਰੱਖਿਆ ਤੇ ਅਸਤੀਫੇ ਵੀ ਦਿੱਤੇ, ਪਰ ਉਹਨਾਂ ਦਾ ਕੋਈ ਵੀ ਮਾਡਲ ਨੂੰ ਐਕਸੈਪਟ ਨਹੀਂ ਕੀਤਾ ਗਿਆ ਅੱਜ ਤੱਕ। ਬਾਈ ਜੀ ਫਿਰ ਜਿਵੇਂ ਤੁਸੀਂ ਗੱਲਾਂ ਕੀਤੀਆਂ ਕਿ ਸਰਕਾਰ ਤੇ ਆਪਣਾ ਇਹ ਸਿਸਟਮ ਜੋ ਭ੍ਰਿਸ਼ਟ ਹੈ, ਇਹ ਤੋਂ ਫਿਰ ਨਿਜਾਤ ਕਿਵੇਂ ਮਿਲੂਗੀ ਲੋਕਾਂ ਨੂੰ? ਨਿਜਾਤ ਤਾਂ ਮੈਂ ਲਾਸਟ ਦੇ ਵਿੱਚ ਸਾਰੇ ਜਿਹੜੇ ਨਾ ਮੇਰੇ ਭਰਾ ਨੇ ਜਿਹੜੇ ਸਾਨੂੰ ਦੇਖ ਰਹੇ ਆ ਉਹਨਾਂ ਅੱਗੇ ਇੱਕ ਬੇਨਤੀ ਕਰਦਾ ਕਿ ਦਿੱਲੀ ਵਾਲੀ ਜੰਗ ਜਿਹੜੀ ਜਿੱਤਣੀ ਆ ਅਸੀਂ ਬਿੱਲ ਵਾਪਸ ਕਰਵਾ ਦਿਆਂਗੇ। ਜੇ ਨਾ ਵੀ ਵਾਪਸ ਹੁੰਦੇ ਅਸੀਂ ਫਿਰ ਵੀ ਉਜੜਨਾ ਸੀ ਤੇ ਵਾਪਸ ਕਰਾ ਕੇ ਵੀ ਉਜੜਾਂਗੇ ਜੇ ਅਸੀਂ ਨਾ ਜਾਗੇ। ਅੱਜ ਦਿਮਾਗ ਜਾਗੇ ਆ ਲੋਕਾਂ ਦੇ, ਇਸੇ ਕਰਕੇ ਕਿਸਾਨ ਜਥੇਬੰਦੀ ਨੂੰ ਹੱਥ ਬੰਨ੍ਹ ਕੇ ਵਾਰ-ਵਾਰ ਬੇਨਤੀ ਕਰਦੇ ਆ ਕਿ ਮਾਡਲ ਤਿਆਰ ਕਰ ਲਓ। ਸਾਨੂੰ ਉੱਥੇ ਕਿਸਾਨ ਜਥੇਬੰਦੀਆਂ ਇੱਕੋ ਗੱਲ ਕਹਿੰਦੀਆਂ ਕਿ ਬਾਅਦ 'ਚ ਦੇਖਾਂਗੇ, ਪਹਿਲਾਂ ਆਹ ਲੜਾਈ ਲੜ ਲਈਏ। ਪਰ ਇਹ ਲੜਾਈ ਲੜਨ ਦਾ ਫੇਰ ਫਾਇਦਾ ਜੇ ਸਾਡੇ ਕੋਲ ਇੱਕ ਖੇਤੀਬਾੜੀ ਮਾਡਲ ਆਪਣਾ ਤਿਆਰ ਹੋਊਗਾ। ਉਹ ਮਾਡਲ ਕੋਆਪਰੇਟਿਵ ਮਾਡਲ ਹੋਵੇ। ਬਾਬੇ ਨਾਨਕ ਨੇ ਜਿਹੜਾ ਸਾਨੂੰ ਦਿੱਤਾ ਵੰਡ ਛਕੋ ਦਾ, ਤਾਂ ਸਾਨੂੰ ਕੋਆਪਰੇਟਿਵ ਜਿਹੜਾ ਮਾਡਲ ਕੀ ਆ ਤਿਆਰ ਕਰਨਾ ਪਊ। ਉਹ ਮਾਡਲ ਤਿਆਰ ਕਰਕੇ ਅਸੀਂ ਆਪਣੀ ਕਿਸਾਨੀ ਨੂੰ ਵੀ ਬਚਾ ਸਕਦੇ ਹਾਂ। ਤੇ ਜੌਹਲ ਸਾਹਿਬ ਨੇ ਜਿਹੜੀਆਂ ਕੀ ਆ ਰਿਕਮੈਂਡੇਸ਼ਨ ਪਹਿਲਾਂ ਦਿੱਤੀਆਂ ਸੀ, ਹੁਣ ਕਈ ਭਰਾ ਸਾਨੂੰ ਅਕਸਰ ਬਾਈ ਜੀ ਸਵਾਲ ਕਰ ਦਿੰਦੇ ਆ ਕਿ ਸਰਦਾਰਾ ਸਿੰਘ ਜੌਹਲ ਬਿੱਲਾਂ ਦੇ ਪੱਖ 'ਚ ਆ, ਤਾਂ ਉਹਦੇ ਬਾਰੇ ਮੈਂ ਦਰਸ਼ਕਾਂ ਨਾਲ ਇੱਕ ਗੱਲ ਕਰਨੀ ਚਾਹੁੰਦਾ। ਅਸੀਂ ਜਿੱਦੇ ਦਾ ਮਾਰ ਕੇ ਕੀ ਆ ਬਿੱਲਾਂ ਦਾ ਵਿਰੋਧ ਹੋ ਰਿਹਾ, ਅਸੀਂ ਨਾਲ ਦੀ ਨਾਲ ਕੀ ਆ ਬਿੱਲਾਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਸੀ ਤੇ ਜੌਹਲ ਸਾਹਿਬ ਨਾਲ ਵੀ ਅਸੀਂ ਵਾਰ-ਵਾਰ ਗੱਲ ਕੀਤੀ ਸੀ। ਹੁਣ ਡਾਕਟਰ ਸਰਦਾਰਾ ਸਿੰਘ ਜੌਹਲ ਕੀ ਆ ਨੀਤੀ ਦੀ ਗੱਲ ਕਰ ਲੈਂਦੇ ਆ, ਅਸੀਂ ਕੀ ਆ ਨੀਤੀ ਨੂੰ ਕਹਿ ਦਿੰਦੇ ਆ ਵੀ ਨੀਤੀ ਦਾ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਨੀਤੀਆਂ ਨਹੀਂ ਕਦੇ ਮਾੜੀਆਂ ਬਣੀਆਂ। ਰੌਲਾ ਨੀਅਤ ਦਾ, ਅਸੀਂ ਨੀਅਤ 70 ਸਾਲਾਂ ਦੀ ਦੇਖ ਚੁੱਕੇ ਹਾਂ। ਹੁਣ ਗੱਲ ਹੁੰਦਾ ਜਿਵੇਂ ਸਰਜੀਕਲ ਬਲੇਡ ਅਸੀਂ ਕਹਿ ਦਿੰਦੇ ਆ ਬਾਈ ਜੀ ਜੇ ਡਾਕਟਰ ਦੇ ਕੋਲੇ ਆ ਤਾਂ ਉਹ ਡਾਕਟਰ ਕਿਸੇ ਦਾ ਆਪਰੇਸ਼ਨ ਕਰੂਗਾ, ਕਿਸੇ ਦੀ ਜਾਨ ਬਚਾਊਗਾ। ਉਹੀ ਸਰਜੀਕਲ ਬਲੇਡ ਮੰਨ ਲਓ ਜੇ ਕਿਸੇ ਚੋਰ ਕੋਲੇ ਆ ਤਾਂ ਉਹ ਕਿਸੇ ਦੀ ਜੇਬ ਕੱਟੂਗਾ। ਤੇ ਮੋਦੀ ਦੇ ਅਸੀਂ ਪਹਿਲਾਂ ਆਏ ਹੋਏ ਦੋਨੇ ਤਿੰਨੇ ਕਾਨੂੰਨ ਦੇਖ ਚੁੱਕੇ ਆ। ਉਹ ਕੀ ਆ, ਚੋਰ ਆ, ਜੇਬ ਕਤਰਾ ਤੇ ਦਹਿਸ਼ਤਗਰਦ ਆ। ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਦਹਿਸ਼ਤ ਫੈਲਾਈ ਹੋਈ ਆ ਉਹਨਾਂ ਨੇ। ਇਸ ਕਰਕੇ ਸਾਨੂੰ ਉਹ 'ਤੇ ਯਕੀਨ ਹੀ ਹੈ ਨਹੀਂ। ਅਸੀਂ ਸਰਦਾਰਾ ਸਿੰਘ ਜੌਹਲ ਤੋਂ ਬਖਰੇਵਾਂ ਰੱਖਦੇ ਹਾਂ। ਕਈ ਭਰਾ ਗੱਲ ਕਰਦੇ ਆ ਕਿ ਤੁਹਾਡਾ ਕਿ ਸਰਦਾਰਾ ਸਿੰਘ ਜੌਹਲ ਇਹ ਗੱਲ ਕਹਿੰਦਾ। ਮੈਂ ਬੇਨਤੀ ਕਰਦਾ ਤੁਸੀਂ ਅੱਜ ਤੱਕ ਕੀ ਆ, ਕਿਉਂਕਿ ਤੁਹਾਡਾ ਕਸੂਰ ਨਹੀਂ, ਲੋਕ ਅਕਸਰ ਕੀ ਦੇਖਦੇ ਆ ਵੀ ਬਾਦਲ ਕੀ ਕਰ ਰਿਹਾ, ਅਕਾਲੀ ਦਲ ਬਾਦਲ ਨੂੰ ਕੀ ਆ ਚਲਾ ਹੀ ਇਕੱਲਾ ਰਿਹਾ। ਉਸੇ ਤਰ੍ਹਾਂ ਅਸੀਂ ਕਹਿੰਦੇ ਆ ਕਿ ਸਾਡੇ ਲੋਕਾਂ ਦੀ ਆਪਣੀ ਆਪਣੀ ਸੋਚ ਆ। ਹਰੇਕ ਬੰਦਾ ਕੀ ਆਪਣੀ ਓਪੀਨੀਅਨ ਰੱਖਦਾ, ਖੁੱਲ੍ਹ ਕੇ ਰੱਖਦਾ। ਅਸੀਂ ਲੋਕਾਂ ਦੇ ਨਾਲ ਆ। ਜਦੋਂ ਲੋਕਾਂ ਨੂੰ ਇਹ ਬਿੱਲਾਂ ਦਾ ਅਹਿਸਾਸ ਹੋ ਗਿਆ ਮਾੜੇ ਆ, ਉਹ ਅਹਿਸਾਸ ਨੀਤੀ ਕਰਕੇ ਨਹੀਂ ਨੀਅਤ ਕਰਕੇ ਆ। ਤੇ ਨੀਅਤ ਮਾੜੀ ਹੈ, ਇਸ ਕਰਕੇ ਨੀਤੀ ਬਹੁਤ ਮਾੜੀ ਆ, ਪੰਜਾਬ ਨੂੰ ਬਰਬਾਦ ਕਰ ਦੂ। ਅਸੀਂ ਇਹਦੇ ਵਿਰੋਧ 'ਚ ਆ। ਸਰਦਾਰਾ ਸਿੰਘ ਜੌਹਲ ਜੀ ਦੀ ਅਸੀਂ ਡਿਗਨਿਟੀ ਨੂੰ ਮੈਂ ਜਿਹੜੇ ਉਹਨਾਂ ਦੀ ਔਰਾ ਗਾ, ਉਹਨਾਂ ਦੀ ਜਿਹੜੀ ਸ਼ਖਸੀਅਤ ਆ, ਉਹਨਾਂ ਦਾ ਅਸੀਂ ਕੀ ਆ ਸਤਿਕਾਰ ਕਰਦੇ ਆ। ਉਹਨਾਂ ਨੇ ਖੇਤੀਬਾੜੀ ਨੀਤੀ ਜਿਹੜੀ ਕੀ ਆ ਲੋਕ ਅਧਿਕਾਰ ਲਹਿਰ ਦੇ ਵਿੱਚ ਕੀ ਆ ਕੁਝ ਪ੍ਰਪੋਜ਼ਲਾਂ ਸੀ ਉਹਨਾਂ ਨੇ ਵੀ ਤਿਆਰ ਕੀਤੀਆਂ ਸੀ, ਜਿਹੜੀਆਂ ਤੁਹਾਡੇ ਨਾਲ ਕੁਝ ਮੈਂ ਸਾਂਝੀਆਂ ਵੀ ਕੀਤੀਆਂ ਨੇ। ਅਸੀਂ ਉਹਨਾਂ ਦੀ ਕੀ ਰਿਸਪੈਕਟ ਕਰਦੇ ਆ, ਪਰ ਇਸ ਮਸਲੇ ਦੇ ਵਿੱਚ ਅਸੀਂ ਕੀ ਆ ਥੋੜਾ ਬਖਰੇਵਾਂ ਰੱਖਦੇ ਆ ਉਹਨਾਂ ਨਾਲੋਂ, ਕਿਉਂਕਿ ਉਹ ਇੱਕ ਨੀਤੀ ਘਾੜੇ, ਉਹ ਨੀਤੀ ਦੀ ਗੱਲ ਤੇ ਵੱਧ ਜ਼ੋਰ ਦਿੰਦੇ ਆ, ਨੀਅਤ ਦੀ ਗੱਲ ਨਹੀਂ ਕਰਦੇ। ਤੇ ਅਸੀਂ 70 ਸਾਲਾਂ ਤੋਂ ਨੀਅਤਾਂ ਨੇ ਪੰਜਾਬ ਉਜਾੜਿਆ। ਇਸ ਕਰਕੇ ਅਸੀਂ ਨੀਅਤ ਜਾਣਦੇ ਆ ਕਿ ਅਸੀਂ ਉਜੜਾਂਗੇ। ਸਾਨੂੰ ਚੰਗੀ ਨੀਅਤ ਵਾਲੇ ਬੰਦੇ ਅੱਗੇ ਲਿਆਉਣੇ ਪੈਣਗੇ। ਜਿਵੇਂ ਬਾਈ ਜੀ ਤੁਸੀਂ ਗੱਲ ਕੀਤੀ ਆ ਕਿ ਪੰਜਾਬ ਨੂੰ ਅਲਟਰਨੇਟਿਵ ਕੀ ਆ, ਅਸੀਂ ਹੁਣ ਸਾਰੇ ਭਰਾਵਾਂ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੇ ਦਿਮਾਗ 'ਚੋਂ ਇਹ ਗੱਲ ਕੱਢਣੀ ਪਊ ਵੀ ਸਾਨੂੰ ਹਿੰਦੂ ਮਾਰ ਦੂ ਜਾਂ ਮੁਸਲਮਾਨ ਮਾਰ ਦੂ। ਜੇ ਫਿਰਕਾ ਪ੍ਰਸਤੀ ਜਾਂ ਇਹਦੀ ਮੈਂ ਕਿ ਰਾਜਨੀਤੀ ਨੂੰ ਟੱਕਰ ਦੇਣੀ ਆ ਧਾਰਮਿਕ ਕੱਟੜਤਾ ਦੀ ਨੂੰ, ਤਾਂ ਸਾਨੂੰ ਸਾਡੇ ਸੰਵਿਧਾਨਕ ਹੱਕਾਂ ਵਾਸਤੇ ਜਾਗਣਾ ਪਊ। ਸਾਨੂੰ ਹਿੰਦੂ ਮੁਸਲਮਾਨ ਨਹੀਂ ਮਾਰਦੇ, ਸਾਨੂੰ ਨਸ਼ੇ ਮਾਰਨਗੇ, ਬੇਰੁਜ਼ਗਾਰੀ ਮਾਰੂਗੀ, ਸਾਨੂੰ ਧਾਰਮਿਕ ਕੱਟੜਤਾ ਮਾਰੂਗੀ, ਸਾਨੂੰ ਫਿਰਕਾ ਪ੍ਰਸਤੀ ਮਾਰੂ, ਮਾੜਾ ਜਿਹੜਾ ਪ੍ਰਸ਼ਾਸਨਿਕ ਢਾਂਚਾ ਇਹ ਸਾਨੂੰ ਮਾਰੂ, ਮਾੜੀਆਂ ਸਰਕਾਰਾਂ ਮਾਰਨਗੀਆਂ ਤੇ ਮਾੜੇ ਸਿਆਸਤਦਾਨ ਸਾਨੂੰ ਮਾਰਨਗੇ ਤੇ ਰਿਸ਼ਵਤਖੋਰੀ ਮਾਰੂ। ਇਸ ਕਰਕੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲਣ ਵਾਸਤੇ ਇਕਜੁੱਟ ਰਹਿਣਾ ਪਊ। ਗੁਰਬਾਣੀ ਦੇ ਵਿੱਚ ਬਾਬੇ ਨਾਨਕ ਨੇ ਸਾਨੂੰ ਕਿਹਾ ਕਿ ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਦੁਬਿਧਾ 'ਚੋਂ ਨਿਕਲਣ ਵਾਸਤੇ ਜਿਵੇਂ ਹੁਣ ਕਿਸਾਨਾਂ ਨੇ ਸਾਨੂੰ ਇਹਨਾਂ ਨੇ ਇਕੱਠੇ ਕੀਤਾ, ਕਿਸਾਨ ਜਥੇਬੰਦੀਆਂ ਨੇ, ਉਸੇ ਤਰ੍ਹਾਂ ਸਾਨੂੰ ਇਕੱਠੇ ਰਹਿਣ ਦੀ ਲੋੜ ਆ। ਜਿੰਨਾ ਅਸੀਂ ਇਕੱਠੇ ਰਹਾਂਗੇ ਤਾਂ ਅਸੀਂ ਕੀ ਆ ਕੁਝ ਨਾ ਕੁਝ ਲੈ ਸਕਦੇ ਹਾਂ। ਤੇ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਕਿ ਅਸੀਂ ਇਤਿਹਾਸ ਨੂੰ ਬਦਲਣ ਵਾਸਤੇ ਹੁਣ ਉੱਠੇ ਹਾਂ। ਇਤਿਹਾਸ 'ਚ ਨਾਮ ਲਿਖਾਉਣ ਵਾਸਤੇ ਨਹੀਂ ਇਕੱਲਾ ਤੁਰਨਾ ਸੀ। ਇਸ ਕਰਕੇ ਕੀ ਆ ਅਸੀਂ ਬਦਲਣ ਵਾਸਤੇ ਸਾਨੂੰ ਕੀ ਆ ਬਹੁਤ ਚੀਜ਼ਾਂ ਦੇ ਵਿਚਾਰਾਂ ਕਰਨ ਦੀ ਲੋੜ ਆ। ਉਹਨਾਂ ਚੀਜ਼ਾਂ ਬਾਰੇ ਅਸੀਂ ਵਿਚਾਰੀਏ। ਤੇ ਇਹੀ ਅਖੀਰ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਦੋਂ ਵੀ ਬਾਈ ਜੀ, ਮੈਂ ਦਰਸ਼ਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਲੋਕ ਅਧਿਕਾਰ ਲਹਿਰ ਵੱਲੋਂ ਅਸੀਂ ਇੱਕ ਬੇਨਤੀ ਕਰਦੇ ਹਾਂ
ਕਿ ਸਾਨੂੰ ਜਦੋਂ ਮਰਜ਼ੀ ਤੁਸੀਂ ਪਿੰਡਾਂ ਸੁਨੇਹਾ ਦਿਓ। ਲੋਹੜੀ ਤੋਂ ਬਾਅਦ ਅਸੀਂ ਕਿਸਾਨੀ ਅੰਦੋਲਨ ਨੂੰ ਹੋਰ ਮਾ ਕੇ ਤੇਜ਼ ਕਰਨ ਵਾਸਤੇ ਤੇ ਲੋਕਾਂ ਨੂੰ ਲਾਮਬੰਦੀ ਵਾਸਤੇ ਪਿੰਡਾਂ 'ਚ ਵੀ ਨਿਕਲ ਰਹੇ ਹਾਂ, ਇਸ ਨੂੰ ਮਜ਼ਬੂਤੀ ਵਾਸਤੇ ਤੇ ਨਾਲ ਦੀ ਨਾਲ ਪਿੰਡਾਂ ਦੀ ਕਿਲਾਬੰਦੀ ਵਾਸਤੇ ਅਸੀਂ ਕੀ ਆ ਲੋਕਾਂ ਨੂੰ ਤਿਆਰ ਕਰ ਰਹੇ ਹਾਂ। ਜਿਹੜਾ ਕਨਸੈਪਟ ਦੀ ਗੱਲ ਕਰਦਾ ਮੈਂ, ਸ਼ੰਭੂ ਮੋਰਚੇ ਤੋਂ 45 ਮਿੰਟ ਮੰਗੇ ਸੀ, ਸਾਨੂੰ 45 ਮਿੰਟ ਦੇ ਦਿਓ ਜੇ ਤੁਹਾਡੇ ਪਿੰਡਾਂ ਦੇ ਸਿਆਸੀ ਬੰਦਿਆਂ ਦੀਆਂ ਨੀਵੀਆਂ ਨਾ ਪਵਾ ਦਈਏ, ਕਿਉਂਕਿ ਸਾਨੂੰ ਬਾਦਲ ਕੈਪਟਨ ਨਹੀਂ ਮਾਰਦੇ, ਸਾਨੂੰ ਪਿੰਡਾਂ ਵਾਲੇ ਬਾਦਲ ਕੈਪਟਨ ਮਾਰਦੇ ਆ। ਉਹਦੇ ਵਾਸਤੇ ਬਾਈ ਜੀ ਬੇਨਤੀ ਆ, ਮੈਂ 2 ਨੰਬਰ ਦੱਸਣੇ ਚਾਹਣਾ ਵੀ ਸਾਡੇ ਨਾਲ ਜੇ ਦਰਸ਼ਕ ਸੰਪਰਕ ਕਰ ਲੈਣ। ਸਾਡੇ ਨੰਬਰ ਨੋਟ ਕਰ ਲਓ ਬਾਈ ਜੀ, ਜਦੋਂ ਮਰਜ਼ੀ ਸਾਨੂੰ ਪਿੰਡ ਦੇ ਵਿੱਚ ਸੱਦਾ ਦਿਓ। ਅਸੀਂ ਮੈਂ ਕਿ ਲੋਹੜੀ ਤੋਂ ਬਾਅਦ ਸਟਾਰਟ ਕਰ ਰਹੇ ਹਾਂ। ਇਹ ਅਸੀਂ 29 ਮਾਰਚ ਨੂੰ ਸ਼ੁਰੂ ਕਰਨਾ ਸੀ ਪਹਿਲਾਂ, ਫਿਰ 1 ਨਵੰਬਰ ਤੋਂ। ਉਹ ਡਿਲੇ ਦਾ ਕਾਰਨ ਇਹੀ ਆ ਕਿ ਪਹਿਲਾਂ ਕਰੋਨਾ ਆ ਗਿਆ, ਹੁਣ ਕਿਸਾਨੀ ਅੰਦੋਲਨ ਹੋ ਗਿਆ। ਪਰ ਲੋਕ ਲਹਿਰ ਦਾ ਜਿਹੜਾ ਅਸਲ ਮਕਸਦ ਸੀ ਲੋਕਾਂ ਨੂੰ ਜਗਾਉਣਾ ਤੇ ਲਹਿਰ ਖੜੀ ਕਰਨੀ, ਉਹ ਲਹਿਰ ਆਪਣੇ ਆਪ ਖੜੀ ਹੋ ਗਈ। ਹੁਣ ਸਿਰਫ ਇਹਨੂੰ ਦਿਸ਼ਾ ਦੇਣ ਦੀ ਲੋੜ ਆ। ਉਹਦੇ ਵਾਸਤੇ ਜਿਹੜੇ ਵੀ ਭਰਾ ਸਾਡੇ ਨਾਲ ਸਾਥ ਦੇਣਾ ਚਾਹੁੰਦੇ ਆ, ਸਾਨੂੰ ਪਿੰਡਾਂ 'ਚ ਬੁਲਾਉਣਾ ਚਾਹੁੰਦੇ ਆ, ਨੰਬਰ ਨੋਟ ਕਰ ਲੈਣ 81 466 96 105 94 636 38 105 ਤੇ 98 634 41,000 ਇਹਨਾਂ ਨੰਬਰਾਂ ਤੇ ਜਦੋਂ ਮਰਜ਼ੀ ਦੋਸਤੋ ਸਾਨੂੰ ਸੰਪਰਕ ਕਰ ਸਕਦੇ ਹੋ। ਜੀ ਤੁਹਾਡੇ ਪਿੰਡ ਖੁਦ ਚੱਲ ਕੇ ਆਵਾਂਗੇ। ਦਰੀਆਂ ਵੀ ਕੋਲੇ ਆ, ਸਪੀਕਰ ਵੀ ਕੋਲੇ ਆ, ਸਿਰਫ ਭਰਾ ਜੋੜ ਲਿਓ ਜਾਗਦੇ ਸਿਰਾਂ ਵਾਲੇ। ਤੇ ਹੁਣ ਸੌਣਾ ਨਹੀਂ, ਅਸੀਂ ਜਾਗਦੇ ਰਹਿਣਾ। ਬਾਈ ਜਿਵੇਂ ਤੁਸੀਂ ਕਹਿੰਦੇ ਹੋ ਕਿ 1700 ਪਿੰਡ ਤੁਸੀਂ ਕਵਰ ਕਰ ਚੁੱਕੇ ਹੋ ਤੇ ਤੁਹਾਨੂੰ 45 ਮਿੰਟ ਦਾ ਸਮਾਂ ਦਿਓ ਸਾਨੂੰ ਬੋਲਣ ਲਈ, ਤਾਂ ਫਿਰ ਉਹ ਰੋਡ ਮੈਪ ਕੀ ਹੈ ਇਹੋ ਜਿਹਾ? ਰੋਡ ਮੈਪ ਬਾਈ ਜੀ ਇੱਕ ਨਾ 11 ਨੁਕਤੇ ਤਿਆਰ ਕੀਤੇ ਗਏ ਆ ਜਿਹੜੇ ਮੇਰੀ ਇਕੱਲੇ ਦੀ ਸਮਝਦੇ ਨਹੀਂ। ਉਹ ਮੋਗੇ 'ਚ 2 ਸਾਲ ਪਹਿਲਾਂ ਇੱਕ ਕੀ ਆ ਲੋਕ ਇਕੱਤਰ ਕੀਤੇ ਗਏ ਸੀ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਹਿਤੈਸ਼ੀ ਲੋਕ ਬਹੁਤ ਆ, ਪਰ ਉਹ ਕੱਲੇ ਕੀ ਆ ਜ਼ੋਰ ਲਾ ਰਿਹਾ। ਜਿਵੇਂ ਮੈਂ ਨਸ਼ੇ ਖਿਲਾਫ ਕੀ ਆ ਸਾਡੀ ਸੰਸਥਾ ਪੂਰੀ ਲੜਦੀ ਰਹੀ ਆ, ਉਸੇ ਤਰ੍ਹਾਂ ਬੜੇ ਲੋਕ ਮਾਈਨਿੰਗ ਖਿਲਾਫ ਲੜ ਰਹੇ ਆ, ਪਰ ਅਸੀਂ ਕੱਲੇ ਲੜ ਰਹੇ ਆ। ਸਾਨੂੰ ਲੁਟੀਚਣ ਵਾਲੇ ਲੋਕ ਇਕੱਠੇ ਆ। ਅਸੀਂ 11 ਨੁਕਤੇ ਕੀ ਇੱਕ ਸਮਝ ਤਿਆਰ ਕੀਤੀ ਸੀ ਜਿਹੜੀ ਹਰੇਕ ਪ੍ਰੋਬਲਮ ਦਾ ਸੋਲਿਊਸ਼ਨ ਆ, ਹੱਲ ਆ। ਸਮੱਸਿਆ ਦੀ ਗੱਲ ਸਿਆਸੀ ਬੰਦੇ ਕਰਕੇ ਸਾਥੋਂ ਵੋਟਾਂ ਲੈਂਦੇ ਆ, ਅਸੀਂ ਹੱਲ ਦੀ ਗੱਲ ਕਰਨੀ ਆ। ਮਾਲਕ ਨੂੰ ਪਤਾ ਹੋਵੇ ਕਿ ਕੀ ਆ ਕੰਮ ਕਿਵੇਂ ਕਰਾਉਣਾ, ਤਾਂ ਅਸੀਂ ਕੀ ਆ ਆਪਣੇ ਨੌਕਰ ਤੋਂ ਕੰਮ ਲੈ ਸਕਦੇ ਆ। ਇਸ ਕਰਕੇ ਸਾਡੇ ਨੌਕਰ ਨੇ ਸਿਆਸੀ ਲੋਕ ਆ ਜਿਹੜੇ ਇਹ ਤਨਖਾਹਾਂ ਲੈਂਦੇ ਆ, ਪੈਨਸ਼ਨਾਂ ਲੈਂਦੇ ਆ, ਇਹਨਾਂ ਤੋਂ ਕੰਮ ਕਿਵੇਂ ਲੈਣਾ ਉਹਦੇ ਵਾਸਤੇ ਅਸੀਂ ਲੋਕਾਂ ਨੂੰ ਬਾਈ ਜੀ ਉਹ 11 ਜਿਹੜੇ ਨੁਕਤੇ ਆ ਉਹਨਾਂ ਨਾਲ ਜੋੜਦੇ ਆ, ਲੋਕਾਂ ਨੂੰ ਇੱਕ ਸਿਆਸੀ ਸਮਝ ਦੇਣ ਦੀ ਕੋਸ਼ਿਸ਼ ਕਰਦੇ ਆ। ਤੇ ਲੋਕ ਕੀ ਉਹਦੇ ਨਾਲ ਸਾਡੇ ਨਾਲ ਜੁੜ ਰਹੇ ਆ। ਪਿਛਲੇ 1700 ਪਿੰਡ ਜਿੰਨੇ ਵੀ ਕੱਢੇ ਆ, ਉਹਨਾਂ ਪਿੰਡਾਂ 'ਚ ਲੋਕਾਂ ਨੇ ਸਾਨੂੰ ਇੰਨਾ ਕੁ ਪਿਆਰ ਤੇ ਹੌਸਲਾ ਦਿੱਤਾ ਵੀ ਮੈਂ ਕਹਿਣਾ ਵੀ ਸਾਨੂੰ ਪਹਿਲਾਂ ਪਤਾ ਸੀ, ਕਿਉਂਕਿ ਅਸੀਂ ਪਹਿਲਾਂ ਵਿਚਰ ਚੁੱਕੇ ਸੀ। ਕਈ ਲੋਕ ਕਹਿੰਦੇ ਆ ਕਿ ਪੰਜਾਬ ਮਰ ਗਿਆ, ਇੱਥੇ ਨੌਜਵਾਨੀ ਮਰ ਗਈ। ਲੋਕਾਂ ਨੂੰ ਹੁਣ ਅਹਿਸਾਸ ਹੋਇਆ ਕਿ ਪੰਜਾਬ 'ਚ ਨੌਜਵਾਨੀ ਮਰੀ ਨਹੀਂ, ਤੇ ਸਾਨੂੰ ਇਹ ਗੱਲਾਂ ਦਾ ਅਹਿਸਾਸ ਪਹਿਲਾਂ ਤੋਂ ਸੀ, ਕਿਉਂਕਿ ਅਸੀਂ ਪਿੰਡਾਂ 'ਚ ਕੀ ਆ ਨੌਜਵਾਨ ਭਰਾਵਾਂ ਨਾਲ ਵਿਚਰਦੇ ਸੀ। ਇਸੇ ਕਰਕੇ ਅਸੀਂ ਕਹਿਣਾ ਕਿ ਉਹ 11 ਨੁਕਤਿਆਂ ਵਾਸਤੇ ਸਾਨੂੰ ਪਿੰਡਾਂ ਦੇ ਵਿੱਚ ਸੱਦਾ ਦਿਓ। ਉਹ ਨੁਕਤੇ ਹਰੇਕ ਸਮੱਸਿਆ ਦਾ ਹੱਲ ਦੱਸਣਗੇ, ਤੇ ਉਹ ਹੱਲ ਅਸੀਂ ਕਰਾਉਣਾ ਕਿਵੇਂ ਆ, ਅਸੀਂ ਮਾਲਕ ਹੋਣ ਦਾ ਅਹਿਸਾਸ ਕਰ ਲਈਏ। ਛਾਂਟੇ ਵਾਲਾ ਕਮਜ਼ੋਰ ਹੋਵੇ ਤਾਂ ਅਰਬੀ ਘੋੜੇ ਗਧੇ ਬਣ ਜਾਂਦੇ ਆ, ਤੇ ਛਾਂਟੇ ਵਾਲਾ ਜੇ ਚੰਗਾ ਹੋਵੇ ਗਧਿਆਂ ਤੋਂ ਅਰਬੀ ਘੋੜਿਆਂ ਦਾ ਕੰਮ ਲੈ ਲੈਂਦਾ। ਤੇ ਛਾਂਟੇ ਵਾਲੇ ਲੋਕਤੰਤਰ 'ਚ ਦੋਸਤੋ ਅਸੀਂ ਆ, ਅਸੀਂ ਕਿਵੇਂ ਇਹਨਾਂ ਗਧਿਆਂ ਤੋਂ ਕੰਮ ਲੈਣਾ ਉਹ ਅਸੀਂ ਨੂੰ ਕੀ ਆ ਵਿਚਾਰਨਾ ਪਊ, ਉਹੀ ਸਮਝ ਲੈ ਕੇ ਅਸੀਂ ਤੁਹਾਡੇ ਕੋਲੇ ਆ ਰਹੇ ਹਾਂ। ਸੋ ਬਾਈ ਜੀ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ। ਬਹੁਤ ਬਹੁਤ ਧੰਨਵਾਦ ਸਾਰੇ ਗਲੋਬਲ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ। ਤੇ ਅਖੀਰ ਦੇ ਵਿੱਚ ਫਿਰ ਮੈਂ ਬੇਨਤੀ ਕਰਦਾ ਕਿ ਲੋਕ ਅਧਿਕਾਰ ਲਹਿਰ ਦੇ ਪੇਜ ਤੇ ਜਾ ਕੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਇਹ ਸਨ ਸਾਡੇ ਨਾਲ ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰ ਜੀ, ਜਿਨ੍ਹਾਂ ਨੇ ਤੁਹਾਡੇ ਬੜੇ ਬੇਬਾਕ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਤੇ ਇੱਕ ਜਿਹੜਾ ਬੜਾ ਜੋ ਅਹਿਮ ਨੁਕਤਾ ਖੇਤੀ ਮਾਡਲ ਤੁਹਾਡੇ ਨਾਲ ਸਾਂਝਾ ਕੀਤਾ ਕਿ ਐਂ ਕਰਕੇ ਆਪਾਂ ਆਪਣੀ ਖੇਤੀ ਨੂੰ ਬਚਾ ਸਕਦੇ ਹਾਂ। ਉਹ ਖੇਤੀ ਜਿਹਨੂੰ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚੱਕਰੀ ਕਿਹਾ ਗਿਆ ਸੀ, ਅੱਜ ਅਸੀਂ ਉਸੇ ਖੇਤੀ ਦੇ ਵਿੱਚ ਬਾਹਰ ਹੋ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਾਂ, ਕਿਉਂਕਿ ਸਾਨੂੰ ਮਜਬੂਰ ਕਰਤਾ ਹੈ ਇਹ ਗੱਲ ਸਵੀਕਾਰ ਕਰਨ ਦੇ ਲਈ ਕਿ ਖੇਤੀ ਇੱਕ ਲਾਹੇਵੰਦ ਧੰਦਾ ਨਹੀਂ ਰਹੀ, ਜਦ ਕਿ ਖੇਤੀ ਕੋਈ ਧੰਦਾ ਨਹੀਂ ਹੁੰਦੀ, ਖੇਤੀ ਇੱਕ ਜ਼ਿੰਦਗੀ ਜਿਉਣ ਦਾ ਸਲੀਕਾ ਹੈ। ਸੋ ਅਗਲੇ ਵਾਰ ਆਪਣੇ ਪ੍ਰੋਗਰਾਮ ਦੇ ਵਿੱਚ ਅਗਲੀ ਸ਼ਖਸੀਅਤ ਨਾਲ ਤੁਹਾਡੇ ਹਾਜ਼ਰ ਹੋਵਾਂਗੇ। ਤੁਸੀਂ ਦਿਓ ਮੈਨੂੰ ਇਜਾਜ਼ਤ। ਧੰਨਵਾਦ।